ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਜਸ ਖੰਨਾ ਜੀ। ਮੇਰਾ ਖਿਆਲ ਹੈ ਕਿ ਸਾਡੇ ਦਰਸ਼ਕ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਨੇ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਕਰੰਟ ਅਫੇਅਰ ਹੈ ਔਰ ਅਜੋਕੇ ਜਿਹੜੇ ਪੰਜਾਬ ਦੇ ਮੁੱਦੇ ਆ, ਬਾਹਰਲੇ ਦੇਸ਼ਾਂ ਦੇ ਕੁਝ ਪੱਖ ਦੇ ਮਸਲੇ ਆ, ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ। ਤਾਂ ਮੇਰਾ ਖਿਆਲ ਹੈ ਕਿ ਤੁਸੀਂ ਕਿਹੜਾ ਮੁੱਦਾ ਜਿਹੜਾ ਹੈਗਾ ਸਾਡੇ ਦਰਸ਼ਕ ਉਹਨੂੰ ਬੜਾ ਪਸੰਦ ਕਰਦੇ ਆ, ਉਹ ਜਿਹੜਾ ਉਹਨਾਂ ਨਾਲ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਜੋ ਕਿਹੜਾ ਮੁੱਦਾ ਹੈ? ਅਮਰੀਕਾ ਦੀ ਵੀਜ਼ਾ ਲਿਸਟ ਬਾਰੇ, ਕਿਉਂਕਿ ਹਮੇਸ਼ਾ ਸਾਡੀ ਅਡਾਰੀ ਹਮੇਸ਼ਾ ਅਮਰੀਕਾ ਮੈਨੂੰ ਬਹੁਤ ਵਧੀਆ ਲੱਗਦਾ। ਦੇਸ਼ ਵੀ ਵਧੀਆ ਹੈਗਾ, ਲੋਕ ਵੀ ਵਧੀਆ। ਸੋ ਅਮਰੀਕਾ ਦੀ ਵੀਜ਼ਾ ਲਿਸਟ ਲੰਬੀ ਹੋ ਗਈ ਹੈ, ਹੁਣ ਵਾਇਆ ਵੀਅਤਨਾਮ ਹੋ ਕੇ ਵੀਅਤਨਾਮ ਥਰੂ ਜਾਣਗੇ ਭਾਰਤੀ ਜੋ ਅਮਰੀਕਾ ਪਹੁੰਚ ਰਹੇ ਨੇ, ਉਹਨਾਂ ਨੂੰ ਹੁਣ ਵਾਇਆ ਵੀਅਤਨਾਮ ਜਾਣਾ ਪਏਗਾ। ਤਾਂ ਪਰ ਇੰਟਰਵਿਊ ਵਾਸਤੇ ਜਿਹੜਾ ਸਮਾਂ ਹੈ, ਅੱਜ ਐਪਲੀਕੇਸ਼ਨ ਦਿਓਗੇ ਤੇ 30 ਮਹੀਨੇ ਲੱਗ ਸਕਦੇ ਨੇ, ਤਕਰੀਬਨ 2.5 ਸਾਲ ਅਪਾਇੰਟਮੈਂਟ ਵਾਸਤੇ ਇੰਨੀ ਟਾਈਮ ਲੱਗ ਸਕਦਾ ਹੈ। ਇੰਨਾ ਜ਼ਿਆਦਾ ਕੰਮ ਤਿੱਖਾ ਹੋ ਗਿਆ, ਤਿੱਖਾ ਕਾਫੀ ਜ਼ਿਆਦਾ ਹੋ ਗਿਆ, ਪਰ ਇਹ 2.5 ਸਾਲ ਬਹੁਤ ਲੰਬਾ ਸਮਾਂ ਹੈ। ਇਹਦਾ ਮਤਲਬ ਕਿ ਇਹਦਾ ਲੋਕਾਂ ਦਾ ਜਿਹੜਾ ਰੁਖ ਆ ਜਾਂ ਲੋਕਾਂ ਦਾ ਜਾਣ ਦੀ ਪਸੰਦੀਦਾ ਜਿਹੜਾ ਇਹ ਕੰਟਰੀ ਆ, ਇਹ USA ਔਰ ਲੋਕ ਜਾ ਰਹੇ ਆ। ਔਰ ਖ਼ਾਸ ਤੌਰ 'ਤੇ ਭਾਰਤ ਦੇ ਜਿਹੜੇ ਜਾਣ ਵਾਲੇ ਲੋਕ ਨੇ, ਟੂਰਿਸਟ ਜਾਂ ਯਾਤਰੂ, ਉਹ ਵਿਚਾਰੇ ਬੜੇ ਪਰੇਸ਼ਾਨ ਹੈ ਕਿਉਂਕਿ ਉਹਨਾਂ ਨੂੰ ਵਾਇਆ ਵੀਅਤਨਾਮ ਜਾਣਾ ਪੈਂਦਾ। ਜਿਹੜੀ ਕਨਫਰਮੇਸ਼ਨ ਆ ਉਹਨਾਂ ਨੂੰ ਵਾਇਆ ਵੀਅਤਨਾਮ ਲੈ ਕੇ ਫਿਰ ਉੱਧਰ ਨਿਕਲਣਾ ਪੈਂਦਾ, ਕਿਉਂਕਿ ਪਹਿਲਾਂ ਵੀਜ਼ਾ ਵੀਅਤਨਾਮ ਲੈਣਗੇ, ਫਿਰ ਉਹ USA ਜਾਣਗੇ ਉੱਥੋਂ, ਕਿਉਂਕਿ ਵੀਅਤਨਾਮ ਤੋਂ ਬਹੁਤ ਨੇੜੇ ਆ। ਔਰ ਖ਼ਾਸ ਤੌਰ 'ਤੇ ਉਹ ਪਰਿਵਾਰ ਜਾ ਰਹੇ ਜਿਨ੍ਹਾਂ ਦੇ ਉੱਥੇ ਲੋਕ ਰਹਿ ਰਹੇ ਆ, ਬੱਚੇ ਰਹਿ ਰਹੇ ਆ, ਪੜ੍ਹਨ ਲਈ ਗਏ ਆ ਜਾਂ ਜੌਬ ਕਰਦੇ ਆ, ਉਹਨਾਂ ਦੇ ਪੇਰੈਂਟਸ ਵੀ ਜਾ ਰਹੇ ਆ, ਬੱਚੇ ਸਟੱਡੀ ਲਈ ਵੀ ਜਾ ਰਹੇ ਆ, ਕੁਝ ਰੋਜ਼ਗਾਰ ਆਪਣਾ ਕਮਾਉਣ ਲਈ ਜਾ ਰਹੇ ਆ, ਔਰ ਕਈ ਦੂਸਰੇ ਪਾਸਿਓਂ ਪਨਾਮਾ ਵੱਲ ਦੀ, ਮੈਕਸੀਕੋ ਵੱਲ ਦੀ ਕੰਧਾਂ ਵੀ ਟੱਪ ਕੇ ਨਿਕਲ ਜਾਂਦੇ, ਉਹ ਗਿਣਤੀ 'ਚ ਨੇ। ਜੰਗਲਾਂ 'ਚੋਂ ਲੰਘ ਕੇ ਜਾਂਦੇ ਨੇ, ਬਟ ਉਹ ਰਿਸਕੀ ਆ, ਉਹ ਬਹੁਤ ਰਿਸਕ ਆ, ਉਹ ਜਾਨਲੇਵਾ ਜਿਹੜਾ ਹੈਗਾ ਇਸ ਤਰ੍ਹਾਂ ਦਾ। ਚਲੋ ਇਹ ਲੰਬਾ ਰਸਤਾ ਪੈ ਜਾਂਦਾ, ਪਰ ਫਿਰ ਵੀ ਸੇਫ ਹੋਣਾ ਚਾਹੀਦਾ, ਲੀਗਲ ਹੋਣਾ ਚਾਹੀਦਾ, ਇਹ ਜ਼ਿਆਦਾ ਜ਼ਰੂਰੀ ਹੈ। ਪਰ ਇਹਦਾ ਕੀ ਕਰੀਏ ਜਿਹੜਾ 2.5 ਸਾਲ ਵੇਟ ਕਰਨੀ ਪੈਂਦੀ ਹੈ ਅਪਾਇੰਟਮੈਂਟਸ ਵਾਸਤੇ? ਇਹਦੇ ਵਾਸਤੇ ਵੀ ਤਾਂ ਕੁਛ ਨਾ ਕੁਛ ਐਮਬੈਸੀ ਨੂੰ ਜਾਂ ਗਵਰਨਮੈਂਟ ਨੂੰ ਮਿਲਣਾ ਪਏਗਾ, ਸਾਨੂੰ ਭਾਰਤ ਦੀਆਂ ਐਮਬੈਸੀਜ਼ ਨੂੰ ਜਾਂ ਰਾਜਦੂਤ ਜਾਂ ਗਵਰਨਮੈਂਟ ਵੱਲੋਂ ਕਿਸੇ ਰਿਪਰੈਜ਼ੈਂਟੇਟਿਵ ਨੂੰ, ਤਾਂ ਕਿ ਇਹ ਸਮਾਂ ਘਟੇ। 2.5 ਸਾਲ ਬਹੁਤ ਲੰਬਾ ਸਮਾਂ ਹੈ। ਬਿਲਕੁਲ 16 ਨੇ ਜਿਹਨਾਂ ਦੇ ਪੰਜਾਬੀ 'ਚ ਆ। ਇਹਦੇ ਵਿੱਚ ਆਪਣੇ ਜਿਹੜੇ ਐਮਬੈਸਡਰ ਨੇ, ਰਾਜਦੂਤ ਨੇ, ਤਰਨਜੀਤ ਸੰਧੂ, ਉਹ ਉਹਨਾਂ ਨੇ ਮਿਲਾਪ ਕੀਤਾ, ਉਹਨਾਂ ਨੇ ਮਿਲੇ ਇੱਧਰ ਇਮੀਗ੍ਰੇਸ਼ਨ ਮਿਨਿਸਟਰ ਨੂੰ, ਔਰ ਉਹਨਾਂ ਨੇ ਉਹਨਾਂ ਅੱਗੇ ਮਸਲਾ ਰੱਖਿਆ ਕਿ ਖਾਸ ਤੌਰ 'ਤੇ ਜਿਹੜੇ ਇੰਡੀਅਨ ਆ, ਜਿਹਦੇ ਵਿੱਚ ਪੰਜਾਬੀ ਜਿਹੜੇ ਆ ਉਹ ਜ਼ਿਆਦਾ ਇੰਟਰਸਟਡ ਜਾਣ 'ਚ, ਤਾਂ ਉਹਨਾਂ ਨੇ ਕਿਹਾ ਕਿ ਇਹਦੇ ਲਈ ਤੁਸੀਂ ਇਹ ਕੋਈ ਇਸ ਤਰ੍ਹਾਂ ਦਾ ਸੋਲੂਸ਼ਨ ਲੱਭੋ, ਹੱਲ ਲੱਭੋ, ਤਾਂ ਕਿ ਲੋਕ ਬੜੇ ਈਜ਼ੀਲੀ ਉੱਥੇ ਜਾ ਕੇ ਆਰਾਮ ਨਾਲ ਪਹੁੰਚ ਜਾਣ। ਕਿਉਂਕਿ ਇੱਕ ਤਾਂ ਪੈਸਾ ਲਾ ਰਹੇ ਆ, ਦੂਜਾ ਉਹਨਾਂ ਨੂੰ ਜਾਣ ਲਈ ਇੰਨੀ ਤਾਰੀਖ, ਇੰਨੀ ਵੇਟ ਮਿਲ ਜੇ, ਉਹ ਨਾ ਵਿਚਾਰੇ ਇੱਧਰ ਜੋਗੇ ਰਹੇ ਨਾ ਇੱਧਰ, ਕਿਉਂਕਿ ਇੱਧਰੋਂ ਤਾਂ ਨਾ ਕਈ ਕੁਛ ਫਸਲਵਾੜੀ ਵੇਚ ਕੇ ਜਾਂਦੇ ਆ, ਔਰ ਇੱਧਰੋਂ ਪੈਸਾ ਪੂਸਾ ਇਕੱਠਾ ਕਰਕੇ ਜਾਂਦੇ ਆ, ਜਿੰਨਾ ਕਿ ਜਮ੍ਹਾਂ ਹੋ ਜਾਂਦਾ ਜਾਣਾ ਹੁੰਦਾ, ਕਿਉਂਕਿ ਆਪਣੇ ਬੱਚਿਆਂ ਲਈ ਬਹੁਤ ਕੁਛ ਸਮਾਨ ਲੈ ਕੇ ਜਾਣਾ ਹੁੰਦਾ ਉਹਨਾਂ ਨੇ। ਇੱਧਰੋਂ ਵੀ ਸਮਾਨ ਲਾਉਂਦੇ ਆ, ਉੱਧਰੋਂ ਵੀ ਲੈ ਕੇ ਆਉਂਦੇ ਆ। ਇਹ ਜਿਹੜੀ ਚੀਜ਼ਾਂ ਜਿਹੜੀ ਉਹਨਾਂ ਦੇ ਵਿੱਚ ਪਲਾਨਿੰਗ 'ਚ ਆ, ਉਹ ਕਈ ਵਾਰੀ ਸਾਰੀਆਂ ਖਤਮ ਹੋ ਜਾਂਦੀਆਂ। ਇਹ ਵੀ ਬੜੀ ਮਾਨਸਿਕ ਪਰੇਸ਼ਾਨੀ ਹੈ ਸਾਡੇ ਖਾਸ ਤੌਰ 'ਤੇ। ਸੋ ਪਿਛਲੇ ਦਿਨ ਹੀ ਆਪਣੇ ਫੋਰਨ ਮਿਨਿਸਟਰ ਜੈਸ਼ੰਕਰ ਸਾਹਿਬ ਵੀ ਗਏ ਹੋਏ ਸੀਗੇ ਅਮਰੀਕਾ, ਔਰ ਉਹ ਵੀ ਉੱਥੇ ਜਾ ਕੇ ਮਿਲੇ ਨੇ ਐਡਮਿਨਿਸਟ੍ਰੇਸ਼ਨਸ ਨੂੰ, ਉੱਥੋਂ ਦੇ ਜਿਹੜੇ ਹਮਰੁਤਬਾ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ, ਔਰ ਉਹੀ ਮੁੱਦਾ ਚੁੱਕਿਆ ਉਹਨਾਂ ਨੇ ਕਿ ਜਿਹੜਾ ਇਹ ਸਮਾਂ ਹੈ ਇਹਨੂੰ ਘਟਾਇਆ ਜਾਵੇ। ਕਿਉਂਕਿ ਸਾਡੇ ਸਟੂਡੈਂਟਸ ਨੇ ਇੱਥੋਂ ਦੇ ਜਿਹੜੇ ਉਹ ਅਮਰੀਕਾ ਜਾਣਾ ਚਾਹੁੰਦੇ ਨੇ, ਅਮਰੀਕਾ ਨੂੰ ਤਰਜੀਹ ਦਿੰਦੇ ਨੇ, ਐਜ਼ ਅ ਸਟੂਡੈਂਟ ਜਾਣਾ ਚਾਹੁੰਦੇ ਨੇ ਸਟੱਡੀ ਵੀਜ਼ਾ ਦੇ ਉੱਤੇ, ਉਹਨਾਂ ਨੂੰ 2.5 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਵੇਟ ਕਰਨਾ ਪਏਗਾ, ਕਿਉਂਕਿ ਕੈਰੀਅਰ ਆ, ਪੂਰੀ ਜ਼ਿੰਦਗੀ ਹੈ, ਸਮਾਂ ਵਿਅਰਥ ਨਹੀਂ ਹੋਣਾ ਚਾਹੀਦਾ। ਸੋ ਇਹ ਕਈ ਮੁੱਦੇ ਨੇ ਜਦੋਂ ਆਪਾਂ ਲੋਕਡਾਊਨ ਤੋਂ ਬਾਅਦ ਆਪਾਂ ਜਦੋਂ ਇਹਨਾਂ ਨੂੰ ਕੰਸੀਡਰ ਕਰਦੇ ਹਾਂ। ਖੈਰ ਉਹ ਗਵਰਨਮੈਂਟਸ ਵੀ ਸੱਚੀਆਂ ਨੇ, ਕਿਉਂਕਿ ਮੁਸ਼ਕਿਲਾਂ ਇੱਦਾਂ ਦੀਆਂ ਆ ਗਈਆਂ ਕੋਵਿਡ-19 ਕਰਕੇ, ਔਰ ਅਮਰੀਕਾ ਨੇ ਬਹੁਤ ਕੁਝ ਬਰਦਾਸ਼ਤ ਕੀਤਾ, ਬਟ ਫਿਰ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਹੈ, ਜਿੱਥੇ ਇਹ ਬਿਲਕੁਲ ਨਿਰਾਸ਼ਾ ਨਹੀਂ ਹੋਣੀ ਚਾਹੀਦੀ ਜੋ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ। ਮੇਰਾ ਖਿਆਲ ਹੈ ਕਿ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਕੋਵਿਡ-19 ਦਾ ਮਸਲਾ ਸੀਗਾ, ਉਹਦੇ ਕਰਕੇ ਜਿਹੜੀਆਂ ਪੈਂਡਿੰਗ ਲੋਕਾਂ ਦੀ ਐਪਲੀਕੇਸ਼ਨ ਪਈਆਂ, ਉਹ ਰਿਵਾਈਵ ਕਰ ਰਹੇ, ਉਹਨਾਂ ਨੂੰ ਦੁਬਾਰਾ ਕੱਢ ਰਹੇ ਆ, ਉਹਨਾਂ 'ਤੇ ਧਿਆਨ ਦਿੱਤਾ ਜਾ ਰਿਹਾ, ਤਾਂ ਕਿ ਉਹ ਆਂਦੇ ਕਿ ਪਹਿਲੀਆਂ ਜਿਹੜੀਆਂ ਪਈਆਂ ਨੇ ਐਪਲੀਕੇਸ਼ਨ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਫਿਰ ਲੋਕਾਂ ਨੂੰ ਵੀਜ਼ੇ ਦਿੱਤੇ ਜਾਣ। ਜਿਹੜੀਆਂ ਫਰੈਸ਼ ਆ ਉਹ ਪੈਂਡਿੰਗ ਹੋ ਜਾਂਦੀਆਂ, ਉਹ ਪਿੱਛੇ ਪੈ ਜਾਂਦੀਆਂ। ਇਹੀ ਹਾਲ ਕੈਨੇਡਾ 'ਚ ਵੀ ਰਿਹਾ, ਕਿਉਂਕਿ ਉੱਥੇ ਜਦ ਇਹ ਬੜੀ ਫੁਰਤੀ ਨਾਲ ਚੱਲੇ, ਇਮੀਗ੍ਰੇਸ਼ਨ ਨੇ ਸੰਭਾਲ ਲਿਆ ਸਾਰਾ ਕੰਮ, ਔਰ ਉਹਨਾਂ ਦੇ ਵਿੱਚ PR ਜਿਹੜੇ ਲੋਕ ਲੈ ਰਹੇ ਆ ਉਹਨਾਂ ਨੂੰ ਉਹਨਾਂ ਨੇ ਬੁਲਾ ਲਿਆ ਵਾ, ਔਰ ਉਹਨਾਂ ਨੇ ਟੀਚਾ ਮਿਥ ਲਿਆ ਕਿ 2022 ਦੇ ਵਿੱਚ 23 ਤੱਕ ਕਿੰਨਿਆਂ ਨੂੰ ਲੋਕਾਂ ਨੂੰ ਦੇਣਾ, ਨਵੰਬਰ ਤੱਕ ਜਿਹੜੀ PR ਆ, ਉਸ ਤੋਂ ਬਾਅਦ 23 ਤੋਂ 24 ਤੱਕ ਕਿ 5 ਲੱਖ ਜਿਹੜੇ ਇਨਵੀਟੇਸ਼ਨ ਆ ਚੁੱਕੀਆਂ ਜਿਹਨਾਂ ਦੀਆਂ, ਉਹਨਾਂ ਨੂੰ ਉਹਨਾਂ ਨੇ ਮੁਕੰਮਲ ਕਰ ਲਿਆ ਕਿ ਇਹਨਾਂ ਨੂੰ ਵੀਜ਼ਾ ਦਿੱਤਾ ਜਾਊਗਾ, ਜਿਸ ਦੇ ਵਿੱਚ ਸਟੱਡੀ ਵਾਲੇ ਵੀ ਹੈਗੇ ਆ, ਜਿਹਦੇ ਵਿੱਚ ਕੈਟਾਗਰੀ ਵੱਖਰੀਆਂ ਵੱਖਰੀਆਂ ਹੈਗੀਆਂ, ਬਿਜ਼ਨਸ ਵੀ ਹੈਗਾ, ਔਰ ਇਸੇ ਹਾਲ ਨਾਲ ਹੀ USA 'ਚ ਵੀ ਡਿਫਰੈਂਟ ਕੈਟਾਗਰੀ ਹੈਗੀ ਆ। ਔਰ ਸਫਰ ਉਹ ਕਰ ਰਹੇ ਆ ਜਿਹੜੇ ਵਿਚਾਰੇ ਟੂਰਿਸਟ ਆ, ਜਿਹੜੇ ਪੇਰੈਂਟਸ ਨੂੰ ਮਿਲਣ ਜਾ ਰਹੇ ਆ, ਜਿਹੜੇ ਬੱਚਿਆਂ ਨੂੰ ਮਿਲਣ ਜਾ ਰਹੇ ਆ, ਜਿਹੜੇ ਬੁੱਢੇ ਵਿਚਾਰੇ ਬਾਪੂ ਇੱਧਰੋਂ ਜਾ ਰਹੇ ਆ, ਮਾਲਵੇ 'ਚੋਂ, ਮਾਝੇ 'ਚੋਂ, ਹੈ ਨਾ, ਔਰ ਖਾਸ ਕਰਕੇ ਦੁਆਬੇ 'ਚੋਂ ਵੀ, ਔਰ ਇਹ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ।
ਤੁਹਾਡੀ ਗੱਲ ਬਿਲਕੁਲ ਵਧੀਆ ਹੈ ਕਿ ਤੁਸੀਂ ਦੱਸਿਆ ਕਿ ਇਹਦੇ ਜਿਹੜੇ ਲੋਕਾਂ ਦਾ ਜਿਹੜਾ ਜ਼ਿਆਦਾ ਸਮਾਂ ਲੱਗ ਰਿਹਾ ਇਹਨੂੰ ਘਟਾਉਣ ਲਈ ਕੋਈ ਨਾ ਕੋਈ ਇਹਨਾਂ ਨੂੰ ਹੱਲ ਲੱਭਣਾ ਚਾਹੀਦਾ। ਔਰ ਇਹਦੇ ਵਿੱਚ ਸਾਡੇ ਰਾਜਦੂਤ ਆ, ਸਾਡੇ ਇਮੀਗ੍ਰੇਸ਼ਨ ਮਿਨਿਸਟਰ ਆ, ਸਾਡੇ ਉਹਦੇ ਵਿੱਚ ਜਿਹੜੇ ਜੈਸ਼ੰਕਰ ਜੀ ਦਾ ਨਾਂ ਲਿਆ ਤੁਸੀਂ, ਵਿਦੇਸ਼ ਮੰਤਰੀ ਆ, ਐਕਸਟਰਨਲ ਅਫੇਅਰ ਮਿਨਿਸਟਰ ਆ, ਉਹਨਾਂ ਨੇ ਵੀ ਇਸ ਗੱਲ ਨੂੰ ਬੜਾ ਮੱਦੇਨਜ਼ਰ ਰੱਖਿਆ। ਔਰ ਮੇਰਾ ਖਿਆਲ ਹੈ ਕੋਈ ਨਾ ਕੋਈ ਦਾ ਸੋਲੂਸ਼ਨ ਮਿਲੂਗਾ, ਕਿਉਂਕਿ ਇਸ ਵੇਲੇ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਹੈ, ਸਮੱਸਿਆ ਆ ਰਹੀ ਹੈ ਜਿਹੜੇ ਸਟੂਡੈਂਟ ਆ। ਹੁਣ ਕਿਉਂਕਿ ਨਵੰਬਰ ਦਾ ਮਹੀਨਾ ਚੱਲ ਰਿਹਾ, ਨਵੰਬਰ ਦੇ ਵਿੱਚ ਜਿਹੜਾ ਵੀਜ਼ਾ ਸ਼ੁਰੂ ਹੋ ਜਾਂਦਾ ਇਹਨਾਂ ਦਾ ਸਟੱਡੀ ਵੀਜ਼ਾ, ਔਰ ਉਹਦੇ ਵਿੱਚ ਜਿਹੜੀਆਂ ਆਫਰ ਲੈਟਰ ਆ ਗਈਆਂ ਉੱਥੋਂ ਯੂਨੀਵਰਸਿਟੀਆਂ ਦੀਆਂ, ਕਾਲਜਿਸ ਦੀਆਂ, ਸਕੂਲਾਂ ਦੀਆਂ, ਉਹ ਸਾਰੀਆਂ ਉੱਥੇ ਹੈਗੀਆਂ। ਜਿਹੜੇ ਬੱਚੇ ਉੱਥੇ ਜਨਮੇ ਆ ਉਹ ਤਾਂ ਉੱਥੇ ਪੜ੍ਹ ਰਹੇ ਆ, ਜਿਹੜੇ ਇੱਥੋਂ ਮਾਈਗ੍ਰੇਟ ਕਰਕੇ ਜਾ ਰਹੇ, ਸਟੱਡੀ ਵੀਜ਼ਾ ਲੈ ਕੇ ਜਾ ਰਹੇ ਆ, ਕੈਨੇਡਾ ਜ਼ਿਆਦਾ ਜਾ ਰਿਹਾ, ਅਮਰੀਕਾ ਜ਼ਿਆਦਾ ਜਾ ਰਿਹਾ, ਇੰਗਲੈਂਡ 'ਚ ਵੀ ਜਾ ਰਿਹਾ, ਪਰ ਉਹਨਾਂ ਨਹੀਂ ਜਿੰਨਾ ਪਹਿਲਾਂ ਜਾਂਦੇ ਸੀ। ਆਕਸਫੋਰਡ ਯੂਨੀਵਰਸਿਟੀ, ਹੋਰ ਯੂਨੀਵਰਸਿਟੀ ਸੀ ਉੱਥੇ, ਕਿਉਂਕਿ ਇਸ ਵੇਲੇ ਰੁੱਖ ਇੱਧਰ ਹੋ ਗਿਆ, ਕਿਉਂਕਿ ਜਿਹੜਾ ਬਰਤਾਨੀਆ ਛੋਟਾ ਕੰਟਰੀ ਹੈ, ਇਹ ਵੱਡਾ ਕੰਟਰੀ ਹੈ, ਇਹਦੇ ਵਿੱਚ ਪੜ੍ਹਾਈ ਤੋਂ ਇਲਾਵਾ ਉਹਨਾਂ ਨੂੰ ਕੰਮ ਵੀ ਅੱਛਾ ਮਿਲ ਜਾਂਦਾ। ਹੁਣ ਇਹਨਾਂ ਨੇ ਓਪਨ ਕਰ ਦਿੱਤਾ ਕੈਨੇਡਾ ਨੇ, ਜਿਹੜਾ 20 ਘੰਟੇ ਸੀਗਾ ਸੈਟਰਡੇ ਸੰਡੇ ਦਾ ਦਿੰਦੇ, ਹੁਣ ਓਪਨ ਹੀ ਕਰਤਾ ਕਿ ਜਿੰਨਾ ਕੰਮ ਕਰਨਾ ਦੇ ਕੈਨ ਡੂ, ਉਹਨਾਂ ਕੰਮ ਕਰ ਸਕਦੇ। ਇਹ ਵੀ ਵਧੀਆ ਹੈਗਾ ਕਿ ਬੱਚੇ ਜਿਹੜੇ ਜਾਂਦੇ ਉਹ ਇੰਨੀ ਕਮਾਈ ਕਰ ਲੈਂਦੇ, ਆਪਣਾ ਘਰ ਦਾ ਰਹਿਣ ਦਾ, ਖਾਣ ਪੀਣ ਦਾ, ਕੱਪੜੇ ਦਾ, ਔਰ ਸਾਰਾ ਜਿਹੜਾ ਪੈਸਾ ਕਮਾ ਲੈਂਦੇ ਆ, ਔਰ ਮਾਪਿਆਂ ਨੂੰ ਇੰਨਾ ਦੁੱਖ ਨਹੀਂ ਦਿੰਦੇ। ਇਹ ਗੱਲ ਵਧੀਆ ਰਹੀ ਸਾਡੇ ਪੱਖ 'ਚ ਗਈ, ਸਾਡੇ ਬੱਚਿਆਂ ਦੇ ਅਤੇ ਮਾਪਿਆਂ ਦੇ। ਬਿਲਕੁਲ ਜੀ। ਹੁਣ ਆਪਾਂ ਅੱਗੇ ਵੱਧਦੇ ਹਾਂ, ਕਿਉਂਕਿ ਹੁਣ ਮਿਡ ਟਰਮ ਪੋਲਸ ਹੋ ਕੇ ਚੁੱਕੀਆਂ ਨੇ 14 ਨਵੰਬਰ ਨੂੰ ਅਮਰੀਕਾ ਦੇ ਵਿੱਚ। ਹੁਣ ਨਵੀਂ ਸਿਚੁਏਸ਼ਨ ਬਣਦੀ ਪਈ, ਕਿਉਂਕਿ 2024 ਦੀਆਂ ਇਲੈਕਸ਼ਨ ਸਾਹਮਣੇ ਨੇ। ਸਾਡੇ ਭਾਰਤ ਵਿੱਚ ਵੀ 2024 'ਚ ਹੋਣੀਆਂ ਨੇ, ਅਮਰੀਕਾ ਵਿੱਚ ਵੀ 2024 'ਚ ਹੋਣੀਆਂ ਨੇ। ਟਰੰਪ ਜੀ ਦਾ ਥੋੜ੍ਹਾ ਜਿਹਾ ਧਿਆਨ ਇੱਧਰ ਰਿਹਾ ਨਾ, ਮੋਦੀ ਸਰਕਾਰ ਵੱਲ ਰਿਹਾ ਹੈਗਾ, ਉਹ ਵੀ ਇਸੇ ਮੁੱਦੇ ਨਾਲ ਜੁੜ ਜਾਂਦੇ ਆ, ਉਹ ਵੀ ਉੱਧਰ ਤਿਆਰ ਨੇ, ਹੈ ਨਾ, ਆਪਣਾ ਪ੍ਰੈਜ਼ੀਡੈਂਟ ਬਣ ਲਈ। ਇੱਧਰ ਵੀ 2024 'ਚ ਜਿਹੜੇ ਪ੍ਰਧਾਨ ਮੰਤਰੀ ਨੇ ਇਸ ਵੇਲੇ ਆਪਣੇ ਮੌਜੂਦਾ, ਇਹਨਾਂ ਦਾ ਵੀ ਹੈਗਾ ਕਿ ਅਗਲੀ ਵਾਰ ਫਿਰ ਜਿੱਤ ਪ੍ਰਾਪਤ ਕਰੀਏ। ਇਹ ਦੋਵੇਂ ਚੀਜ਼ਾਂ ਜਿਹੜੀਆਂ ਬਿਲਕੁਲ ਮਿੱਥੀਆਂ ਅਤੇ ਗਿਣੀਆਂ ਹੋਈਆਂ। ਟਰੰਪ 2024 ਅਮਰੀਕਾ ਦੀਆਂ ਚੋਣਾਂ ਤੇ ਉਮੀਦਵਾਰ ਲਈ ਅੜੇ, ਤੇ ਰਿਪਬਲਿਕਨ ਪਾਰਟੀ ਹੋਈ ਦੋ ਫਾੜ, ਤੇ ਬਾਈਡਨ ਨੂੰ ਉਹਨਾਂ ਨੂੰ ਬਹੁਮਤ ਮਿਲ ਗਿਆ, ਜਿੱਤ ਪ੍ਰਾਪਤ ਹੋਈ ਹੈ। ਹਾਂ, ਸੋ ਸਿਚੁਏਸ਼ਨ ਇਹ ਬਣੀ ਹੋਈ ਹੈ, ਕਿਉਂਕਿ ਹਮੇਸ਼ਾ ਟਰੰਪ ਕਹਿੰਦੇ ਨੇ ਕਿ ਮੈਂ ਜ਼ਿਆਦਾ ਪਪੂਲਰ ਹਾਂ ਬਾਈਡਨ ਕੋਲੋਂ, ਔਰ ਇਸ ਕਰਕੇ ਪਬਲਿਕ ਮੈਨੂੰ ਜ਼ਿਆਦਾ ਪਸੰਦ ਕਰਦੀ ਹੈ, ਔਰ ਉਹਨਾਂ ਦੀ ਪਪੂਲੈਰਿਟੀ ਦੇ ਵਿੱਚ ਕਮੀ ਆਈ ਹੈ ਬਾਈਡਨ ਜੀ ਦੀ। ਸਹੀ ਗੱਲ। ਇਹ ਟਰੰਪ ਬੜਾ ਦਾਅਵਾ ਕਰਦੇ ਨੇ। ਇਹ ਤਾਂ ਹੈਗਾ ਕਿ ਜਿੱਥੇ 39% ਸੀਗੇ ਨਾ ਉਹਨਾਂ ਦੀ ਪਹਿਲੋਂ 50 ਅਬਵ ਸੀ ਉਹਨਾਂ ਦੀ ਪਸੰਦੀਦਾ, ਜਿਹੜੇ ਲੋਕ ਸੀਗੇ ਉਹਨਾਂ ਨੂੰ ਪਸੰਦ ਕਰਦੇ ਸੀਗੇ, ਉਹ ਹੁਣ ਪਪੂਲੈਰਿਟੀ ਘਟ ਕੇ 39 ਤੇ ਪੁਆਇੰਟ 'ਤੇ ਆ ਗਈ ਹੈ। ਨੰਬਰ 2, ਇੱਕ ਏਜ ਫੈਕਟਰ ਵੀ ਹੈਗਾ ਉਹਨਾਂ ਦਾ, ਉਹਨਾਂ ਦੇ ਨਾਲ ਵੀ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ, ਐਨਰਜੀ ਉਨੀ ਨਹੀਂ। ਔਰ ਟਰੰਪ ਜੀ ਤਾਂ ਤੁਹਾਨੂੰ ਪਤਾ ਇਹਨਾਂ ਕੋਲ ਗਰੁੱਪ ਬਹੁਤ ਵੱਡਾ, ਇਹਨਾਂ ਨੇ ਬੜਾ ਮਸਲੇ ਅੱਗੇ ਕ੍ਰੀਏਟ ਕਰ ਦਿੰਦੇ ਆ, ਕੰਮ ਚੰਗੇ ਵੀ ਕੀਤੇ ਇਹਨਾਂ ਨੇ, ਮਾੜੇ ਵੀ ਹੋ ਜਾਂਦੇ, ਬੜਾ ਕੁਛ ਹੁੰਦਾ ਜਦੋਂ ਤੁਹਾਡੇ ਕੋਲ ਵਾਗਡੋਰ ਹੁੰਦੀ ਹੈ ਕਿਸੇ ਕੰਟਰੀ ਦੀ। ਔਰ ਸੁਪਰ ਕੰਟਰੀ ਹੈ, ਸੁਪਰ ਕੰਟਰੀ ਨੂੰ ਚਲਾਉਣਾ, ਇੱਕ ਛੋਟਾ ਘਰ ਚਲਾਉਣਾ ਹੀ ਪਰਿਵਾਰ ਨੂੰ ਬੜਾ ਔਖਾ ਹੁੰਦਾ, ਸਾਰਿਆਂ ਨੂੰ ਖੁਸ਼ ਕਰਨਾ ਬਹੁਤ ਔਖਾ ਹੋ ਜਾਂਦਾ, ਇੱਕ ਸੂਬੇ ਨੂੰ ਚਲਾਉਣਾ ਵੀ ਬਹੁਤ ਔਖਾ ਹੁੰਦਾ। ਹੁਣ ਉਹਦੇ ਵਿੱਚ ਜਿਹੜੇ 50 ਸੂਬੇ ਨੇ ਉਹਨਾਂ ਦੇ, ਉਹ 'ਚ 36 ਸੂਬਿਆਂ ਦੇ ਗਵਰਨਰ ਵੀ ਅਪੁਆਇੰਟਮੈਂਟ ਹੋ ਰਹੀ ਆ, ਔਰ ਬਾਕਾਇਦਾ ਤੌਰ 'ਤੇ ਬਾਈਡਨ ਸਾਹਿਬ ਨੂੰ ਸਭ ਤੋਂ ਵੱਡੀ ਜਿੱਤ ਪ੍ਰਾਪਤ ਹੋ ਗਈ ਹੈ, ਬਹੁਤ ਮਤ ਇਹਨਾਂ ਨੇ ਲੈ ਲਿਆ, ਕਿਉਂਕਿ ਮਿਡ ਟਰਮ ਜਿਹੜੀਆਂ ਹੁੰਦੀਆਂ 2 ਸਾਲ ਬਾਅਦ ਹੁੰਦੀਆਂ ਉੱਥੇ ਜੀ। ਤੇ ਹੁਣ ਜਿਹੜੀ ਦੂਸਰੀ ਪਾਰਟੀ ਹੈ ਰਿਪਬਲਿਕਨ, ਉਹਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਉਹਨਾਂ ਨੂੰ, ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਥੋੜ੍ਹਾ ਕਿਤੇ ਨਾ ਕਿਤੇ। ਔਰ ਬਹੁਮਤ ਦੇ ਤੌਰ 'ਤੇ, ਮੈਜੋਰਟੀ ਦੇ ਤੌਰ 'ਤੇ ਬਾਈਡਨ ਦੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਉਹ ਅੱਗੇ ਨਿਕਲ ਗਈ ਹੈ। ਔਰ ਇਹਦੇ 'ਚ ਇੱਕ ਮਸਲਾ ਇਹ ਹੋ ਗਿਆ ਕਿ ਟੱਕਰ ਬਰਾਬਰ ਦੀ ਇਹਨਾਂ ਦੋਵਾਂ 'ਚ ਹੀ ਹੈਗੀ, ਪਾਰਟੀਆਂ ਦੋਵੇਂ ਹੀ ਹੈਗੀਆਂ। ਇੰਡੀਆ 'ਚ ਮਲਟੀ ਪਾਰਟੀ ਸਿਸਟਮ ਆ, ਜਿਹੜੀਆਂ ਬਾਕੀ ਕੰਟਰੀਆਂ ਨੇ, ਬਰਤਾਨੀਆ ਹੋ ਗਿਆ ਜਾਂ ਆਪਣਾ ਕੈਨੇਡਾ ਹੋ ਗਿਆ, USA ਹੋ ਗਈਆਂ, ਇਹ ਸਿੰਗਲ ਪਾਰਟੀ ਜਾਂ 2 ਪਾਰਟੀ ਦਾ ਹੈਗਾ ਪਰਪਸ ਇੱਥੇ। ਸਾਡੇ ਤਾਂ ਹੈਗਾ ਇੱਕ ਪਾਰਟੀ 'ਚੋਂ ਛਲਾਂਗ ਮਾਰੀ, ਦੂਜੀ ਜਾ ਵੜੇ, ਦੂਜੀ 'ਚੋਂ ਤੀਜੀ 'ਚ ਜਾ ਵੜੇ, ਸਾਡੇ ਨਹੀਂ ਪਤਾ ਲੱਗਦਾ ਕੌਣ ਕਿੱਥੇ ਹੈ ਅਤੇ ਕੀ ਹੈਗਾ। ਕਈ ਵਾਰੀ ਤੁਹਾਨੂੰ ਮਿਕਸ ਹੀ ਹੋ ਜਾਂਦਾ, ਯਾਰ ਇਹ ਤਾਂ ਕੱਲ੍ਹ ਆ ਕਾਂਗਰਸ 'ਚ, ਤਾਂ ਅੱਜ ਅਕਾਲੀ ਦਲ 'ਚ ਕਿੱਦਾਂ ਘੁੰਮ ਰਿਹਾ। ਅਕਾਲੀ ਦਲ ਵਾਲੇ ਜਿਹੜੇ ਆ ਉਹ BJP 'ਚ ਆ ਜਾਂਦੇ ਆ, ਇਹਨਾਂ ਦਾ ਨਹੀਂ ਸਮਝ ਆਉਂਦੀ ਕਿੱਧਰ ਤੁਰੇ ਫਿਰਦੇ। ਉਹਨਾਂ ਦੀਆਂ 2 ਮੇਜਰ ਪਾਰਟੀਆਂ, ਇੱਕ ਵਿਰੋਧੀ ਪਾਰਟੀ ਹੈ, ਇੱਕ ਰੂਲਿੰਗ ਪਾਰਟੀ ਹੈ। ਇਹ ਸਾਰੀ ਉਹਨਾਂ ਦੀ ਜਿਹੜੀ ਪੋਲੀਟੀਕਲ ਪੋਜੀਸ਼ਨ ਹੈ, ਉਹਦੇ 'ਚ ਬੜੀ ਸਿੱਧੀ ਔਰ ਸਾਦੀ ਜਿਹੜੀ ਪੋਲੀਟਿਕਸ ਹੈਗਾ। ਸਾਡੇ ਤਾਂ ਮਲਟੀ ਸਿਸਟਮ ਹੋਣ ਕਰਕੇ ਸਮਝ ਘੱਟ ਆਉਂਦੀ ਆ। ਇਸ ਵੇਲੇ ਮੌਜੂਦਾ ਜਿਹੜੀ BJP ਹੈ, ਇਹਨਾਂ 'ਤੇ ਚਲੋ ਵਾਗਡੋਰ ਸੰਭਾਲੀ ਹੈ, ਇਹ ਮੈਜੋਰਟੀ 'ਚ ਹੀ ਹੈਗੀ ਪਾਰਟੀ। ਔਰ ਛੋਟੀਆਂ ਮੋਟੀਆਂ ਪਾਰਟੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਰੀਜਨਲ ਪਾਰਟੀਆਂ, ਖੇਤਰੀ ਪਾਰਟੀਆਂ, ਉਹ ਉਹਨੇ 'ਚ ਉਹਨਾਂ ਦਾ ਦਾਰੋਮਦਾਰ ਹੁੰਦਾ। ਹੁਣ ਜਿਸ ਤਰ੍ਹਾਂ ਆਪਣੇ ਐਗਜ਼ਾਮਪਲ ਦੇ ਤੌਰ 'ਤੇ ਆਪ ਹੈ, ਅਜੇ ਤਾਂ ਰੀਜਨਲ ਪਾਰਟੀ ਹੈ, ਨੈਸ਼ਨਲ ਪਾਰਟੀ ਨਹੀਂ ਬਣ ਸਕੀ। ਉਹ ਬਾਕੀ ਜਿਹੜੀਆਂ ਹੁਣ ਸਟੇਟਾਂ ਦੀਆਂ ਹੋਣਗੀਆਂ, ਉੱਥੇ ਪਤਾ ਲੱਗੂ ਵੀ ਇਹ ਕੀ ਗੁਲ ਖਿਲਾਉਂਦੀ ਹੈ। ਯੈਸ, ਹਰਿਆਣਾ ਵਿੱਚ ਸੀਗੇ ਗਿਆ ਲਾਲ ਜੀ। ਇਹ 1966 ਦੀ ਹੈ ਸ਼ਾਇਦ ਗੱਲ। ਤੇ ਉਦੋਂ 14 ਦਿਨਾਂ ਦੇ ਅੰਦਰ ਉਹਨਾਂ ਨੇ 2-3 ਪਾਰਟੀਆਂ ਬਦਲੀਆਂ। ਕਾਂਗਰਸ ਚੋਂ ਗਏ ਯੂਨਾਈਟਿਡ ਫਰੰਟ, ਫਿਰ ਯੂਨਾਈਟਿਡ ਫਰੰਟ ਤੋਂ ਬਾਅਦ ਫਿਰ ਕਾਂਗਰਸ। ਰਾਤੋਂ ਰਾਤ 14 ਦਿਨਾਂ ਦੇ ਅੰਦਰ 3 ਪਾਰਟੀਆਂ ਬਦਲੀਆਂ, ਤੇ ਉਹ
ਉੱਥੋਂ ਇੱਕ ਟਰਮ ਬਣ ਗਈ, ਉਹ ਗਿਆ ਲਾਲ ਸੀ ਤੇ ਆਇਆ ਰਾਮ ਗਿਆ ਰਾਮ, ਹਾਂ, ਗਿਆ ਇਹ- ਰਾਮ ਆਇਆ ਰਾਮ। ਇਹ ਹਾਲ ਆ ਸਾਡੇ। ਤਾਂ 80s ਤੋਂ ਬਾਅਦ ਇੱਕ ਕਾਨੂੰਨ ਵੀ ਆਇਆ ਭਾਰਤ ਦੇ ਵਿੱਚ ਕਿ ਤੁਸੀਂ ਇਸ ਚੀਜ਼ ਦੇ ਉੱਤੇ ਨਕੇਲ ਕੱਸੋ ਕਿ ਇਦਾਂ ਨਹੀਂ ਆਪੇ ਹੋਣਾ ਬਾਹਰ ਚਾਹੀਦਾ, ਪਰ ਉਹ ਕਾਨੂੰਨ ਦੀਆਂ ਧੱਜੀਆਂ ਉਡਾਉਣ 'ਚ ਅਸੀਂ ਮਾਹਿਰ ਹਾਂ, ਤੁਹਾਨੂੰ ਪਤਾ ਹੀ ਆ ਜਿੱਦਾਂ ਅਸੀਂ ਚੱਲਦੇ ਹਾਂ। ਹਾਂ। ਨਵੀਆਂ ਉਹਦੇ ਵਿੱਚੋਂ ਤੋੜ ਮਰੋੜ ਦੀਆਂ ਨੀਤੀਆਂ ਕੱਢਦੇ ਆ ਕਿ ਇੰਨੇ % ਜੇ ਇਕੱਠੇ ਵਿਧਾਇਕ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਜਾਣ ਤਾਂ ਉਹ ਇਹ ਰੂਲ ਲਾਗੂ ਨਹੀਂ ਹੁੰਦਾ, ਇਸ ਕਰਕੇ ਇੰਨੇ ਹਾਰਸ ਟ੍ਰੇਡਿੰਗ ਕੀਤੀ ਜਾਵੇ, ਇੰਨੇ ਬੰਦੇ ਤੋੜ ਕੇ ਆਪਣੀ ਪਾਰਟੀ 'ਚ ਲਿਆਏ ਜਾਣ ਤਾਂ ਕਿ ਸਾਡੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ। ਬੜੇ ਸ਼ਾਤਿਰ ਦਿਮਾਗ ਨੇ ਔਰ ਬੜੀਆਂ ਨਵੀਆਂ ਚਾਲਾਂ ਚੱਲਦੇ ਇਦਾਂ ਹੁੰਦਾ। ਮਹਾਰਾਸ਼ਟਰ 'ਚ ਕਾਨੂੰਨ ਕੀ ਨੂੰ ਹੋਇਆ ਤੋੜਦੇ ਸੀ? ਨੇ। ਮਹਾਰਾਸ਼ਟਰ 'ਚ ਦੇਖੋ ਕੀ ਹੋਇਆ ਸੀ, ਰਾਤੋਂ ਰਾਤ ਕਿੰਨੇ MLA ਕਿੱਧਰ ਦੀ ਕਿੱਧਰ ਗਏ, ਹੋਟਲਾਂ 'ਚ ਰਹੇ, ਖਰੀਦੇ ਗਏ। ਉਹੀ ਪੰਜਾਬ 'ਚ ਵੀ ਹੋਣ ਲੱਗਾ ਸੀਗਾ। Yes. ਮਤਲਬ ਕੀ ਹੈਗਾ, ਕੁਰਸੀ ਹਥਿਆਉਣ ਲਈ ਪੈਸਾ ਜਾਂਦਾ ਤੇ ਜਾਣ ਦਿਓ। ਐਟਲੀਸਟ ਸ਼ੋ ਸਮ ਐਥਿਕਸ। ਯੈਸ, ਤੁਹਾਨੂੰ ਚੁਣਿਆ ਹੈ, ਹਾਂ। ਕੁਝ ਨਾ ਕੁਝ ਗੁਣ ਆਪਣੇ ਸ਼ੋ ਕਰੋ, ਹਾਂ। ਕੁਝ ਐਥਿਕਸ ਸ਼ੋ ਕਰੋ, ਕੋਈ ਮਰਿਆਦਾ, ਕੋਈ ਸੰਸਕਾਰ ਸ਼ੋ ਕਰੋ। ਇਹ ਨਹੀਂ ਕਿ ਸਕਸੈਸ ਐਟ ਐਨੀ ਕਾਸਟ ਵਾਲਾ ਫਾਰਮੂਲਾ ਲੈ ਕੇ ਤੁਰਦੇ ਪਏ ਹੋ। ਤਾਂ ਨਵੀਂ ਜਨਰੇਸ਼ਨ ਕੀ ਸਿੱਖੇਗੀ, ਆਉਣ ਵਾਲੀ ਪੀੜ੍ਹੀ ਕੀ ਸਿੱਖੇਗੀ ਕਿ ਸਾਡੇ ਬਜ਼ੁਰਗ ਕੀ ਕਰਦੇ ਫਿਰਦੇ ਨੇ, ਇਹ ਕੀ ਨਸੀਹਤ ਦੇਣਗੇ? ਇਹੀ ਆਪਣੇ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਇਹੀ ਹੋ ਰਿਹਾ। ਇਹੀ ਕੁਝ ਪਾਕਿਸਤਾਨ 'ਚ ਵੇਖ ਲਓ ਕਿੰਨਾ ਰੌਲਾ ਪਿਆ, ਕਿੰਨਾ ਦੇ ਗੋ ਟੂ ਐਨੀ ਐਕਸਟੈਂਟ। ਸਾਰੀਆਂ ਕੰਟਰੀਆਂ 'ਚ ਇਹੀ ਕੁਝ ਹੁੰਦਾ। ਪਰ ਜਿਹੜੀਆਂ ਸੁਲਝੀਆਂ ਕੰਟਰੀਆਂ ਨੇ, ਡਿਵੈਲਪ ਕੰਟਰੀਆਂ ਹੈਗੀਆਂ, ਉੱਥੇ ਇਦਾਂ ਦੀ ਚੀਜ਼ ਨਹੀਂ ਨਜ਼ਰ ਆਊਗੀ ਵੇਖਣ ਲਈ। ਇੱਕ ਜੈਂਟਲਮੈਨ ਬਿਹੇਵੀਅਰ ਹੋਣਾ ਚਾਹੀਦਾ। ਇਹ ਕੀ ਚੱਲਦਾ ਪਿਆ? ਕਈ ਵਾਰ ਬੰਦਾ ਸੋਚਦਾ ਕਿ ਮੈਂ ਇਹਨੂੰ ਮੈਂ ਕੀ ਡਿਸਕਸ ਕਰਾਂ, ਕੀ ਕਰਦੇ ਪਏ। ਇਹ ਜੈਂਟਲਮੈਨ ਨਹੀਂ, ਮੈਂਟਲਮੈਨ ਦਾ ਸਾਰਾ ਕੁਝ ਹੁੰਦਾ। ਮੈਂਟਲਮੈਨ ਬਿਹੇਵੀਅਰ। ਚਲੋ ਅੱਗੇ ਚੱਲਦੇ ਆ ਜੀ। G20 ਸਿਖਰ ਵਾਰਤਾ ਵਿੱਚ ਜਿਹੜਾ ਸਿਖਰ ਸੰਮੇਲਨ ਹੋਣਾ ਹੈ, ਉਹਦੇ 'ਚ 3 ਅਹਿਮ ਮੁੱਦੇ ਲੈ ਕੇ ਸ਼ਾਮਿਲ ਹੋਣਗੇ PM ਨਰਿੰਦਰ ਮੋਦੀ। ਗੁੱਡ, ਕਿਉਂਕਿ ਇਹਨਾਂ ਨੇ ਪਹਿਲਾਂ ਗਿਣਮਿਤ ਲਏ ਕਿਹੜੇ ਮੁੱਦੇ ਹੈਗੇ ਇਹਨਾਂ ਦੇ, ਔਰ ਇਹਨਾਂ ਦੇ ਮੇਰੇ ਖਿਆਲ ਵਪਾਰਕ ਮੁੱਦੇ ਕੁਝ ਹੈਗੇ ਆ, ਕੁਝ એનર્ਜੀ ਜਿਹੜੀ ਹੈਗੀ ਹੈ ਸੇਵ ਕਰਨੀ ਉਹਦੇ ਨਾਲ ਹੈਗੇ ਆ, ਕੁਝ ਪੋਲੂਸ਼ਨ ਦੇ ਨਾਲ ਕੁਝ ਹੈਗੇ ਆ, ਕੁਝ ਇਹਨਾਂ ਨੇ ਸੋਚਿਆ ਕਿ ਜਿਹੜੇ ਸੁਰੱਖਿਆ, ਜਿਹੜੀ ਸਿਕਿਉਰਿਟੀ ਹੈ ਪੂਰੀ ਗਲੋਬਲਾਈਜੇਸ਼ਨ ਦੇ ਨਾਲ, ਉਹ ਇਹਨਾਂ ਨੇ ਉਹ ਡਿਸਕਸ ਕਰਨਾ। ਔਰ ਅੱਛੇ ਬੁਲਾ ਰਹੇ ਆ, ਅੱਛਾ ਸਪੀਕਰ ਆ ਔਰ ਅੱਛਾ ਮੁੱਦਾ ਲੈ ਕੇ ਜਾ ਰਹੇ ਆ। ਉੱਧਰੋਂ ਫਿਰ ਰਸ਼ੀਅਨ ਤੇ ਪ੍ਰੈਜ਼ੀਡੈਂਟ ਨਹੀਂ ਆ ਰਹੇ, ਪੁਤਿਨ ਜੀ ਨਹੀਂ ਪਹੁੰਚ ਰਹੇ, ਉਹਨਾਂ ਨੇ ਬਾਈਕਾਟ ਕੀਤਾ ਹੈਗਾ। ਉਹਨਾਂ ਦਾ ਰਿਪਰੈਜ਼ੈਂਟੇਟਿਵ ਆਏਗਾ, ਰਿਪਰੈਜ਼ੈਂਟੇਟਿਵ, ਹਾਂ ਉਹ ਆ ਜਾਏਗਾ, ਉਹ ਕਿਉਂਕਿ ਉਹਨਾਂ ਕੋਲ ਪੁਆਇੰਟ ਲੈ ਕੇ ਬਿਕੋਜ਼ ਯੁੱਧ ਛਿੜਿਆ ਹੋਇਆ, ਯੁੱਧ 'ਚ ਇਨਵੋਲਵ ਨੇ ਔਰ ਰਾਜਧਾਨੀ ਛੱਡਣਾ ਇਸ ਵਕਤ ਇੱਕ ਰੂਲਰ ਵਾਸਤੇ ਠੀਕ ਨਹੀਂ ਹੋਏਗਾ। ਉਹ ਕਿਹੜਾ ਆਪ ਲੜਦੇ ਡਿਫੈਂਸ ਆ। ਐਨੀਵੇ ਬਟ ਹੀ ਸ਼ੁੱਡ ਬੀ ਦੇਅਰ। ਕਮਾਂਡ ਉਹਨਾਂ ਦੇ ਹੱਥ 'ਚ, ਕਮਾਂਡ ਤਾਂ ਉਹਨਾਂ ਦੇ ਹੱਥ 'ਚ ਹੈ ਨਾ, ਯੂਕਰੇਨ ਦੇ ਸਾਰਾ ਕੁਝ, ਕਿਉਂਕਿ ਉਹ ਸਾਰੀ ਬੈਕਗ੍ਰਾਉਂਡ ਉਹਨਾਂ ਦੀ ਫੌਜੀ ਦੀ ਬੈਕਗ੍ਰਾਉਂਡ ਹੈ ਔਰ ਖੁਫੀਆ ਏਜੰਸੀ ਦੇ ਵਿੱਚ ਰਹੇ ਨੇ ਔਰ ਬੜੇ ਵੱਡੇ ਅਹੁਦਿਆਂ ਤੇ ਰਹੇ ਨੇ। ਬੜੇ ਅੱਜ ਦੇ ਕਿਤੇ ਬਹੁਤ ਮਹਾਨ ਲੀਡਰ ਹੈ। ਇਹਨਾਂ ਨੇ ਕਦੋਂ ਦੀ ਕਮਾਂਡ ਸੰਭਾਲੀ ਆ ਔਰ ਜਦੋਂ ਤੋਂ ਵੀ ਚੱਲਿਆ ਰਸ਼ੀਆ ਨੂੰ ਇਹਨਾਂ ਨੇ ਸਿਖਰਾਂ ਤੇ ਲਿਜਾਣ ਦੇ, ਕਿਉਂਕਿ ਸਕੈਟਰ ਹੋ ਗਿਆ, ਇਹ ਖਿਲਰ ਗਿਆ ਹੈਗਾ ਰਸ਼ੀਆ ਇੱਕ ਟਾਈਮ ਤੇ, ਔਰ ਇਹਨੂੰ ਫਿਰ ਯੂਨਾਈਟ ਕਰਕੇ ਇਹਨਾਂ ਨੇ, ਔਰ ਕਿੰਨਾ ਵੱਡਾ ਕੰਟਰੀ ਇਹਨੂੰ ਯੂਨਾਈਟ ਕਰਕੇ ਫਿਰ ਪਾਵਰਫੁਲ ਬਣਾਇਆ। ਪਰ ਅਜੇ ਵੀ ਰੱਜ ਨਹੀਂ ਆਉਂਦਾ, ਇੰਨਾ ਵਿਸਤਾਰ ਹੈ, ਸਭ ਤੋਂ ਵੱਡਾ ਕੰਟਰੀ ਹੈ। ਅਜੇ ਵੀ ਗੁਆਂਢੀ ਜਿਹੜੇ ਰਾਜ ਨੇ ਜਾਂ ਦੇਸ਼ ਪ੍ਰਦੇਸ਼ ਨੇ, ਉਹਨਾਂ ਨੂੰ ਕਹਿੰਦੇ ਆਪਣੇ ਜੱਫੇ 'ਚ ਲੈ ਲਈਏ, ਉਹਨਾਂ ਨੂੰ ਫਿਰ ਇਕੱਠਾ ਕਰੀਏ। ਯੂਕਰੇਨ ਨਾਲ ਇਸੇ ਕਰਕੇ ਲੜਾਈ ਇਹਨਾਂ ਦੀ ਹੋਈ ਹੈ, ਇਸੇ ਕਰਕੇ ਕਿ ਉਹਨਾਂ ਦਾ ਕੁਝ ਏਰੀਆ ਇਹਨਾਂ ਨੇ ਹਥਿਆਇਆ ਸੀਗਾ, ਉਹਨੂੰ ਆਪਣੇ ਅੰਡਰ ਰੱਖਣਾ ਚਾਹੁੰਦੇ ਸੀ। ਨਾਟੋ ਦਾ ਰੀਜ਼ਨ ਵੀ ਹੈ ਨਾ, ਕਿਉਂਕਿ ਨਾਟੋ ਬਿਲਕੁਲ ਉਹਨਾਂ ਦੇ ਜੜ੍ਹਾਂ ਜਾ ਕੇ ਬਹਿ ਜਾਂਦਾ ਹੈ। ਬਸ ਉਸੇ ਕਰਾਂਗੇ, ਉਹ ਇਸ ਕਰਕੇ ਉਹ ਜ਼ਿਆਦਾ ਖਤਰਾ ਪੈਦਾ ਹੋ ਜਾਂਦਾ ਹੈ। ਫਿਰ ਵੀ ਚਲੋ ਇਸ ਗੱਲ ਤੋਂ ਖਤਰਾ ਟਲ ਗਿਆ ਕਿ ਜਿਹੜੀ ਵਰਲਡ ਵਾਰ ਦਾ ਖਤਰਾ ਸੀਗਾ, ਉਹ ਥੋੜ੍ਹਾ ਜਿਹਾ ਖਤਰਾ ਦੂਰ ਹੋ ਗਿਆ। ਤਦ ਲੋਕ ਮਰੇ ਵੀ ਆ, ਨੁਕਸਾਨ ਹੋਇਆ ਵੀ ਹੈਗਾ। ਵੱਡੇ ਕੰਟਰੀ ਦੇ ਅੱਗੇ ਛੋਟੇ ਕੰਟਰੀ ਦਾ ਅੜਨਾ, ਟਕਰਾਉਣਾ ਜਾਂ ਲੜਾਈ ਕਰਨਾ ਔਖਾ ਹੁੰਦਾ। ਨਾਲੇ ਉਸ ਯੁੱਗ ਵਿੱਚ ਜਦੋਂ ਐਟਮ ਹੁੰਦਾ ਸਾਰੇ ਪਾਸੇ, ਜਦੋਂ ਮਿਜ਼ਾਈਲਾਂ ਚੱਲਦੀਆਂ ਚਾਰੇ ਪਾਸੇ, ਹੁਣ ਇਹਨਾਂ ਨੂੰ ਬਚਾਉਣ ਲਈ ਤਾਂ ਅਮਰੀਕਾ USA ਉਹਨਾਂ ਦੀ ਪਿੱਠ ਪਿੱਛੇ ਹੈਗਾ ਹੀ ਯੂਕਰੇਨ ਦੇ। ਉਹਦੇ ਵਿੱਚ ਵੀ ਆ ਸਿਖਰ ਸੰਮੇਲਨ 'ਚ ਮੇਰਾ ਹੁਣ ਇਹ ਗੱਲਾਂ ਹੋਣਗੀਆਂ। ਇੰਡੋਨੇਸ਼ੀਆ ਦਾ ਬਾਲੀ ਸਿਟੀ ਹੈ ਕੈਪੀਟਲ, ਉੱਥੇ ਡਿਸਕਸ ਹੋ ਰਿਹਾ ਔਰ ਉਹਦੇ ਵਿੱਚ ਖਾਸ ਤੌਰ 'ਤੇ ਮੁੱਦੇ ਯੂਕਰੇਨ ਤੇ ਰਸ਼ੀਆ ਵਾਲੇ ਹੋਣਗੇ। ਔਰ ਤੇ ਜਵਾਬ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਪ੍ਰਤੀਨਿਧ ਜਾ ਰਿਹਾ, ਉਹ ਜਵਾਬ ਦੇਗਾ ਜੋ ਕੁਛ ਹੈਗਾ। ਖਾਸ ਤੌਰ 'ਤੇ ਜਿਹੜਾ ਜੋ ਵੀ ਮਸਲਾ ਹੈ ਰਿਵਾਲਵ ਇਹਦੇ 'ਤੇ ਹੋਊਗਾ, ਇਸੇ 'ਤੇ ਘੁੰਮੇਗਾ। ਸਾਰੇ ਕੰਟਰੀਆਂ ਨੂੰ ਇਹਦਾ ਖਤਰਾ ਵੀ ਨਜ਼ਰ ਆ ਰਿਹਾ ਔਰ ਨੁਕਸਾਨ ਵੀ ਹੋ ਰਿਹਾ। ਵਪਾਰ ਵੀ ਰੁਕ ਗਏ ਲੋਕਾਂ ਦੇ, ਸਟੱਡੀ ਵੀ ਰੁਕ ਗਈ ਬਹੁਤ ਬੱਚਿਆਂ ਦੀ। ਇੰਡੀਆ 'ਚ ਪੰਜਾਬ 'ਚ ਲੋਕ ਬੱਚੇ ਕਿੰਨੇ ਆ ਕੇ ਮੈਡੀਕਲ ਸਾਇੰਸ ਦੇ ਆ ਕੇ ਬੈਠ ਗਏ, ਜਿਹੜੇ MBBS ਕਰਨ ਗਏ ਸੀ ਉੱਥੇ। ਪਰ ਪੰਜਾਬ ਗੌਰਮੈਂਟ ਨੇ ਅਜੇ ਉਹਨਾਂ ਨੂੰ ਬਾਂਹ ਨਹੀਂ ਫੜੀ, ਉਹ ਵਿਚਾਰੇ ਅਜੇ ਉਸੇ ਤਰ੍ਹਾਂ ਕੰਧਾਂ ਨਾਲ ਵੱਜ ਰਹੇ ਆ। ਉਹ ਬੱਚਿਆਂ ਦਾ ਪੈਸਾ ਖਰਚ ਹੋਇਆ, ਇੰਨਾ ਕੁਛ ਹੋਇਆ, ਮਾਂ ਪਿਓ ਦੁਖੀ ਆ, ਇਸ ਕਰਕੇ ਦੁਖੀ ਆ, ਫੀਸਾਂ ਦਿੱਤੀਆਂ ਪਈਆਂ ਜੀ ਤੇ ਕਿੱਦਾਂ ਐਮਰਜੈਂਸੀ 'ਚ ਵਾਪਸ ਆਏ ਆ। ਸੋ ਉਹ ਤਾਂ ਹੈ, ਇੱਕ ਆਈਡੀਆ ਹੈ ਉਹ ਵੀ। ਔਰ ਹੁਣ ਆਪਾਂ ਆਪਣੇ ਜੋ ਇਹ G20 ਸੰਮੇਲਨ, ਇਹਦੇ 'ਚ ਜਿਹੜੇ 3 ਅਹਿਮ ਮੁੱਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਇੱਕ ਤਾਂ ਸਿਕਿਉਰਿਟੀ ਦੀ ਗੱਲ ਤੇ ਹੈ ਹੀ ਹੈ। ਵਾਰਸ ਕਰਕੇ ਵੀ ਸਿਕਿਉਰਿਟੀ ਚਾਹੀਦੀ ਹੈ ਔਰ ਉਂਝ ਵੀ ਦੇਖੋ ਲਾਈਫ ਜੀਣੀ ਹੈ ਨਾ, ਉਹ ਬਿਲਕੁਲ ਰਿਸਕ ਪੁਆਇੰਟ ਤੇ, ਲਿਵਿੰਗ ਔਨ ਦਾ ਐਜ ਜਿਹਨੂੰ ਆਪਾਂ ਕਹਿੰਦੇ ਆ।
ਔਰ ਹਿਊਮਨ ਲਾਈਫ ਮੈਟਰਸ ਦੇ ਬਾਰ-ਬਾਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲਾਂ ਹੁੰਦੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਕਿਉਂਕਿ ਇੱਕ ਤਾਂ ਮਹਿੰਗਾਈ ਦੀ ਮਾਰ ਹੈ, ਇੱਕ ਕੰਡੀਸ਼ਨਸ ਇਦਾਂ ਦੀਆਂ ਨੇ ਜਿਹੜੀਆਂ ਹਿਊਮਨ ਕੰਡੀਸ਼ਨਸ ਹੀ ਨਹੀਂ ਹੈਗੀਆਂ ਜਿੱਦਾਂ ਲੋਕ ਸਰਵਾਈਵ ਕਰਦੇ ਪਏ, ਉਹ ਸਾਰੀਆਂ ਗੱਲਾਂ ਆ ਜਾਂਦੀਆਂ। ਦੂਸਰਾ એનર્ਜੀ ਦੀ ਗੱਲ, ਕਿਉਂਕਿ એનર્ਜੀ ਦੇ ਵਾਸਤੇ ਕੋਈ ਨਾ ਕੋਈ ਆਲਟਰਨੇਟਿਵ ਸਾਨੂੰ ਲੱਭਣਾ ਪਏਗਾ। ਜਦੋਂ ਤੱਕ ਅਸੀਂ ਗੈਸ, ਨੈਚੁਰਲ ਗੈਸ ਔਰ ਨੈਚੁਰਲ ਪੈਟਰੋਲੀਅਮ ਦੇ ਉੱਤੇ ਬੇਸ ਕਰਦੇ ਹਾਂ, ਉਦੋਂ ਤੱਕ ਮੋਨੋਪੋਲੀ ਚੱਲੂਗੀ ਔਰ ਦੇਸ਼ ਦੇ ਅੰਦਰ, ਦੁਨੀਆ ਦੇ ਅੰਦਰ ਇਹੀ ਹਾਲਾਤ ਚੱਲਣਗੇ। ਕਿਤੇ ਯੁੱਧ ਛਿੜਿਆ ਹੋਇਆ ਹੈ, ਕਿਤੇ ਕੋਈ ਜੰਗ ਲੱਗੀ ਹੋਈ ਹੈ, ਕਿਤੇ ਯੁੱਧ ਦੇ ਆਸਾਰ ਬਣੇ ਹੋਏ ਨੇ। ਜਿਵੇਂ ਹੁਣ ਰਸ਼ੀਆ ਦੇ ਕੋਲ ਨੈਚੁਰਲ ਗੈਸ, ਨੈਚੁਰਲ ਪੈਟਰੋਲੀਅਮ ਹੈ, ਉਹ ਯੂਰਪ ਦੀਆਂ ਜੜ੍ਹਾਂ ਤੱਕ ਪਹੁੰਚਿਆ ਹੋਇਆ, ਉਹ ਸਪਲਾਈ ਨੂੰ ਲੈ ਕੇ, ਉਹ ਸਪਲਾਈ ਕਰ ਰਿਹਾ ਪੂਰੇ ਵਰਲਡ ਨੂੰ। ਉਹ ਪੈਸਾ ਜਿਹੜਾ ਹੈ ਯੁੱਧ 'ਚ ਕੰਮ ਆਉਂਦਾ ਹੈ। ਹਾਲਾਂਕਿ ਅਮਰੀਕਾ ਨੇ ਕੈਪਿੰਗ ਕੀਤੀ ਕਿ ਇਸ ਤੋਂ ਵੱਧ ਤੁਸੀਂ ਪ੍ਰਾਈਸ ਨਹੀਂ ਰੱਖ ਸਕਦੇ, ਫਿਰ ਉਹ ਫਾਈਨੈਂਸ ਨਹੀਂ ਮਿਲੇਗਾ ਤੁਹਾਨੂੰ ਯੁੱਧ ਦੇ ਵਾਸਤੇ। ਬਟ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਭ ਕੰਪਰੋਮਾਈਜ਼ਸ ਵੀ ਹੋ ਜਾਂਦੇ ਨੇ, ਕਿਤੇ ਨਾ ਕਿਤੇ ਜਾ ਕੇ ਸੈਟਲਮੈਂਟਸ ਵੀ ਹੋ ਜਾਂਦੀਆਂ ਨੇ, ਚੱਲੀ ਜਾ ਰਿਹਾ। ਬਟ ਜਦੋਂ ਆਲਟਰਨੇਟਿਵਸ ਤੁਸੀਂ ਦੇਖ ਲੈਂਦੇ ਹੋ એનર્ਜੀ ਦੇ, ਸੂਰਜ ਦੀ ਧੁੱਪ ਤੋਂ એનર્ਜੀ ਪੈਦਾ ਕਰਨਾ, ਹਵਾ ਤੋਂ એનર્ਜੀ ਪੈਦਾ ਕਰਨਾ, ਸੋਲਰ એનર્ਜੀ, ਪਾਣੀ ਤੋਂ એનર્ਜੀ ਪੈਦਾ, ਹੋਰ ਵੀ ਕਈ ਸਿਸਟਮਸ ਹੋ ਸਕਦੇ ਨੇ। ਨੈਚੁਰਲ ਜਿਹੜੀ ਇਹ ਰਿਸੋਰਸ ਹੈਗੇ ਆ, ਸਾਧਨ ਜਿਹੜੇ ਕੁਦਰਤੀ ਸਾਧਨਾਂ ਤੋਂ, ਹਵਾ ਤੋਂ, ਕੁਦਰਤੀ ਸਾਧਨਾਂ ਤੋਂ ਜਿਹੜੀ એનર્ਜੀ ਲੈਣੀ। ਫਿਰ ਕੀ ਹੁੰਦਾ ਕਿ ਤੁਸੀਂ ਡਿਪੈਂਡੈਂਸੀ ਤੁਹਾਡੀ ਘਟ ਜਾਂਦੀ ਹੈ, ਤੁਸੀਂ ਨਿਰਭਰ ਨਹੀਂ ਹੁੰਦੇ ਕਿਸੇ ਦੂਸਰੇ ਤੇ, ਤੁਸੀਂ ਆਤਮ ਨਿਰਭਰ ਹੋਣਾ ਸ਼ੁਰੂ ਕਰਦੇ ਹੋ। ਉਦੋਂ ਫਿਰ ਤੁਸੀਂ ਇਨਵੋਲਵ ਨਹੀਂ ਹੁੰਦੇ ਜ਼ਿਆਦਾਤਰ ਰਿਸਕੀ ਮਾਮਲਿਆਂ ਦੇ ਵਿੱਚ, ਤੁਸੀਂ ਆਪਣੀ ਸੇਫਟੀ ਖੁਦ ਸੋਚ ਸਕਦੇ ਹੋ। ਇੱਥੇ ਕੀ ਹੁੰਦਾ ਕਿ ਕਈ ਬਿਜ਼ਨਸ ਆਬਲੀਗੇਸ਼ਨਸ ਹੋ ਜਾਂਦੀਆਂ ਨੇ, ਕਿਉਂਕਿ ਤੁਸੀਂ ਦੂਜੇ ਦੇ ਉੱਤੇ ਡਿਪੈਂਡ ਕਰਦੇ ਪਏ ਹੋ, ਤੁਹਾਡੀ ਇਕਨੋਮੀ ਦੂਜੇ ਦੀ એનર્ਜੀ ਦੇ ਉੱਤੇ ਰਨ ਕਰਦੀ ਪਈ ਆ। ਇਸ ਕਰਕੇ ਕਈ ਥਾਂ ਦੇ ਉੱਤੇ ਤੁਹਾਨੂੰ ਉਹਨਾਂ ਦੇ ਨਾਲ ਖੜੇ ਹੋਣਾ ਪੈਂਦਾ, ਸ਼ੋਅ ਕਰਨਾ ਪੈਂਦਾ ਉਹਨਾਂ ਦੇ ਨਾਲ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਫੋਰ ਐਗਜ਼ਾਮਪਲ, ਯੂਕਰੇਨ ਦੇ ਵਿੱਚ ਇੰਡੀਆ ਵੱਲੋਂ ਕੋਈ ਸਟੇਟਮੈਂਟ ਨਹੀਂ ਜਾ ਰਹੀ, ਠੀਕ ਹੈ ਨਾ, ਹਾਲਾਂਕਿ ਉੱਥੋਂ ਦੇ ਲੋਕ ਐਕਸਪੈਕਟ ਕਰ ਰਹੇ ਸੀ ਕਿ ਕੁਝ ਨਾ ਕੁਝ ਅਜਿਹਾ ਹੋਵੇ। ਕਿਸੇ ਪਾਸੇ ਨਹੀਂ ਰਹੇ, ਨਾ ਤਾਂ ਰਸ਼ੀਆ ਪਾਸੇ ਇਹਨਾਂ ਨੇ ਕੋਈ ਹਾਮੀ ਭਰੀ ਹੈ ਤੇ ਨਾ ਇਹ ਯੂਕਰੇਨ ਲਈ। ਇਹ ਅਜੇ ਤੇ ਨਿਊਟਰਲ ਜਿਹੜਾ ਨਾ, ਜਿੱਦਾਂ ਉਹ ਨਿਊਟਰਲ ਗੇਅਰ ਲਾ ਕੇ ਬੈਠੇ ਆ, ਇਹਦੇ ਵਿੱਚ ਕੁਝ ਕਿਸੇ ਪਾਸੇ ਨਹੀਂ ਜਾਣਾ, ਨਾ ਬੈਕ ਨਾ ਫਰੰਟ, ਕਿਸੇ ਪਾਸੇ। ਬਿਕੋਜ਼ ਰਸ਼ੀਆ ਤੋਂ ਵੈਪਨਰੀ ਸਾਇੰਸ ਦੀ ਵੀ ਸਪੋਰਟ ਹੈ, ਨਾਲ ਦੇ ਨਾਲ ਇਹ ਜੋ ਨੈਚੁਰਲ ਗੈਸ ਐਂਡ ਪੈਟਰੋਲੀਅਮ ਦੀ ਉਹਨਾਂ ਨਾਲ ਵੀ ਸੰਬੰਧ ਵਿਗੜਾਉਣੇ ਨੂੰ ਸਾਹਮਣੇ ਰੱਖ ਕੇ ਚੱਲਣਾ ਪੈਂਦਾ। ਇਸੇ ਕਰਕੇ ਇਹ ਦੇਖ ਰਹੇ, ਕਈ ਚੀਜ਼ਾਂ ਆ ਜਾਂਦੀਆਂ ਨੇ। ਗਲਤ ਹੈਗੀ ਇਹਨਾਂ ਦੀ ਪਾਲਿਸੀ, ਵਧੀਆ ਹੈ, ਇਹਨਾਂ ਨੇ ਇਸ ਵੇਲੇ ਕਿਸੇ ਜਮਾਤ 'ਚ ਆਪਣਾ ਸ਼ਾਮਲ ਨਹੀਂ ਕੀਤਾ ਆਪਣੇ ਆਪ ਨੂੰ। ਇਹ ਚਾਹ ਰਿਹਾ ਕਿ ਅਸੀਂ ਇਹ ਕਰੀਏ ਕੰਮ ਜਿਸ 'ਚ ਦੋਵੇਂ ਦੇਸ਼ ਖੁਸ਼ ਰਹਿਣ ਅਤੇ ਖੁਸ਼ੀ ਦੇ ਨਾਲ ਅਸੀਂ ਆਪਣਾ ਕੰਮ ਕਰੀਏ। ਪਰ ਇਸ ਵੇਲੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਆਪਣੇ ਪਹੁੰਚ ਰਹੇ ਉੱਥੇ, ਇਹ ਮਸਲੇ, 3 ਮਸਲੇ ਲੈ ਕੇ ਉੱਥੇ ਪਹੁੰਚਣਗੇ ਔਰ ਉਹਦੇ 'ਚ ਇਹ ਦੱਸਣਗੇ ਕਿ ਇੰਡੀਆ ਇਸ ਵੇਲੇ ਕਿਸ ਜਗ੍ਹਾ 'ਤੇ ਖਲੋਤਾ ਔਰ ਕੀ ਚਾਹੀਦਾ ਇਹਨੂੰ ਔਰ ਕਿਹਦੇ 'ਤੇ ਨਿਰਭਰ ਹੈਗਾ। ਬਟ ਕਈ ਇਕਨੋਮਿਕਲੀ ਝਟਕੇ ਵੀ ਪੈ ਰਹੇ ਨੇ ਫੋਰਨ ਪੋਲਿਸੀ ਦੇ ਕਾਰਨ। ਜੋ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਆਪਣਾ ਟ੍ਰੇਡ ਕਰਦੇ ਹਾਂ, ਉੱਥੋਂ ਕਈ ਵਾਰ ਝਟਕੇ ਪੈਂਦੇ ਨੇ। ਅਮਰੀਕਾ ਤੋਂ ਵੀ ਰੀਸੈਂਟਲੀ ਝਟਕਾ ਪਿਆ ਹੈ। ਤੇ ਹੁਣ ਇੱਕ ਇਹ ਵੀ ਚੀਜ਼ ਆ ਜਾਂਦੀ ਨਾ, ਜਿਵੇਂ ਇੱਕ ਕਹਿੰਦੇ ਨੇ ਪ੍ਰੋਕਸੀ ਵਾਰ ਚੱਲਦੀ, ਚਾਹੇ ਉਹ ਇਕਨੋਮਿਕ ਵਾਰ ਕਿਉਂ ਨਾ ਹੋਵੇ, ਕਿਉਂਕਿ ਦੂਜੇ ਨੂੰ ਕਿੱਥੋਂ ਤੱਕ ਤੁਸੀਂ ਕਮਜ਼ੋਰ ਕਰ ਸਕਦੇ ਹੋ। ਜਿੱਥੇ ਜਿਹਦਾ ਵਾਹ ਚੱਲਦਾ ਹੈ ਉਹ ਜ਼ਰੂਰ ਆਪਣਾ ਵਾਹ ਚਲਾਉਂਦਾ ਹੈ। ਕੁੱਲ ਮਿਲਾ ਕੇ ਇਹ ਹੈ ਕਿ ਹਰ ਪਾਸੇ ਤੁਹਾਨੂੰ ਡਿਪਲੋਮੈਟਿਕ ਰਿਲੇਸ਼ਨਸ ਤੇ ਦੇਖਣੇ ਹੀ ਪੈਣਗੇ, ਕਿਉਂਕਿ ਤੁਸੀਂ ਆਪਣੀ ਇਕਨੋਮੀ ਵੀ ਰਨ ਕਰਨੀ ਹੈ, ਆਪਣਾ ਟ੍ਰੇਡ ਵੀ ਰਨ ਕਰਨਾ ਹੈ, ਨਾਲ ਦੂਸਰੇ ਦੇਸ਼ਾਂ ਨਾਲ ਭਾਈਵਾਲੀ ਵੀ ਰੱਖਣੀ ਹੈ ਵੱਖ-ਵੱਖ ਮੁੱਦਿਆਂ ਦੇ ਉੱਤੇ। ਕਿਤੇ ਤੁਹਾਡੀ ਸਹਿਮਤੀ ਬਣਦੀ ਹੈ, ਕਿਤੇ ਤੁਹਾਡੀ ਸਹਿਮਤੀ ਨਹੀਂ ਬਣਦੀ, ਤਾਂ ਇੱਕ ਮਿਡਵੇ ਕੀ ਹੋ ਸਕਦਾ, ਉਹ ਸਭ ਨੂੰ ਦੇਖਦੇ ਹੋਏ ਇਹੀ ਇੱਦਾਂ ਦੇ ਮੁੱਦੇ G20 ਸਿਖਰ ਸੰਮੇਲਨ ਦੇ ਵਿੱਚ PM ਮੋਦੀ ਲੈ ਕੇ ਜਾਣਗੇ, ਕਿਉਂਕਿ ਉਹਦੇ ਵਿੱਚ ਇੱਕ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਨੇ, ਡਿਪਲੋਮੈਟਿਕਲੀ ਹਰ ਚੀਜ਼ ਨੂੰ ਹੈਂਡਲ ਕਰਨਾ ਹੁੰਦਾ। ਮਤਲਬ ਤੁਸੀਂ ਗੱਲ ਕਹਿ ਵੀ ਰਹੇ ਹੋ ਤੇ ਤੁਸੀਂ ਕੁਝ ਕਹਿ ਵੀ ਨਹੀਂ ਰਹੇ, ਦੋਵੇਂ ਚੀਜ਼ਾਂ ਕਾਊਂਟ ਹੁੰਦੀਆਂ ਨੇ। ਸੋ ਬੇਸਿਕਲੀ ਮੋਨੋਪੋਲੀ ਉਹਨਾਂ ਕੰਟਰੀ ਦੀ ਬਣਦੀ ਹੈ ਜਿਹੜੇ ਸੁਪਰ ਕੰਟਰੀ ਆ, ਜਿਹੜੇ ਆ ਰਹੇ ਆ, ਜਿੱਦਾਂ ਹੁਣ ਬਾਈਡਨ ਸਾਹਿਬ ਆ ਰਹੇ ਆ ਚਾਈਨਾ ਤੋਂ, ਹਨ ਸ਼ੀਪਿੰਗ ਜੀ ਆ ਰਹੇ ਆ, ਉਹਨਾਂ ਦੇ ਪ੍ਰੈਜ਼ੀਡੈਂਟ ਆ ਰਹੇ ਆ, ਹੈ ਨਾ। ਸਾਰੀਆਂ ਕੰਟਰੀ ਸੁਪਰ ਜਿਹੜੇ ਹੈਗੇ ਆ, ਡਿਸਾਈਡ ਉਹਨਾਂ ਹੀ ਕਰ ਲੈਣਾ ਜੋ ਕੁਛ ਹੁੰਦਾ। ਇਹਨਾਂ ਨੇ ਦੇ ਆਰ ਆਲ ਡਿਪੈਂਡੈਂਟ, ਇਹਨਾਂ ਨੂੰ ਆਪਾਂ ਨੂੰ ਇੱਕ ਦੂਜੇ 'ਤੇ ਨਿਰਭਰ ਰਹਿਣਾ ਪੈਣਾ, ਕਿਉਂਕਿ ਇਹਨਾਂ ਨੇ ਜੋ ਕੁਛ ਮੰਗਣਾ ਉਹਨਾਂ ਕੋਲ ਮੰਗਣਾ, ਕਿਉਂਕਿ ਉਹਨਾਂ ਕੋਲ ਐਸੀ ਐਨਰਜੀ, ਉਹਨਾਂ ਕੋਲ ਇੰਨਾ ਪੈਸਾ, ਇਹਨਾਂ ਕੋਲ ਸਾਰਾ ਕੁਛ ਹੈਗਾ। ਮਾਰਕੀਟ ਵਿਕਾਸਸ਼ੀਲ ਦੇਸ਼ ਜਿਹੜੇ ਹੈਗੇ ਆ, ਉਹ ਉਹਨਾਂ ਕੋਲ ਚੱਲਦਾ ਸਾਰਾ ਕੁਛ। ਜਿਹੜੇ ਡਿਵੈਲਪਿੰਗ ਕੰਟਰੀ ਆ, ਉਹਨਾਂ ਨੂੰ ਹੁਕਮ ਹੋਣਾ ਕਿ ਤੁਸੀਂ ਆਹ ਸਮਾਨ ਦਾ ਲੈ ਲਓ, ਜਹਾਜ਼ ਆਪਾਂ ਬਾਹਰੋਂ ਲੈ ਰਹੇ ਹਾਂ, ਹੈ ਨਾ। ਬਾਕੀ ਜਿਹੜਾ ਐਨਰਜੀ ਦਾ ਸਮਾਨ ਆਪਾਂ ਨੂੰ ਉੱਧਰੋਂ ਆਉਣਾ, ਤੇਲ ਬਾਹਰੋਂ ਆ ਰਿਹਾ, ਸਾਰੀਆਂ ਚੀਜ਼ਾਂ ਜਿੱਥੇ ਨਿਰਭਰ ਹੈਗੇ ਉੱਥੇ ਆਉਣੀਆਂ। ਅਨਾਜ ਤੱਕ ਵੀ ਉੱਧਰੋਂ ਬਾਹਰੋਂ ਆ ਰਿਹਾ। ਇਸੇ ਕਰਕੇ ਹੈਗਾ ਸੈਲਫ ਡਿਪੈਂਡੈਂਟ, ਜਿਹੜਾ ਆਪਣੇ ਆਪ ਨੂੰ ਆਤਮ ਨਿਰਭਰ ਹੋਣਾ, ਕਿਸੇ ਕੰਟਰੀ ਦੇ ਵਾਸਤੇ ਨਹੀਂ। ਪਰ ਸੁਪਰ ਕੰਟਰੀ ਹੈਗੇ, ਚਾਈਨਾ ਵਰਗੇ ਕੰਟਰੀਆਂ ਨੇ ਕਿੰਨੀ ਪਾਪੂਲੇਸ਼ਨ, ਕੀ ਕੁਛ ਹੈਗਾ, ਉਹਨਾਂ ਨੇ ਬਹੁਤ ਅਰਨ ਕੀਤਾ, ਇੰਨਾ ਕੁਛ ਅਰਨ ਕੀਤਾ। ਹਰ ਕੰਟਰੀ 'ਚ ਬੈਠੇ ਜੋ ਉਹਨਾਂ ਦੀ ਮਾਰਕੀਟ ਹੈ, ਜਿੱਥੇ ਵੇਚ ਰਹੇ ਸਮਾਨ ਬਣਾ ਰਿਹਾ, ਕਾਟਨ ਇੰਡਸਟਰੀ ਵੀ ਉਹਨਾਂ ਕੋਲ ਹੈਗੀ ਆ, ਕਿੱਥੇ ਤੇ ਕਿੱਥੇ ਪਹੁੰਚੇ ਹੈਗਾ। ਪਾਪੂਲੇਸ਼ਨ ਸਾਡੇ ਕੋਲ ਹੈਗੀ ਹੈ, ਪਰ ਕਾਟਨ ਇੰਡਸਟਰੀ ਦੀ ਘਾਟ ਹੈਗੀ ਹੈ। ਅਸੀਂ ਗੱਲਾਂ ਸਾਡੇ ਨਾਲ ਸਿੱਖ ਸਮੇਲ 'ਚ ਵੇਖੋ ਬਹੁਤ ਹੋਣਗੀਆਂ, ਪਰ ਬੇਸਿਕਲੀ ਜਿਹੜੀ ਗਰੀਬੀ ਇੱਥੇ ਜਾਂ ਲੋਕਾਂ ਨੂੰ ਆਤਮ ਨਿਰਭਰ ਹੋਣਾ, ਉਹ ਔਖੀ ਗੱਲ ਆ। ਬਾਕੀ ਕੰਟਰੀ, ਸੁਪਰ ਕੰਟਰੀ 'ਚ ਤਾਂ ਚਾਈਨਾ ਹੈ ਹੀ ਆ, ਔਰ ਉਹਦੇ ਨਾਲ ਬਾਕੀ ਅਮਰੀਕਾ ਦਾ ਤਾਂ ਕੋਈ ਰੀਸ ਕਰ ਹੀ ਨਹੀਂ ਸਕਦਾ, ਹੈ ਨਾ। ਤਾਂ ਰਹੀ ਗੱਲ ਰਸ਼ੀਆ ਸੁਪਰ ਹੈਗਾ। ਇਹ 5-4 ਕੰਟਰੀਆਂ ਨੇ ਜੋ ਡਿਸਾਈਡ ਕਰਨਾ ਉਹੀ ਹੁੰਦਾ। ਹੁਣ ਯੂਕਰੇਨ ਕਿਉਂ ਨੁਕਰੇ ਲਾਇਆ ਇਹਨਾਂ ਨੇ, ਉਹਦੇ ਪਿੱਛੇ
ਬਾਕੀ ਤਾਂ ਕੰਟਰੀਆਂ ਹੈਗੀਆਂ ਸਪਲਾਈ ਕਰਨ ਲਈ ਤਿਆਰ। ਫਿਜ਼ੀਕਲੀ ਜੋ ਉਹਨਾਂ ਨੇ ਲੜਨਾ ਉਹ ਉਹਨਾਂ ਦੇ ਸੈਨਿਕ ਕਿਤੇ ਨਾ ਲੜਨਗੇ। ਕਿਤੇ ਐਕਸਪਰਟ ਇਹ ਵੀ ਮੰਨਦੇ ਹਾਂ। ਨੇ ਕਿ ਅਮਰੀਕਾ ਤੇ ਰਸ਼ੀਆ ਦੀ ਮਿਲੀ ਭਗਤ ਹੈ, ਸਹੀ ਗੱਲ, ਬਿਲਕੁਲ ਉਹਨਾਂ ਦੇ ਹਥਿਆਰ ਵੇਚੋ। ਦੋਵਾਂ ਦੀ ਰਜ਼ਾਮੰਦੀ ਦੇ ਨਾਲ ਇਹ ਸਭ ਹਾਂ। ਚੱਲਦਾ ਪਿਆ। ਇਹ ਗੱਲ ਕਈ ਗੱਲਾਂ ਸੱਚ ਵੀ ਹੁੰਦੀਆਂ। ਬਿਲਕੁਲ ਸਹੀ ਹੈ। ਹਾਂ। ਸੋ ਆਪਾਂ ਅੱਗੇ ਤਰੀਏ। ਜ਼ਰੂਰ। ਅੱਗੇਲੀ ਗੱਲ ਇਹ ਹੈ ਜੀ ਕਿ ਹੁਣ ਪੰਜਾਬ ਵਾਪਸ ਆ ਜਾਈਏ, ਬਾਹਰ ਬਹੁਤ ਘੁੰਮ ਲਏ ਆਪਾਂ। ਹਾਂ ਬਿਲਕੁਲ। ਹਾਂ। ਬਾਹਰ ਇਹ ਹੈ ਕਿ ਸਾਰੇ ਪੰਜਾਬੀ ਬੈਠੇ ਨੇ ਸਾਡੇ, ਹੁਣ ਉਹਨਾਂ ਨੂੰ ਖੋਜ ਖਬਰ ਦਈਏ ਸਾਡੇ ਪੰਜਾਬ ਦੀ। ਗੰਨਾ ਚੂਪਣ ਦਾ ਸਾਨੂੰ ਸਾਰਿਆਂ ਨੂੰ ਬੜਾ ਸ਼ੌਕ ਹੈ, ਅਸੀਂ ਗੰਨਿਆਂ ਦੇ ਬੜੇ ਸ਼ੌਕੀਨ ਹੁੰਦੇ ਹਾਂ। ਗੁੜ ਦਾ ਔਰ ਸ਼ੱਕਰ ਦਾ ਮੌਸਮ ਵੀ ਹੈ, ਅਸੀਂ ਹੁਣ ਦੇਖਦੇ ਹਾਂ ਪੰਜਾਬ ਦੇ ਵਿੱਚ ਸਰਦੀਆਂ ਦਾ ਮੌਸਮ ਹੈ, ਥਾਂ ਥਾਂ ਦੇ ਉੱਤੇ ਗੁੜ ਕੱਢਦੇ ਪਏ ਨੇ, ਘਲਾੜੀਆਂ ਚੱਲਦੀਆਂ ਪਈਆਂ। ਪੰਜਾਬ ਸਰਕਾਰ ਨੇ ਗਨ ਕਲਚਰ ਤੇ ਨਕੇਲ ਕੱਸੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਹੈ, ਪੰਜਾਬ ਦੇ ਵਿੱਚ ਜੋ ਐਡਮਿਨਿਸਟ੍ਰੇਸ਼ਨ ਹੈ, ਪੰਜਾਬ ਦੇ ਵਿੱਚ ਜੋ ਆਮ ਲੋਕ ਆਪਣੇ ਆਪ ਨੂੰ ਇੱਕ ਡਰ ਮਹਿਸੂਸ ਕਰਦੇ ਪਏ ਨੇ। ਕੁਝ ਸਟੇਟਮੈਂਟਸ ਆ ਰਹੀਆਂ ਨੇ ਇੱਦਾਂ ਦੀਆਂ, ਕਿਤੇ ਕੋਈ ਨਾਅਰੇਬਾਜ਼ੀ ਇੱਦਾਂ ਦੀ ਹੋ ਰਹੀ ਹੈ, ਕੁਝ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਤਲ ਹੋ ਰਹੇ ਨੇ, ਕਿਤੇ ਫਿਰੌਤੀ ਵਾਸਤੇ ਫੋਨ ਆ ਰਹੇ ਨੇ, ਧਮਕੀਆਂ ਹੋ ਰਹੀਆਂ ਨੇ। ਸੋ ਗਨ ਕਲਚਰ ਕਿਤੇ ਅਸੀਂ ਅਮਰੀਕਾ ਦੀ ਗੱਲ ਕਰਦੇ ਹੁੰਦੇ ਸੀ, ਕਿਤੇ ਅਸੀਂ ਇੱਧਰ ਗੱਲ ਕਰਦੇ ਪਏ, ਇੰਡੀਆ ਦੇ ਵਿੱਚ ਵੀ ਉਹੀ ਗੱਲ ਹੋ ਰਹੀ ਹੈ ਜੀ। ਕਿਉਂਕਿ ਪਤਾ ਨਹੀਂ ਕਿ ਇੰਡੀਆ ਨੂੰ ਫਾਲੋ ਕਰਨਾ ਪੈਂਦਾ ਅਮਰੀਕਾ ਨੂੰ ਜਾਂ ਅਮਰੀਕਾ ਸਾਨੂੰ ਫਾਲੋ ਕਰ ਰਿਹਾ। ਉਹ ਚੀਜ਼ਾਂ ਕਈ ਵਾਰੀ ਮਿਕਸ ਹੋ ਜਾਂਦੀਆਂ। ਰੇਤਾ ਦਾ ਰੌਲਾ ਪੈ ਗਿਆ, ਰੇਤਾ ਉੱਥੇ ਵੀ ਮਹਿੰਗੀ ਸੀਗਾ। ਫਾਈਬਰ ਦੀਆਂ ਸੀਟਾਂ ਜਿਹੜੀਆਂ ਇੱਥੇ ਵੀ ਮਹਿੰਗੀਆਂ ਸੀ, ਉੱਥੇ ਵੀ ਮਹਿੰਗੀਆਂ। ਕਈ ਚੀਜ਼ਾਂ ਰਲ ਮਿਲ ਜਾਂਦੀਆਂ ਕਿਉਂਕਿ ਨੀਡ ਹੈਗੀਆਂ, ਬੇਸਿਕ ਨੀਡ ਦੀਆਂ ਚੀਜ਼ਾਂ। ਪਰ ਆਹ ਗਨ ਕਲਚਰ ਜਿਹੜਾ ਇਹ ਸ਼ੌਕ ਦਾ ਹਥਿਆਰ ਹੈਗਾ, ਜਿਹੜੇ ਗਨ ਤੋਂ ਗੋਲੀ ਚਲਾਉਣੀ ਹੈ ਨਾ, ਆਪਣੇ ਜਿਹੜੇ ਕਾਰਤੂਸਾਂ ਦੇ ਬੈਲਟ ਆਪਣੇ ਮੋਢੇ ਨਾਲ ਲਟਕਾਈ ਫਿਰਨੇ, ਇਹ ਸਾਰਾ ਕੁਛ ਹੈ। ਪਰ ਹੁਣ ਇਹਨਾਂ ਨੇ ਇਹ ਮੁੱਦਾ ਉਠਾ ਲਿਆ ਪੰਜਾਬ ਸਰਕਾਰ ਨੇ ਕਿ 3 ਮਹੀਨੇ ਤੱਕ ਕੋਈ ਲਾਇਸੈਂਸ ਨਹੀਂ ਬਣੂਗਾ, ਰੋਕ ਲਿਆ। DC ਸਾਹਿਬ ਦੀ ਜਿਹੜੀ ਅਪਰੂਵਲ ਤੋਂ ਬਗੈਰ ਨਹੀਂ ਕੋਈ ਗਨ ਦਾ ਲਾਇਸੈਂਸ ਬਣੂਗਾ। ਤੀਜਾ ਇਹਨਾਂ ਕਹਿਤਾ ਕਿ ਜਿਹੜਾ ਫਾਇਰਿੰਗ ਹੁੰਦੀ ਸੀ ਵਿਆਹਾਂ 'ਚ, ਉਹ ਨਜਾਇਜ਼ ਤੌਰ 'ਤੇ ਜਿਹੜੀ ਫਾਇਰਿੰਗ ਕਰ ਰਹੇ ਆ ਉਹਨਾਂ 'ਤੇ ਕੇਸ ਰਜਿਸਟਰਡ ਹੋਊਗਾ। ਨੰਬਰ 4 ਉਹਨਾਂ ਨੇ ਕਹਿਤਾ ਕਿ ਜਿਹੜੇ 3 ਮਹੀਨੇ ਤੋਂ ਨਹੀਂ ਕੋਈ ਬਣੂਗਾ, ਪਰ ਜਿਹੜੇ ਬਣ ਚੁੱਕੇ ਉਹ ਰਿਵਿਊ ਹੋਣਗੇ ਦੁਬਾਰਾ ਲਾਇਸੈਂਸ, ਕਿ ਇਹ ਲਾਇਸੈਂਸ ਹੋਲਡਰ ਜਿਹੜੇ ਲੈ ਚੁੱਕੇ ਆ ਇਹਨਾਂ ਨੇ ਕੀ ਕੀਤਾ, ਕਿਸ ਤਰ੍ਹਾਂ ਦੇ ਬਣੇ ਆ। ਇਹ ਹੋ ਸਕਦਾ ਕਿ ਪਿਛਲੀ ਸਰਕਾਰਾਂ ਦੇ ਟਾਈਮ 'ਤੇ ਕਈ ਕੁਛ ਹੁੰਦਾ, ਅਸਰ ਸੂਕ ਵਾਲੇ ਕਿੱਦਾਂ ਲੈ ਗਏ, ਕਿਹਦੇ ਸਾਈਨ ਹੋਏ, ਕੀ ਕੁਛ ਹੋਇਆ। ਦੂਜੇ ਪਾਸੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਜਿਹੜੇ ਨਿਹੰਗ ਨੇ, ਉਹ ਜਦੋਂ ਲੜਦੇ ਉਹਨਾਂ ਕੋਲ ਹਥਿਆਰ ਆਪਣੇ ਆ, ਔਰ ਉਹਨਾਂ ਦੇ ਜਿਹੜੇ ਜਥੇਦਾਰ ਉੱਥੋਂ ਦੇ ਹੈੱਡ ਨੇ, ਉਹ ਉਹਨਾਂ ਦੇ ਸਾਈਨ ਨਾਲ ਹੀ ਉਹਨਾਂ ਨੂੰ ਅਪਰੂਵਲ ਮਿਲ ਜਾਂਦੀ ਹੈ। ਉਹ ਪਾਰਟੀਕੂਲਰਲੀ ਹੋਰ ਕਿਸੇ ਸਰਕਾਰੀ ਅਫਸਰ ਕੋਲ ਨਹੀਂ ਹੋਣਗੇ। ਹੁਣ ਇਹਦੇ ਵਿੱਚ ਤੀਜਾ ਇਹਨਾਂ ਨੇ ਕਹਿਤਾ ਕਿ ਜਿਹੜੇ ਗਾਣੇ ਚੱਲ ਰਹੇ ਆ, ਗਾਣੇ ਦੇ ਵਿੱਚ ਜਿਹੜੇ ਹਥਿਆਰਾਂ ਦਾ ਬੋਲੀਆਂ, ਟੱਪੇ, ਉਹਨਾਂ 'ਚ ਗੀਤ, ਮੁਖੜੇ, ਉਹ ਸਾਰੇ ਹਥਿਆਰਾਂ 'ਤੇ ਹੁੰਦੇ ਆ। ਉਹ ਹਥਿਆਰਾਂ ਵਾਲੇ ਗੀਤਾਂ ਨੂੰ ਆਂਦੇ ਵੀ ਉਹ ਰੋਕਿਆ ਜਾਊਗਾ, ਉਹਨਾਂ 'ਤੇ ਵੀ ਬੈਨ ਕੀਤਾ ਜਾਊਗਾ, ਕਿਉਂਕਿ ਉਹ ਜਿਹੜਾ ਤੁਹਾਡੀ ਮਾਨਸਿਕ ਜਿਹੜੀ ਤਰਥੱਲੀ ਹੈ ਉਹਨੂੰ ਮਚਾ ਦਿੰਦੇ ਬੱਚਿਆਂ ਦੇ ਅੰਦਰ। ਕਿ ਇੱਕ ਪਾਰਟੀਕੂਲਰ ਏਜ ਹੈ, ਜਦੋਂ ਹਥਿਆਰਾਂ ਦੀ ਗੱਲ ਹੋ ਤਾਂ ਮੁੰਡੇ ਭੱਜ ਜਾਂਦੇ, ਮੈਂ ਵੀ ਰਿਵਾਲਵਰ ਲੈਣਾ, ਮੈਂ ਵੀ ਦਨਾਲੀ ਬੰਦੂਕ ਲੈ ਲੈਣੀ ਹੈ ਨਾ, ਮੈਂ ਵੀ LG ਦੇ ਕਾਰਤੂਸ ਚਲਾਉਣੇ ਆ। ਉਹ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਆ ਜਾਂਦੀਆਂ। ਇਹਨਾਂ ਨੇ ਖਾਸ ਤੌਰ 'ਤੇ ਜਿਹੜੀ ਜਿੱਥੋਂ ਉੱਠਦੀ ਹੈ ਇਹ ਲੜਾਈ ਗਨ ਕਲਚਰ ਦੀ, ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਹੈ। ਹੁਣ ਦੇਖੋ ਪੰਜਾਬ ਪੁਲਿਸ ਉਹਨੂੰ ਅੱਗੇ ਕਿਸ ਤਰ੍ਹਾਂ ਕੰਟਰੋਲ ਕਰਦੀ ਹੈ, ਕੀ ਕੁਛ ਹੈਗਾ। ਵੈਸੇ ਮਸਲਾ ਅੱਛਾ ਹੈ, ਇਹਦੇ ਨਾਲ ਸ਼ਾਂਤੀ ਆਊਗੀ। ਸ਼ਾਂਤੀ ਆਉਣ ਨਾਲ ਥੋੜ੍ਹਾ ਜਿਹਾ ਬੱਚੇ ਪੜ੍ਹਨ ਵਾਲੇ ਪਾਸੇ ਆ ਜਾਣਗੇ। ਜਿਹੜਾ ਪੈਸਾ ਹਥਿਆਰਾਂ 'ਤੇ ਖਰਚਦੇ, ਉਹ ਕਿਉਂ ਨਾ ਆਪਣੇ ਦੂਜੇ ਜਿਹੜੇ ਉਹਨਾਂ ਦੇ ਰਿਸੋਰਸ ਨੇ, ਇਨਕਮ ਦੇ, ਆਮਦਨ ਦੇ ਸਾਧਨ, ਉਹਨਾਂ 'ਤੇ ਪੈਸਾ ਖਰਚ ਲੈਣ 'ਤੇ ਚੰਗੀ ਗੱਲ ਆ। 2-3 ਚੀਜ਼ਾਂ ਪੰਜਾਬ 'ਚ ਬਹੁਤ ਜ਼ਰੂਰੀ, ਬੁਲਟ ਔਰ ਰਿਵਾਲਵਰ, ਬੰਦੂਕ, ਫਿਰ ਤੁਹਾਡੇ ਕੋਲ ਚੰਗਾ ਟਰੈਕਟਰ, ਭਾਵੇਂ ਉਹ ਵਾਹੁਣ ਨਾ ਵਾਹੁਣ, ਕਿਤੇ ਜ਼ਮੀਨ 'ਤੇ ਉਹਨਾਂ ਨੇ ਕਾਲਜ 'ਚ ਸਟਾਰਟ ਕਰਕੇ ਲੈ ਜਾਣਾ। ਇਹ ਕਲਚਰ ਮੁੰਡਿਆਂ ਦਾ ਹੈਗਾ। ਮੈਂ ਕਲਚਰ ਦੀ ਗੱਲ ਸ਼ੁਰੂ ਕੀਤੀ ਸੀ, ਔਰ ਕਲਚਰ ਸਾਡਾ ਉਹੀ ਜਿਹੜੀ ਮੈਂ ਗੰਨਿਆਂ ਦੀ ਗੱਲ ਕੀਤੀ, ਕਿਉਂਕਿ ਗੰਨੇ ਚੂਪਣ ਦਾ ਸ਼ੌਕ ਸਾਨੂੰ ਸਾਰਿਆਂ ਨੂੰ। ਗੰਨਿਆਂ ਤੋਂ ਗਨ ਵੱਲ ਆ ਗਏ। ਗੰਨਿਆਂ ਤੋਂ ਮੈਂ ਗਨ ਵੱਲ ਆ ਗਿਆ, ਕਿਉਂਕਿ ਗੰਨਿਆਂ ਤੋਂ ਗਨ ਤੱਕ ਦਾ ਜਿਹੜਾ ਸਫ਼ਰ ਅਸੀਂ ਤੈਅ ਕੀਤਾ ਹੈ ਨਾ, ਉਹ ਬੜਾ ਖਤਰਨਾਕ ਹੈ। ਬਿਲਕੁਲ। ਅੱਜ ਵੀ ਧੁੱਪੇ ਬੈਠੋ ਸਾਰੇ ਜਾਣੇ ਗੰਨੇ ਚੂਪਦੇ ਆ, ਤੇ ਆ ਘਲਾੜੀ ਲੱਗੀ ਹੋਈ, ਗੁੜ ਬਣਦਾ ਤੱਤਾ ਗੰਨੇ ਦੇ ਰੋਹ ਪੀਂਦੇ ਆ। ਮਤਲਬ ਇੱਥੋਂ ਆਪਾਂ ਜੇ ਸ਼ੁਰੂ ਕਰੀਏ ਤਾਂ ਫਿਰ ਤਾਂ ਲੰਬੀ ਲਿਸਟ ਹੈ ਨਾ, ਪਿੰਨੀਆਂ ਤੱਕ, ਸਾਗ ਤੱਕ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚੋਗੇ। ਤੁਹਾਡੀ ਗੱਲ ਠੀਕ ਹੈ। ਪਿੰਨੀਆਂ, ਸਾਗ ਤੇ ਪੰਜੀਰੀ ਤੋਂ ਆਂਦੇ ਬਰਗਰ ਤੱਕ ਆ ਗਏ। ਮੈਂ ਇਹੀ ਗੱਲ ਕਰ ਰਿਹਾ ਕਿ ਜਿੱਦਾਂ ਆਪਾਂ ਗੰਨੇ ਤੋਂ ਨਾ ਗੰਨ ਵਾਲੇ ਪਾਸੇ ਆਏ ਹਾਂ, ਇੱਧਰ ਵੀ ਹੈਗਾ ਖਾਣ ਪੀਣ ਦੀਆਂ ਆਦਤਾਂ ਨਹੀਂ ਜਿਹੜੀਆਂ ਆਪਣੇ ਜਿਸ 'ਚ ਤੁਹਾਡੇ ਕੋਲ ਗੰਨੇ ਦਾ ਰਸ ਜਾਂ ਜੋ ਕੁਛ, ਉਹਦੇ ਵਿੱਚ ਆਪਣੇ ਕੋਲ ਖਾਣ ਪੀਣ ਨਾਲ ਪੰਜੀਰੀ ਬਣਦੀ ਸੀ। ਅੱਜ ਕੱਲ੍ਹ ਸਰਦੀਆਂ 'ਚ ਅਲਸੀ ਦੀਆਂ ਪਿੰਨੀਆਂ ਬਣਦੀਆਂ ਸੀ। ਉਹ ਸਾਰਾ ਕਟਾ ਕੇ ਕਿੱਧਰ ਆ ਗਿਆ? ਪੀਜ਼ਾ, ਬਰਗਰ ਦੂਜੇ ਪਾਸੇ ਹੈਗਾ, ਜੰਕ ਫੂਡ ਆ ਗਿਆ। ਇਹ ਵੀ ਕਲਚਰ ਖਾਣ ਦਾ ਵੀ। ਉੱਧਰ ਹੰਡਾਉਣ ਦਾ ਕਲਚਰ ਜਿਹੜਾ ਤੁਸੀਂ ਕਿਹਾ ਕਿ ਗੰਨਾ ਚੂਪਣਾ ਸੀਗਾ, ਹੁਣ ਸਾਡੇ ਮੁੰਡੇ ਕਈ ਬਹੁਤਿਆਂ ਦੇ ਗੰਨਾ ਚੂਪਣੇ ਨੂੰ ਗੰਨਾ ਖਾਣਾ ਕਹਿੰਦੇ ਆ। ਜਿੱਦਾਂ ਗਿੱਧਾ ਕਰਨਾ, ਗਿੱਧਾ ਪਾਉਣਾ ਨਹੀਂ ਕਹਿੰਦੇ। ਇਹ ਲਫ਼ਜ਼ ਵੀ ਵਿਗੜ ਗਏ ਆ,
ਹੈ ਨਾ। ਉਸੇ ਇਹਨੂੰ ਸਮਝ ਨਹੀਂ ਆਉਂਦੀ ਆਹ ਦਹੀਂ ਖਾਧੀ ਕਿ ਦਹੀਂ ਖਾਦਾ, ਦਹੀਂ ਦਹੀਂ ਨੂੰ ਤੁਹਾਨੂੰ ਕਈ ਤਾਂ ਮੇਲ ਜਾਂ ਫੀਮੇਲ ਕਹਿੰਦੇ ਦਹੀਂ ਖਾਧੀ, ਇਹ ਵੀ ਨਹੀਂ ਪਤਾ ਲੱਗਦਾ। ਲੱਸੀ ਪੀਤੀ ਹੋ ਸਕਦੀ ਹੈ, ਲੱਸੀ ਪੀਤਾ ਨਹੀਂ ਹੋਊਗਾ, ਦਹੀਂ ਖਾਦਾ ਕਿ ਦਹੀਂ ਖਾਧੀ। ਸੋ ਮੈਂ ਇਹ ਕਹਿ ਰਿਹਾ ਸੀ ਕਿ ਸਾਡਾ ਕਲਚਰ ਤਾਂ ਗੰਨਿਆਂ ਦਾ ਕਲਚਰ ਹੈ, ਇਹ ਗੰਨ ਕਲਚਰ ਕਿੱਥੋਂ ਆ ਵੜਿਆ ਸਾਡੇ 'ਚ? ਮੈਂ ਤਾਂ ਇਹ ਚੀਜ਼ ਦੇਖ ਕੇ ਹੈਰਾਨ ਹਾਂ। ਸੋ ਹੁਣ ਅਸੀਂ ਆਪਣੇ ਕਲਚਰ ਨੂੰ ਥੋੜਾ ਅੱਗੇ ਦੇਖੀਏ ਕਿ ਕਿੱਥੇ ਤੱਕ ਖੋਰਾ ਲੱਗਾ ਹੈ। ਬਿਲਕੁਲ ਸਹੀ ਗੱਲ ਆ ਕਿ ਜੋ ਸੁਖਬੀਰ ਬਾਦਲ ਕਹਿ ਰਹੇ ਨੇ, ਕਿਉਂ ਕਹਿ ਰਹੇ ਨੇ? ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਸ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ। ਉਹ ਫੜ ਲਿਆ, ਉਹ ਨੱਠ ਗਿਆ, ਉਹਨੇ ਧਮਕੀ ਦੇਤੀ, ਉੱਤੇ ਰਿਵਾਲਵਰ ਚੱਲ ਗਿਆ, ਉੱਤੇ ਗੋਲੀ ਚੱਲ ਗਈ, ਉੱਤੇ ਕਤਲ ਹੋ ਗਿਆ। ਮਤਲਬ ਕਈ ਵਾਰ ਕਹਿੰਦੇ ਨੇ ਕਿ ਜੇਲ੍ਹ 'ਚੋਂ ਧਮਕੀ ਹੋ ਗਈ, ਜੇਲ੍ਹ 'ਚੋਂ ਮੋਬਾਈਲ ਮਿਲੇ ਨੇ, ਜੇਲ੍ਹ 'ਚ ਡਰੱਗਸ ਮਿਲੀਆਂ ਨੇ, ਜੇਲ੍ਹ ਤੋਂ ਆਪਰੇਟ ਕਰਦੇ ਪਏ ਨੇ, ਅੱਤਵਾਦੀਆਂ ਦੇ ਫੋਨਸ ਦੇ ਉੱਤੋਂ ਉਹ ਅੱਗੇ ਗੱਲ ਕਰਦੇ ਪਏ ਨੇ, ਉਹਨਾਂ ਨਾਲ ਲਿੰਕਸ ਨੇ। ਮਤਲਬ ਐਡਾ ਵੱਡਾ ਨੈਟਵਰਕ ਹੈ ਔਰ ਭਰਤੀ ਹੁੰਦੇ ਪਏ ਨੇ ਮੁੰਡੇ ਉਹਨਾਂ ਦੇ ਗੈਂਗਸ ਦੇ ਵਿੱਚ। ਇਹ ਹੋ ਕੀ ਰਿਹਾ? ਮੈਨੂੰ ਨਹੀਂ ਇਹ ਸਮਝ ਆਉਂਦੀ ਕਿ ਇਹ ਵਾਕਈ ਹੋ ਰਿਹਾ ਕਿ ਇੱਕ ਪ੍ਰੋਪੇਗੈਂਡਾ ਹੈ ਕਿਸੇ ਹੋਰ ਨੀਤੀ ਦੇ ਅਗੇਂਸਟ, ਜਾਂ ਕਿਸੇ ਹੋਰ ਨੀਤੀ ਦੇ ਆਧਾਰ 'ਤੇ ਕੋਈ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ। ਦੇਖੋ ਪਤਾ ਇਹਦੇ ਵਿੱਚ ਗੱਲ ਤਾਂ ਕਈ ਸੱਚੀਆਂ ਵੀ ਹੈਗੀਆਂ, ਕਿਉਂਕਿ ਵੀਡੀਓ ਵਾਇਰਲ ਹੁੰਦੀ ਹੈ, ਸਾਹਮਣੇ ਆ ਜਾਂਦੀ ਹੈ, ਔਰ ਉਹਦੇ 'ਚ ਕਤਲੋਗਾਰਤ ਹੋਈ ਹੈ, ਜਿਹਦੇ ਵਿੱਚ ਅੰਮ੍ਰਿਤਸਰ ਹੋਇਆ, ਸੂਰਜ ਦਾ ਕਤਲ ਹੋਇਆ, ਫਿਰ ਜਿਹੜਾ ਡੇਰਾ ਪ੍ਰੇਮੀ ਉਹਨਾਂ ਦਾ ਹੋਇਆ। ਇਸ ਤੋਂ ਪਹਿਲਾਂ ਜੋ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਸਥਿਰ ਨਹੀਂ ਰਿਹਾ, ਫਿਰ ਹੌਲੀ ਵੱਧਦਾ ਰਿਹਾ, ਇਹਦੇ ਗ੍ਰਾਫ ਵਧਿਆ। ਔਰ ਇਹਦੇ ਵਿੱਚ ਦੇਖੋ ਕੁੱਟਮਾਰ, ਕਿਸੇ ਦੀਆਂ ਲੱਤਾਂ ਤੋੜਦੀਆਂ, ਕਿਸੇ ਨੂੰ ਗੋਲੀ ਚਲਾ ਕੇ ਮਾਰ ਦਿੱਤਾ। ਪਹਿਲੋਂ ਲੜਾਈ ਹੁੰਦੀ ਸੀ, ਜ਼ਮੀਨ ਦਾ ਝਗੜਾ ਹੋ ਗਿਆ, ਜ਼ਮੀਨ ਤੋਂ ਲੜਾਈ ਤੋਂ ਜੱਟ ਦੋ ਲੜ ਗਏ, ਉਹਨਾਂ ਨੇ ਆਪੋ 'ਚ ਕਿਹਾ ਵੀ ਮੇਰਾ ਕਿੱਲਾ ਹੈ ਬਾਹਰ ਆ, ਉੱਥੋਂ ਲੜਾਈ ਹੁੰਦੀ ਸੀ। ਇਹ ਹੈਗੀ ਜਾਇਦਾਦ ਨਾਲ ਲੜਾਈ, ਜ਼ਰ ਜ਼ੋਰੂ ਅਤੇ ਜ਼ਮੀਨ ਦੀ ਲੜਾਈ ਹੁੰਦੀ ਸੀ। ਹੁਣ ਲੜਾਈ ਜਿਹੜੀ ਹੈਗੀ ਆ ਇਸ ਵੇਲੇ, ਇਹ ਤਾਂ ਹੁਣ ਧਮਕੀਆਂ, ਥ੍ਰੈਟਨਿੰਗ ਉੱਥੋਂ ਆ ਰਹੀਆਂ, ਜੇਲ੍ਹ 'ਚ ਬੈਠਾ ਜਾਂ ਜਿੱਥੇ ਜਾਂ ਕੈਨੇਡਾ ਬੈਠਾ ਹੈਗਾ, ਜਿੱਦਾਂ ਗੋਲਡੀ ਬਰਾੜ ਦਾ ਨਾਂ ਲੱਗਦਾ ਰਿਹਾ ਹੈ ਨਾ, ਅਤੇ ਉਹਦੇ ਨਾਲ ਬਿਸ਼ਨੋਈ ਜੀ ਦਾ ਨਾਂ ਲੱਗਦਾ ਰਿਹਾ, ਲਾਰੈਂਸ ਬਿਸ਼ਨੋਈ ਦਾ ਨਾਂ ਲੱਗਦਾ ਰਿਹਾ। ਹੁਣ ਉਹਦੇ 'ਚ ਇਹ ਵੇਖੋ ਪਤਾ ਕਿ ਕਈ ਵਾਰੀ ਨਾਂ ਵੀ ਵਰਤਿਆ ਜਾਂਦਾ, ਨਾਂ ਨੂੰ ਵਰਤ ਕੇ ਅਤੇ ਧਮਕੀਆਂ ਦੇ ਕੇ ਅਤੇ ਆਪਣਾ ਪੱਲਾ ਭਾਰੀ ਰੱਖ ਲੈਂਦੇ ਆ। ਇਹ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਆ ਰਹੀਆਂ, ਇੰਨਾ ਕੁਛ ਪ੍ਰੈਕਟੀਕਲੀ ਨਹੀਂ ਹੈਗਾ ਜਿੰਨਾ ਸੋਸ਼ਲ ਮੀਡੀਆ ਇਹਨੂੰ ਉਭਾਰ ਰਿਹਾ। ਇਹਦੇ 'ਚ ਦੇਖਣ ਵਾਲੀ ਗੱਲ ਹੁੰਦੀ ਹੈ। ਹੁਣ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਕਿਹਦਾ ਨਾਂ ਲੈ ਕੇ ਤੇ ਪੈਸੇ ਲੈ ਰਿਹਾ, ਔਰ ਪੈਸੇ ਉਹਨਾਂ ਕੋਲ ਲੈ ਜਾਂਦੇ, ਜਿਹੜੇ ਧਮਕੀਆਂ ਉਹਨਾਂ ਨੂੰ ਆਉਂਦੀਆਂ, ਜਿਹੜੇ ਵਿਚਾਰੇ ਚੰਗੇ ਅਮੀਰ ਆ, ਜਿਹਨਾਂ ਕੋਲ ਦੁਕਾਨਦਾਰ ਆ, ਵਪਾਰੀ ਆ। ਇਹਦੇ ਨਾਲ ਸ਼ਾਂਤੀ ਭੰਗ ਹੋ ਰਹੀ ਹੈ। ਔਰ ਸੁਖਬੀਰ ਬਾਦਲ ਜੀ ਨੇ ਕਿਹਾ, ਉਹਨਾਂ ਨੇ ਕੁਛ ਤਾਂ ਗੱਲ ਤਾਂ ਹੱਦ ਤੱਕ ਠੀਕ ਕਿਹਾ ਕਿ ਇਸ ਵੇਲੇ ਜਿਹੜੀ ਹੈਗੀ ਗੈਂਗਸਟਰਾਂ ਦਾ ਰੌਲਾ ਪੈ ਰਿਹਾ, ਇਹਦੇ ਵਿੱਚ ਗਨ ਕਲਚਰ ਵਾਲੀ ਗੱਲ ਹੀ ਹੈਗੀ ਹੈ। ਫਿਰ ਰੌਲਾ ਪੈ ਗਿਆ, ਔਰ ਇਹਦੇ 'ਚ ਲੋਕ ਜਿਹੜੇ ਆ ਹਿੰਸਕ ਘਟਨਾਵਾਂ ਵਾਲੇ ਪਾਸੇ ਜ਼ਿਆਦਾ ਆ ਗਏ ਆ। ਉਹਦੇ 'ਚ ਜਿਹੜੀ ਸ਼ਾਂਤੀ ਬਹਾਲ ਕਰਨੀ ਸੀ ਉਹ ਨਹੀਂ ਹੋਈ। ਉਹਦੇ ਵਿੱਚ ਹੁਣ ਦੇਖੋ ਇੱਥੋਂ ਦੇ ਜਿਹੜੇ ਸਾਡੇ ਡਾਇਰੈਕਟਰ ਜਨਰਲ ਪੁਲਿਸ ਨੇ ਪੰਜਾਬ ਦੇ, ਉਹਨਾਂ ਨੇ ਵਾਹ ਜਹਾਨ ਦੀ ਲਾ ਲਈ ਇਹਨੂੰ ਰੋਕਣ ਲਈ, ਬੜਾ ਕੁਛ ਰੋਕਣ ਲਈ ਉਹਨਾਂ ਕੰਟਰੋਲ ਕੀਤਾ। ਕਈ ਸਿੱਟ ਵਰਗੀਆਂ ਏਜੰਸੀਆਂ ਬਣਾਈਆਂ ਕੰਟਰੋਲ ਕਰਨ ਲਈ, ਪਰ ਉਹਦੇ ਵਿੱਚ ਕਿਸੇ ਪਾਸੇ ਇਹ ਸਿੱਟੇ 'ਤੇ ਨਹੀਂ ਨਿਕਲਿਆ ਕਿ ਕਿੱਥੇ ਕੰਟਰੋਲ ਹੋ ਸਕਦਾ। ਪਰ ਓਵਰਆਲ ਜੇ ਇੰਡੀਆ ਦੇ ਵਿੱਚ ਅਸੀਂ ਵੇਖੀਏ ਨਾ ਸਾਰਾ ਕੁਛ, ਇਹ ਆਪਾਂ ਨੂੰ ਹੁਣ ਲੱਗਦਾ ਕਿਉਂਕਿ ਹੁਣ ਵੀਡੀਓ ਸਾਹਮਣੇ ਆ ਗਈ, ਰੌਲਾ ਪੈ ਜਾਂਦਾ। ਅੱਗੇ ਕਤਲ ਵੀ ਹੁੰਦੇ, ਸਾਰਾ ਕੁਝ ਹੁੰਦਾ, ਪਰ ਲੋਕਾਂ ਨੂੰ ਖਬਰ ਨਹੀਂ ਸੀ ਸੁਣਦੀ। ਖਬਰ ਇੱਕ ਹੁੰਦੀ ਰੇਡੀਓ 'ਤੇ ਜਾਂ ਟੈਲੀਵਿਜ਼ਨ 'ਤੇ ਨਿਊਜ਼ ਆਉਂਦੀ ਸੀ, ਉਹ ਪਤਾ ਲੱਗਦਾ ਸੀ। ਹੁਣ ਸੋਸ਼ਲ ਮੀਡੀਆ ਦੋ ਚੁਟਕੀ 'ਚ ਤੁਹਾਡੇ ਸਾਹਮਣੇ ਲੈ ਆਉਂਦਾ। ਪਰ ਜੇ ਵੇਖੋ, ਜੇ ਤੁਸੀਂ ਸਾਈਬਰ ਕ੍ਰਾਈਮ ਆ ਜਾਂ ਦੂਸਰੇ ਕ੍ਰਾਈਮ ਜਿਹੜੇ ਹੋ ਰਹੇ ਆ, ਯੂਪੀ 'ਚ ਸਭ ਤੋਂ ਵੱਧ ਹੋਣਗੇ, ਬਿਹਾਰ 'ਚ ਉਦੋਂ ਵੱਧ ਹੋਣਗੇ। ਉਹਨਾਂ ਦਾ ਵੇਖ ਲਓ, ਇੱਕ ਜ਼ਿਲ੍ਹੇ 'ਚ ਉਹਨਾਂ ਹੋ ਰਿਹਾ। ਔਰ ਗ੍ਰਾਫ ਦੇ ਲਿਹਾਜ਼ ਨਾਲ ਜੇ ਪੜ੍ਹੋ, ਲਿਸਟ ਪੜ੍ਹੋ, ਤਾਂ ਉਹਨਾਂ ਨਹੀਂ ਹੁੰਦਾ। ਪਰ ਕਈ ਵਾਰੀ ਰਾਜਸੀ ਨੇਤਾ, ਵਿਰੋਧੀ ਪਾਰਟੀਆਂ ਮੈਨੂੰ ਉਛਾਲਾ ਦੇ ਕੇ ਬੜੀ ਦੂਰ ਤੱਕ ਲੈ ਜਾਂਦੀਆਂ ਪਿਆ। ਇਸ ਵੇਲੇ ਹਾਲਤ ਮਾੜੀ ਹੈ। ਜਿਸ ਤਰ੍ਹਾਂ ਕਿ ਮਜੀਠੀਆ ਸਾਹਿਬ ਨੇ ਵੀ ਕਿਹਾ ਸੀ, ਇੱਕ ਵਾਰੀ ਆਪਾਂ ਪਿਛਲੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਇਹ ਇਸ ਤਰ੍ਹਾਂ ਦਾ ਹੋ ਗਿਆ, ਜੰਗਲੀ ਰਾਜ ਹੋ ਗਿਆ। ਇਹ ਗੱਲਾਂ ਕਈ ਵਾਰੀ ਕਹਿਣ ਵਾਲੀਆਂ ਹੁੰਦੀਆਂ, ਇੰਨਾ ਤਾਂ ਬਦਤਰ ਜਿਹੜੀ ਆ ਉਹ ਨਹੀਂ ਹੋ ਰਹੀ। ਵਾਕਈ ਮਤਲਬ ਇੰਨਾ ਜ਼ਿਆਦਾ ਖਰਾਬ ਹੋ ਗਿਆ ਹੈ ਜਾਂ ਕੁਛ ਇੱਕ % ਖਰਾਬ ਹੈ, ਬਾਕੀ ਸਭ ਪ੍ਰੋਪੇਗੈਂਡਾ ਹੈ ਕਿਸੇ ਨੀਤੀ ਦੇ ਬਿਲਕੁਲ ਕਰੈਕਟ ਆਧਾਰ ਦੇ ਉੱਤੇ। ਕਿਉਂਕਿ ਆਪਾਂ ਸਾਰਾ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕਰਨ ਦਾ, ਕਿ ਪੰਜਾਬ ਦਾ ਮਾਹੌਲ ਖਰਾਬ ਹੈ। ਕਿਤੋਂ ਇਹ ਵੀ ਆਵਾਜ਼ ਉੱਠੀ ਜਦੋਂ ਸੁਧੀਰ ਸੂਰੀ ਜੀ ਦਾ ਕਤਲ ਹੋਇਆ ਕਿ ਪੰਜਾਬ ਦੀ ਗਵਰਨਮੈਂਟ ਬਰਖਾਸਤ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ। ਆਹੀ ਨੁਕਤਾ ਹੈਗਾ ਜਿਹੜਾ ਕਰਨ ਵਾਲਾ ਚਾਹੁੰਦੇ, ਇਹੀ ਹੈ ਕਿ ਪੰਜਾਬ 'ਚ ਅਸ਼ਾਂਤੀ ਭੰਗ ਹੋ ਰਹੀ ਹੈ, ਇਹਦੇ ਵਿੱਚ ਡਿਕਟੇਟਰਸ਼ਿਪ ਹੋ ਗਈ ਹੈ, ਇਹਦੇ ਵਿੱਚ ਲੋਕ ਸੁਖੀ ਨਹੀਂ ਗੇ। ਸਾਰਾ ਕੁਝ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਇਮੀਡੀਏਟ ਗਵਰਨਰੀ ਰਾਜ ਹੋਊਗਾ, ਗਵਰਨਰ ਤੋਂ ਬਾਅਦ ਆਰਡਰ ਉੱਥੋਂ ਆ ਜਾਣਗੇ ਅਤੇ ਇਹਨਾਂ ਦਾ ਮਲੀਆ ਮੇਟ ਹੋ ਜੂ। ਇਹ ਗੱਲ ਵੀ ਹੈਗੀ, ਬੇਸਿਕਲੀ ਇਹ ਵੀ ਹੈਗੀ ਹੈ। ਕਿਉਂਕਿ ਪਹਿਲੀਆਂ ਪਾਰਟੀਆਂ ਵੇਲੇ ਵੀ ਬੜਾ ਕੁਛ ਹੁੰਦਾ, ਉਹਦੇ 'ਚ ਹੋਣ ਨਾਲ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜਿਹੜੇ ਇੱਥੇ ਚੰਗੇ ਕੰਮ ਹੁੰਦੇ, ਜਿਹੜੇ ਲੋਕ ਭਲੇ ਦੇ ਕੰਮ ਹੁੰਦੇ ਆ, ਜਿਸ ਸਰਬੱਤ ਦਾ ਭਲਾ ਲੋਕ ਚਾਹ ਰਹੇ ਆ, ਹੈ ਨਾ, ਗੋਲਡਨ ਟੈਂਪਲ ਲੋਕ ਜਾ ਕੇ ਨਤਮਸਤਕ ਹੁੰਦੇ ਆ,
ਪੂਜਾ ਅਰਚਨਾ ਕਰਦੇ ਆ, ਦੁਰਗਿਆਣਾ ਮੰਦਿਰ ਜਾਂਦੇ ਆ, ਸਾਰੇ ਮੰਦਿਰਾਂ 'ਚ ਜਾ ਰਹੇ ਆ, ਮੱਥਾ ਟੇਕਦੇ, ਲੰਗਰ ਲਾਉਂਦੇ ਆ ਔਰ ਸਾਰਾ ਕੁਝ ਹੁੰਦਾ। ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਮਨਾਏ ਜਾਂਦੇ, ਉਹ ਕਦੀ ਘੱਟ ਵੀਡੀਓ ਆਉਂਦੀ ਆ, ਉਹਦੇ ਬਾਰੇ ਨਹੀਂ ਜਾਊਗਾ ਵੀ ਆਹ ਦੇਖੋ ਇਸ ਜਥੇਬੰਦੀ ਨੇ ਆਹ ਕਰ ਦਿੱਤਾ, ਆਹ ਕਰ ਦਿੱਤਾ। ਜਿਹੜੇ ਪੰਜਾਬ 'ਚ ਬੜੇ ਪੋਜ਼ੀਟਿਵ ਕੰਮ ਵੀ ਹੋ ਰਹੇ ਆ, ਉਹਨਾਂ ਕੰਮਾਂ ਨੂੰ ਕਦੀ ਉਛਾਲਿਆ ਨਹੀਂ ਗਿਆ, ਕਦੀ ਦੱਸਿਆ ਨਹੀਂ ਗਿਆ। ਹਮੇਸ਼ਾ ਸਾਡੀ ਸੋਚ ਨੈਗੇਟਿਵ ਅੰਤਰ ਗੱਲ ਐਗਜ਼ੈਕਟਲੀ ਜਿਹੜਾ ਉਹ ਉਧਰ ਤਾਂ ਇੱਕ ਬਣਿਆ ਹੋਇਆ ਨਾ ਕਿ ਸਾਡਾ ਦਿਮਾਗ ਨੈਗੇਟਿਵ ਗੱਲ ਵੱਲ ਜ਼ਿਆਦਾ ਜਾਂਦਾ, ਪੋਜ਼ਿਟਿਵ ਵੱਲ ਘੱਟ ਜਾਂਦਾ। ਇਸ ਕਰਕੇ ਤੁਸੀਂ ਦੇਖੋ ਕਈ ਐਸੇ ਨਿਊਜ਼ ਚੈਨਲਸ ਨੇ, ਵੱਖੋ ਵੱਖਰੇ ਵੱਡੇ ਵੱਡੇ ਨਿਊਜ਼ ਚੈਨਲਸ ਨੇ, ਮਤਲਬ ਇਦਾਂ ਦੀਆਂ ਨਿਊਜ਼ ਕਿ ਬੰਦੇ ਦਾ ਬੀਪੀ ਹਾਈ ਕਰ ਦਿੰਦੇ ਨੇ। ਸਹੀ ਗੱਲ, ਸਵੇਰੇ ਸਵੇਰੇ ਬਲੱਡ ਪ੍ਰੈਸ਼ਰ ਹਾਈ ਕੀਤਾ ਤੁਸੀਂ ਰੋਟੀ ਖਾਂਦੇ ਹੋ, ਜਦੋਂ ਰੋਟੀ ਖਾਂਦੇ ਤੁਹਾਨੂੰ ਖਬਰ ਸੁਣੀ, ਤੁਹਾਡੀ ਰੋਟੀ ਬੁਰਕੀ ਨਹੀਂ ਅੱਗੇ ਲੰਘਣੀ, ਤੁਹਾਨੂੰ ਲੱਗਣਾ ਵੀ ਆਹ ਕੀ ਹੋ ਗਿਆ। ਜਦੋਂ ਇਹ ਬੰਦੇ ਦੀ ਸੋਚ ਆ, ਕਿਸੇ ਨੇ ਦੱਸਦਾ ਨਾ, ਕਿਸੇ ਬੰਦੇ ਨੂੰ ਕਹਿੰਦਾ ਵੀ ਯਾਰ ਛੋਟੀ ਉਮਰ ਦਾ ਬੱਚਾ, ਉਹਨੂੰ ਦੱਸਦਾ ਵੀ ਇਸ ਪਾਸੇ ਬਹੁਤ ਖਰਾਬ ਰਾਹ ਵਾ, ਇਸ ਪਾਸੇ ਬਹੁਤ ਵਧੀਆ ਰਾਹ, ਤੂੰ ਇਸ ਪਾਸੇ ਸੱਜੇ ਹੱਥ ਨਹੀਂ ਜਾਣਾ। ਹੁਣ ਬੰਦੇ ਦਾ ਦਿਮਾਗ ਕੀ ਕਹਿੰਦਾ, ਯਾਰ ਪਹਿਲਾਂ ਇਸ ਪਾਸੇ ਜਾਣਾ, ਇਸ ਪਾਸੇ ਕੀ ਭਲਾ ਵੇਣਾ, ਜਾ ਕੇ ਵੇਣਾ ਟੱਠਾ ਖੂਹ ਜਾ ਕੇ ਡਿੱਗ ਪੈਂਦਾ। ਉਹ ਹੈਗਾ ਅਸੀਂ ਗਲਤ ਪਾਸੇ ਜਾ ਕੇ ਨੁਕਸਾਨ ਲੈ ਸਕਦੇ ਹਾਂ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਜਿੱਥੇ ਸਾਡਾ ਮਾਰਗਦਰਸ਼ਨ ਹੋ ਰਿਹਾ, ਜਿੱਥੇ ਚੰਗਾ ਵਧੀਆ ਜਗ੍ਹਾ ਹੈਗੀ ਆ, ਇਸ ਪਾਸੇ ਕਿਉਂ ਨਹੀਂ ਜ਼ਿੰਦਗੀ ਨੂੰ ਬਚਾਉਣੇ। ਅਮੋਲ ਜ਼ਿੰਦਗੀ ਆ, ਇੰਨੀ ਘੱਟ ਮਿਲਦੀ ਜ਼ਿੰਦਗੀ ਆ, ਇਹਨੂੰ ਕਿਉਂ ਨਹੀਂ ਬਚਾਉਂਦੇ ਆਪਣੇ ਅਮੋਲਕ ਜ਼ਿੰਦਗੀ ਨੂੰ। ਇਹਦੇ ਨਾਲ ਜੁੜੀ ਹੋਈ ਇੱਕ ਹੋਰ ਵੀ ਖਬਰ ਹੈ ਕਿ ਪੰਜਾਬ ਦੇ ਵਿੱਚ ਜੋ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਹੋ ਰਹੀ ਹੈ, ਦੀਵਾਰਾਂ ਦੇ ਉੱਤੇ ਸਲੋਗਨਸ ਲਿਖੇ ਜਾ ਰਹੇ ਨੇ, ਇਹ ਸਾਰਾ ਵਾਤਾਵਰਣ ਬਣਦਾ ਪਿਆ, ਇਹਦੇ ਪਿੱਛੇ ਕੀ ਸੋਚ ਹੈ? ਕਿਉਂਕਿ ਇਹ ਯਕਦਮ ਇਹ ਗੱਲ ਸਾਹਮਣੇ ਆਉਣੀ, ਇੱਕੋ ਦਮ ਇਹਦੇ ਪੱਖਾਂ ਦੇ ਉੱਤੇ ਵੱਖ-ਵੱਖ ਧਿਰਾਂ ਵੱਲੋਂ ਕੋਈ ਨਾ ਕੋਈ ਸਟੇਟਮੈਂਟਸ ਆਉਣੀਆਂ, ਇਹਨਾਂ ਦੇ ਪੱਖਾਂ ਉੱਤੇ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਰਾਏ ਆਉਣੀ ਸੋਸ਼ਲ ਮੀਡੀਆ ਦੇ ਉੱਤੇ। ਇੱਕੋ ਦਮ ਇਹ ਮਸਲਾ ਕਿਉਂ ਉੱਤੇ ਆ ਗਿਆ? ਕਿਉਂਕਿ ਇਹ ਕਿਤੇ ਵੀ ਹੁਣ ਤੱਕ ਤਾਂ ਨਹੀਂ ਸੀ ਕੋਈ ਐਸੀ ਗੱਲ, ਪਰ ਹੁਣ ਥਾਂ-ਥਾਂ ਦੇ ਉੱਤੇ ਇਹ ਚਰਚਾ ਹੋ ਰਹੀ ਹੈ। ਦੇਖੋ, ਮੈਂ ਸੋਚਦਾ ਕਿ ਸੰਜੀਵ ਖੰਨਾ ਜੀ, ਤੁਸੀਂ ਮਸਲੇ ਜਿਹੜੇ ਆ ਨਾ, ਚੜ੍ਹਦੇ ਤੋਂ ਚੜ੍ਹਦਾ ਮਸਲਾ ਲੈਂਦੇ ਜੀ। ਇਹ ਪਤਾ ਨਹੀਂ ਚੰਗੀ ਮਿਹਨਤ ਕਰਕੇ ਤੁਸੀਂ ਮਸਲੇ ਇਕੱਠੇ ਕਰਦੇ ਜਾਂ ਜਿੱਥੋਂ ਵੀ ਤੁਸੀਂ ਕਲੈਕਟ ਕਰਦੇ ਜੀ। ਜੀ ਇਹ ਜਿਹੜਾ ਖਾਲਿਸਤਾਨ ਦਾ ਮਸਲਾ ਸੀਗਾ, ਪਹਿਲਾਂ ਹੀ ਬੜਾ ਉੱਭਰਿਆ, ਇਹਦੇ ਵਿੱਚ ਰੌਲਾ ਪਿਆ, ਉਹਦੇ ਵਿੱਚ ਜਲੰਧਰ ਦੀਆਂ ਬਹੁਤ ਕੰਧਾਂ 'ਤੇ ਲਿਖਿਆ ਗਿਆ ਔਰ ਉਹਦੇ ਤੋਂ ਬਾਅਦ ਉਹ ਮੁੰਡੇ ਫੜੇ ਵੀ ਗਏ ਔਰ ਉਹਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਬੜੇ ਵੱਡੇ ਸ਼ਹਿਰ, ਉਹਨਾਂ ਦੇ ਵਿੱਚ ਨੁੱਕਰਾਂ 'ਚ ਲਿਖਿਆ ਗਿਆ। ਔਰ ਕੋਈ ਹਿਮਾਚਲ 'ਚ ਵੀ ਜਾ ਕੇ ਧਰਮਸ਼ਾਲਾ ਦੇ ਵਿੱਚ ਉੱਥੇ ਲਿਖਿਆ ਗਿਆ, ਜਾ ਕੇ ਫਿਰ ਇਹਨਾਂ ਦੇ ਵਿਧਾਨ ਸਭਾ ਦੀ ਕੰਧਾਂ 'ਤੇ ਲਿਖ ਦਿੱਤਾ ਗਿਆ। ਔਰ ਦੇਖੋ, ਕੇਵਲ ਪੰਜਾਬ ਨਹੀਂ ਇਹਦੇ ਨਾਲ ਹੈਗਾ, ਹਿਮਾਚਲ, ਹਰਿਆਣਾ ਔਰ ਪੰਜਾਬ ਦੇ ਵਿੱਚ, ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਇਹ ਲਿਖਿਆ ਜਾਂਦਾ ਰਿਹਾ ਔਰ ਉਹਨੂੰ ਲੋਕਾਂ ਨੂੰ ਪ੍ਰੋਵੋਕੇਸ਼ਨ ਵਾਲੇ ਪਾਸੇ, ਲੜਾਈ ਵਾਲੇ ਪਾਸੇ, ਝਗੜੇ ਵਾਲੇ ਪਾਸੇ ਲਿਆ ਰਹੇ ਲੋਕ, ਜਦੋਂ ਕਿ ਇੱਥੇ ਸਾਰੀਆਂ ਧਰਮਾਂ ਦੀ ਆਪਸੀ ਬੜੀ ਵੱਡੀ ਸਾਂਝ ਹੈ, ਗੂੜੀ ਸਾਂਝ ਹੈ, ਪਿਆਰ ਮੁਹੱਬਤ ਹੈ। ਲੋਕ ਕਦੀ ਇਸ ਤਰ੍ਹਾਂ ਦੀ ਗੱਲ ਵਾਲੇ ਪਾਸੇ ਨੂੰ ਨਹੀਂ ਆਉਣਾ ਚਾਹੁੰਦੇ, ਪਰ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਉਹ ਆ ਕੇ ਇਹਨਾਂ ਕੰਧਾਂ 'ਤੇ ਲਿਖ ਦਿੰਦੇ ਆ ਕਿ ਕੁਝ ਮੁੰਡੇ ਫੜੇ ਗਏ, ਉਹਨਾਂ ਨੂੰ ਪੁੱਛਿਆ ਗਿਆ, ਇਨਕੁਆਇਰੀ ਹੋਈ, ਜਲੰਧਰ 'ਚ ਫੜੇ ਗਏ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਲਿਖਦੇ ਸੀ? ਗਊਸ਼ਾਲਾ ਦਾ ਏਰੀਆ ਸੀਗਾ, ਉਹਦੇ ਕੰਧ 'ਤੇ ਲਿਖ ਰਹੇ ਸੀਗੇ ਜਲੰਧਰ ਦੇ ਵਿੱਚ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਨੇ ਸਾਨੂੰ ਪੇਡ ਹੈ, ਸਾਨੂੰ ਪੈਸੇ ਮਿਲਦੇ ਸੀ, ਅਸੀਂ ਤਦ ਲਿਖਦੇ। ਬੇਰੁਜ਼ਗਾਰ ਮੁੰਡੇ, ਉਹਨਾਂ ਨੂੰ ਵੀ ਇਸ ਪਾਸੇ ਲਾ ਲੈਂਦੇ। ਕਈ ਵਾਰੀ ਤੁਹਾਡੀ ਚੰਗੀ ਨੀਤ ਨੂੰ, ਚੰਗੀ ਜਿਹੜੇ ਵਧੀਆ ਸੋਚ ਨੂੰ, ਉਹ ਜਿਹੜੀਆਂ ਕੁਝ ਇੱਦਾਂ ਦੇ ਅਨਸਰ ਨੇ, ਉਹ ਇਸ ਪਾਸੇ ਨੂੰ ਮੋੜ ਲੈਂਦੇ ਆ। ਹੁਣ ਮੁੰਡੇ ਪੜ੍ਹੇ ਲਿਖੇ ਆ, ਬੇਰੁਜ਼ਗਾਰ ਆ, ਉਹਨਾਂ ਨੂੰ ਹੁਣ ਇਸ ਪਾਸੇ ਲਾਤਾ ਵੀ ਚੱਲ ਤੈਨੂੰ 10,000 ਰੁਪਏ ਦੇ ਦਾਂਗੇ, ਲਿਖਦੇ ਕੰਧਾਂ 'ਤੇ। ਉਹ ਰਾਤੋਂ ਰਾਤ ਲਿਖਾਉਂਦਾ, ਉਦੋਂ ਬਾਅਦ ਜਦੋਂ ਫੜਿਆ ਜਾਂਦਾ ਫਿਰ ਉਹਦੇ 'ਤੇ ਕੇਸ ਦਾਇਰ ਹੁੰਦਾ। ਕੇਸ ਦਾਇਰ ਹੋਣ ਤੋਂ ਬਾਅਦ ਉਹ ਅੰਦਰ ਚਲ ਜਾਂਦਾ, ਕੋਰਟ ਤੋਂ ਬਾਅਦ ਆਪਣੇ ਜੇਲ੍ਹ 'ਚ ਅੰਦਰ ਚਲ ਜਾਂਦਾ। ਫਿਰ ਉਹ ਬੰਦਾ ਗੈਂਗਸਟਰ ਗਰੁੱਪ ਨਾਲ ਜੁੜ ਜਾਂਦਾ ਔਰ ਉਹਨਾਂ ਦੇ ਵਿੱਚੋਂ ਵੀ ਇਹਨਾਂ ਨੂੰ ਬੜੀ ਰਿਕਰੂਟਮੈਂਟ ਹੋਈ ਆ, ਇਹਨਾਂ ਨੂੰ ਪੈਸੇ ਆਫਰ ਹੁੰਦੇ ਆ। ਇਹ ਚੀਜ਼ਾਂ ਸਮਝਣੀਆਂ ਔਖੀਆਂ। ਬੇਸਿਕ ਗੱਲ ਇਹਦੇ ਪਿੱਛੇ ਕੀ ਹੈ? ਬੇਰੁਜ਼ਗਾਰੀ। ਇਹਦੇ ਪਿੱਛੇ ਕੀ ਹੈਗੀ ਆ? ਨਸ਼ਾਖੋਰੀ। ਇਹਦੇ ਪਿੱਛੇ ਕੀ ਗੱਲ ਹੈਗੀ ਆ? ਸ਼ਰਾਰਤੀ ਅਨਸਰ। ਇਹਦੇ ਵਿੱਚ ਕਈ ਫੈਕਟਰ ਇਨਵੋਲਵਡ ਹੈਗੇ ਆ ਔਰ ਇਹਦੇ ਵਿੱਚ ਕਈ ਪਾਰਟੀਆਂ ਵੀ ਆ ਜਾਂਦੀਆਂ, ਜਿਹੜੀਆਂ ਪਾਰਟੀਆਂ ਰਾਜਗੱਦੀ 'ਤੇ ਨੇ। ਉਹਨਾਂ ਦਾ ਇਰਾਦਾ ਕਿ ਪੰਜਾਬ ਨੂੰ ਐਸੇ ਵਲੂੰਦਰ ਦਿਓ, ਪੰਜਾਬ 'ਚ ਐਸਾ ਰੌਲਾ ਪਾ ਦਿਓ, ਆ ਜੇ ਰਾਸ਼ਟਰਪਤੀ ਰਾਜ, ਅਤੇ ਬਾਕੀ ਪਾਰਟੀ ਵੀ ਸਾਰੀਆਂ ਸਾਡੇ ਵਾਂਗੂ ਵਿਹਲੀਆਂ ਬਹਿ ਜਾਣ, ਕੁਰਸੀ ਮੇਜ਼ ਚੁੱਕ ਕੇ ਘਰਾਂ ਨੂੰ ਆ ਜਾਣ। ਇਹ ਹਾਲਤ ਹੈ। ਮਤਲਬ ਇਹ ਹੈ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਆਪਣੀ ਸੱਤਾ ਚਮਕਾਉਣ ਵਾਸਤੇ ਜੀ, ਜਾਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸਥਾਪਿਤ ਕਰਨ ਵਾਸਤੇ। ਜੋ ਵੀ ਇਹ ਕਰਨਾ ਚਾਹੁੰਦੇ ਨੇ, ਪਤਾ ਨਹੀਂ ਉਹ ਕੌਣ ਲੋਕ ਨੇ ਜੋ ਇਹ ਸਭ ਕਰਨਾ ਚਾਹੁੰਦੇ ਨੇ, ਪਰ ਤੁਸੀਂ ਇਹ ਸਭ ਕਰਨਾ ਚਾਹੁੰਦੇ ਹੋ ਕਿਉਂ? ਕੀ ਵਿਗਾੜਿਆ ਤੁਹਾਡਾ ਪੰਜਾਬ ਦੇ ਲੋਕਾਂ ਨੇ? ਸਹੀ ਗੱਲ। ਕੀ ਵਿਗਾੜਿਆ ਤੁਹਾਡੇ ਪੰਜਾਬ ਸੂਬੇ ਨੇ? ਕਿਉਂ ਨਹੀਂ ਖੁਸ਼ਹਾਲ ਰਹਿਣ ਦੇਣਾ ਚਾਹੁੰਦੇ? ਸਭ ਨੂੰ ਮਿਲ ਕੇ ਕਿਉਂ ਨਹੀਂ ਰਹਿਣ ਦੇਣਾ ਚਾਹੁੰਦੇ? ਕਿਉਂ ਨਹੀਂ ਸੁੱਖ ਸ਼ਾਂਤੀ ਨਾਲ ਰਹਿਣ ਦੇਣਾ ਚਾਹੁੰਦੇ? ਅੱਗੇ ਗਰੀਬੀ ਦੀ ਮਾਰ ਹੈ, ਮੁਸੀਬਤਾਂ ਦੀ ਮਾਰ ਹੈ। ਤੁਸੀਂ ਮਤਲਬ ਕਿਸ ਹੱਦ ਤੱਕ ਜਾਣਾ ਚਾਹੁੰਦੇ ਹੋ? ਇਹ ਗੱਲਾਂ ਸੋਚਣ ਵਾਲੀਆਂ ਨੇ। ਜਿੱਦਾਂ ਆਪਾਂ ਪਹਿਲਾਂ ਕਿਹਾ ਸੀਗਾ ਨਾ ਕਿ ਸ਼ੋ ਸਮ ਐਥਿਕਸ, ਕੋਈ ਮਰਿਆਦਾ ਦੀ ਗੱਲ ਕਰੋ, ਹੈ ਨਾ, ਕੋਈ ਜੈਂਟਲਮੈਨ ਬਿਹੇਵੀਅਰ ਕਰੋ। ਇਹ ਕੀ ਹੋ ਰਿਹਾ? ਮਤਲਬ ਇਹ ਹੈ ਕਿ
ਹੁਣ ਜੇ ਸਰਕਾਰ ਸੁੱਟ ਦਿਓ ਰੌਲਾ ਪਾਇਆ ਹੋਇਆ, ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਫਿਰ ਵੋਟਾਂ ਪੈਣਗੀਆਂ। ਵੋਟਾਂ ਤਾਂ ਪੈਣਗੀਆਂ ਸਾਲ ਬਾਅਦ, ਨਹੀਂ ਤੇ 2 ਸਾਲ ਬਾਅਦ ਪੈਣਗੀਆਂ। ਜੇ ਰੱਬ ਨਾ ਕਰੇ ਤੁਸੀਂ ਸਰਕਾਰ ਸੁੱਟਣ 'ਚ ਕਾਮਯਾਬ ਹੋ ਜਾਂਦੇ ਹੋ, ਆਫਟਰ ਦੈਟ 1 ਸਾਲ 2 ਸਾਲ ਗਵਰਨਰ ਰਾਜ, ਫਿਰ ਵੋਟਾਂ ਪੈਣਗੀਆਂ, ਕਿਉਂਕਿ ਡੈਮੋਕ੍ਰੇਸੀ ਹੈ। ਬਿਲਕੁਲ। ਜੋ ਖਰਚਾ ਕੌਣ ਚੁੱਕੂਗਾ? ਫਿਰ ਵੀ ਸਰਕਾਰ ਬਣੂਗੀ, ਫਿਰ ਕਿਹਦੀ ਬਣੂਗੀ? ਗੱਲ ਇਹ ਹੈ ਕਿ ਹੁਣ ਪਬਲਿਕ ਨੇ ਚੁਣਿਆ, ਕੰਮ ਤਾਂ ਕਰਨ ਦਿਓ ਸਰਕਾਰ ਨੂੰ। ਪਬਲਿਕ ਨੇ ਚੁਣਿਆ ਤਾਂ ਪਬਲਿਕ ਦੀ ਗੱਲ ਸੁਣ ਲਵੋ, ਮੰਨ ਲਵੋ। ਆਫਟਰ ਆਲ ਡੈਮੋਕ੍ਰੇਸੀ ਹੈ। ਇਹ ਥੋੜਾ ਕਿ ਪਬਲਿਕ ਚੁਣੇ ਤਾਂ ਅਸੀਂ ਜੀ ਕਿਸੇ ਨਾ ਕਿਸੇ ਬਹਾਨੇ ਸਰਕਾਰ ਸੁੱਟੀਏ, ਪਬਲਿਕ ਦੀ ਗੱਲ ਨੂੰ ਭੂੰਜੇ ਪਾ ਦਈਏ ਤੇ ਫਿਰ ਕਹੀਏ ਫਿਰ ਵੋਟਾਂ ਪਾਓ, ਤੇ ਫਿਰ ਆ ਕੇ ਲੋਕਾਂ ਨੂੰ ਕਹੀਏ ਹੱਥ ਜੋੜ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ, ਸਾਨੂੰ ਗੱਦੀ ਤੇ ਬਿਠਾਓ, ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ। ਆ ਭਲਾ ਤਾਂ ਤੁਸੀਂ ਕਰਕੇ ਦਿਖਾ ਦਿੱਤਾ। ਪਹਿਲਾਂ ਜਿਹੜੀ ਸਰਕਾਰ ਸੁੱਟ ਦਿੱਤੀ ਉਹ ਭਲਾ ਹੀ ਕੀਤਾ, ਹੁਣ ਦੁਬਾਰਾ ਫਿਰ ਵੋਟਾਂ ਪਾਉਂਦੇ ਪਏ ਹੋ। ਇਸ ਤੋਂ ਵੱਡਾ ਭਲਾ ਕੀ ਹੋਣਾ? ਤੇ ਹੁਣ ਤੁਸੀਂ ਆ ਗਏ ਹੋ ਸਾਨੂੰ ਵੋਟਾਂ ਦਿਓ, ਸੇਵਾ ਕਰਨੀ ਹੈ। ਇਹ ਸੇਵਾ ਕਰਨੀ ਸਾਡੀ, ਇਹ ਚੰਗੀ ਸੇਵਾ ਕਿਸੇ ਦੂਸਰੇ ਪਾਸੇ ਸਾਡੀ ਸੇਵਾ ਕਰਦੇ ਪਏ ਹੋ, ਜਿਹਨੂੰ ਆਪਾਂ ਕਹਿੰਦੇ ਆ ਨਾ ਇਹਦੀ ਸੇਵਾ ਕਰੋ, ਮਤਲਬ ਫੜ ਕੇ ਉਹਦਾ ਕੁਟਾਪਾ ਕਰ ਦਿਓ, ਉਹ ਵੀ ਤਾਂ ਇੱਕ ਸੇਵਾ ਹੀ ਹੈ ਨਾ। ਤਾਂ ਇਹ ਕੁਟਾਪੇ ਵਾਲੀ ਸੇਵਾ ਹੁੰਦੀ ਪਈ ਹੈ। ਸੋ ਇਹ ਗੱਲਾਂ ਨੇ ਨਿੱਕੀਆਂ ਨਿੱਕੀਆਂ। ਇਹਦਾ ਮਨਸ਼ਾ ਇਹ ਹੁੰਦਾ ਕਿ ਨਾ ਖੇਡਣਾ ਤੇ ਨਾ ਖੇਡਣ ਦੇਣਾ। ਆਪ ਹੀ ਨਹੀਂ ਖੇਡਣਾ ਗਰਾਊਂਡ 'ਚ ਆਉਣਾ ਤੇ ਦੂਜੇ ਨੂੰ ਹਾਕੀ ਦੇ ਲੱਤਾਂ 'ਚ ਦੇ ਕੇ ਸੁੱਟ ਦੇਣਾ। ਉਹ ਹੁੰਦਾ, ਇਹ ਹੁੰਦਾ ਵੀ ਨਾ ਜੀਣਾ ਤੇ ਨਾ ਜੀਉਣ ਦੇਣਾ। ਉਹ ਮਨਸ਼ੇ ਨਾਲ ਚੱਲਦੇ ਆ। ਨਹੀਂ ਜਿਉਣਾ ਹੈ ਤੇ ਜਿਉਣ ਨਹੀਂ ਦੇਣਾ ਨਾ। ਬਸ ਉਹ ਆਪ ਜੀਣਾ, ਲਿਵ ਐਂਡ ਲੈਟ ਡਾਈ। ਪਰ ਇਹਦੇ 'ਚ ਇਹ ਦੂਜਾ ਹੁੰਦਾ ਵੀ ਆਪ ਵੀ ਨਹੀਂ ਜੀਣਾ ਤੇ ਦੂਜੇ ਨੂੰ ਵੀ ਨਹੀਂ ਜੀਣਾ। ਆਪ ਤਾਂ ਮਰਿਆ ਹੀ ਹੈ ਬੰਦਾ, ਮਰਿਆ ਬੰਦਾ ਦੂਜੇ ਬੰਦੇ ਨੂੰ ਮਾਰਦਾ, ਉਹਨੂੰ ਪਤਾ ਵੀ ਮੈਂ ਤਾਂ ਮਰ ਰਿਹਾ। ਇਹ ਜਿਹੜੀਆਂ ਛੋਟੀਆਂ ਗੱਲਾਂ ਨੇ ਨਾ, ਇਹਦੇ ਨਤੀਜੇ ਬਹੁਤ ਭਿਆਨਕ ਨੇ, ਬਹੁਤ ਡਿਜ਼ਾਸਟਰਸ ਨੇ। ਨਹੀਂ, ਅੱਗੇ ਆਪਾਂ ਭੋਗੇ ਵੀ ਹੈ ਪੰਜਾਬ ਦੇ ਲਈ। ਹੁਣ ਨਹੀਂ ਗਾ 1857 ਦੇ ਗਦਰ ਤੋਂ ਲੈ ਕੇ ਹੁਣ ਤੱਕ ਜਿਹੜੇ ਚੱਲਦੇ ਆ ਰਹੇ ਆ, ਜਿਹੜੀ ਉਹ ਜ਼ਮਾਨੇ ਦੀ ਜੇ ਅਸੀਂ ਤਵਾਰੀਖ ਪੜ੍ਹੀਏ ਤਾਂ ਉਸ ਤਵਾਰੀਖ ਜੇ ਅਸੀਂ ਵੇਖੀਏ ਤਾਂ ਪੰਜਾਬ ਤਾਂ ਉੱਠਿਆ ਹੀ ਨਹੀਂ, ਗੋਡਿਆਂ 'ਤੇ ਰਿਹਾ, ਉਹਦੇ 'ਤੇ ਰਿਹਾ। ਨਾ ਤਾਂ ਘਰ ਚੰਗੇ ਬਣੇ, ਨਾ ਤੋੜ ਭੰਨ ਰਹੀ ਹੈ। ਅਬਦਾਲੀ ਨਾਦਰ ਚੰਗੇਜ਼ ਇੱਧਰ ਪੰਜਾਬ ਵੱਲ ਨੂੰ ਹੀ ਆਉਂਦੇ ਰਹੇ। ਪਹਿਲਾਂ ਤਾਂ ਉਹਨਾਂ ਨੇ ਉੱਠਣ ਦਿੱਤਾ। ਹੁਣ ਇਹਨਾਂ ਦੀ ਆਪਸੀ ਫੁੱਟ ਜਿਹੜੀ ਹੈਗੀ ਉਹ ਆ। ਹੁਣ ਪਾਰਟੀਆਂ ਦੀ ਆਪਸੀ ਫੁੱਟ ਵੀ ਹੈਗੀ ਆ, ਹਰ ਪਾਰਟੀ 'ਚ ਫੁੱਟ ਪਈ ਹੈ। ਹਰ ਪਾਰਟੀ ਦੇ ਵਿੱਚ ਇਹ ਹੈ, ਜੇ ਯੂਨਾਈਟ ਹੈ ਅਤੇ ਸਾਡੀ ਸੈਂਟਰ ਦੀ ਗੌਰਮੈਂਟ ਯੂਨਾਈਟ ਆ, ਉਹਨਾਂ ਨੂੰ ਪਤਾ। ਇਸ ਕਰਕੇ ਯੂਨਾਈਟ ਹੈ ਕਿ ਉਹਨਾਂ ਕੋਲ ਗੱਦੀ ਆ, ਉਹਨਾਂ ਕੋਲ ਤਖਤ ਆ, ਉਹਨਾਂ ਸੰਭਾਲਿਆ। ਤਖਤਾ ਉਦੋਂ ਬਣਦਾ ਜਦੋਂ ਜਿਹੜੇ ਬੰਦੇ ਆਪਸੀ ਫੁੱਟ ਦਾ ਸ਼ਿਕਾਰ ਹੋ ਜਾਂਦੇ ਆ। ਹੁਣ ਜੇ ਅਸੀਂ ਨਾਂ ਨਹੀਂ ਲਵਾਂਗੇ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਕਿਹੜੀਆਂ ਸਰਕਾਰਾਂ 'ਚ, ਕਿਹੜੀਆਂ ਪਾਰਟੀਆਂ 'ਚ ਕੀ ਕੁਛ ਭੱਬਲ ਭੂਸਾ ਪਿਆ। ਕਾਹਦੇ ਲਈ? ਕੁਰਸੀ ਲਈ। ਕੁਰਸੀ ਵੱਡੀ ਲਈ, ਛੋਟੀ ਲਈ ਵੀ ਨਹੀਂ। ਮੰਤਰੀ ਲਈ, ਮੰਤਰੀ ਆਪ ਜੇਲ੍ਹਾਂ ਦੇ ਅੰਦਰ ਚੱਲ ਜਾਂਦੇ ਆ। ਜਦੋਂ ਉਹਨਾਂ ਕੋਲ ਪੋਰਟਫੋਲੀਓ ਸੀਗਾ, ਮਹਿਕਮਾ ਸੀ, ਪੈਸਾ ਜੇਬਾਂ 'ਚ ਪਾ ਲਿਆ, ਲੋਕਾਂ ਨੂੰ ਦਿੱਤਾ ਡੱਕਾ ਨਹੀਂ ਗਾ। ਸੇਵਾ ਕਾਹਦੀ ਹੋ ਗਈ? ਆਪਣੇ ਪਰਿਵਾਰ ਦੀ, ਆਪਣੀ ਜੇਬ ਦੀ ਹੋ ਗਈ ਸੇਵਾ। ਇਹ ਗੱਲਾਂ ਹਿਊਮਨ ਸਾਈਕੀ 'ਚ ਨਹੀਂ ਹੁੰਦੀਆਂ, ਨਾ ਇਹ ਮਨੁੱਖਤਾ ਦੇ ਵਿੱਚ ਪਾਈਆਂ ਗਈਆਂ ਜਿਹੜੀਆਂ ਅਸੀਂ ਵੇਖਦੇ ਹਾਂ। ਕਿ ਪਿਛਲੇ ਦਹਾਕੇ 5 ਦਹਾਕੇ ਪਿੱਛੇ ਚੱਲ ਜਾਓ ਜਾਂ 20 ਦਹਾਕੇ ਪਿੱਛੇ ਚਲੇ ਜਾਓ, ਉਦੋਂ ਇੱਦਾਂ ਦਾ ਨਹੀਂ ਸੀ ਹੁੰਦਾ। ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀਗਾ ਪੰਜਾਬ 'ਚ, ਕੋਈ ਇੱਦਾਂ ਦਾ ਮੁੱਦਾ ਨਹੀਂ ਸੀ ਉੱਠਿਆ ਅੱਜ ਤੱਕ, ਕੋਈ ਰੌਲਾ ਨਹੀਂ ਸੀ ਪਿਆ। ਜਿੰਨੇ ਵੀ ਇੱਥੇ ਮੁੱਖ ਮੰਤਰੀ ਆਏ ਆ, ਬਾਦਲ ਸਾਹਿਬ ਦੇ ਟਾਈਮ 'ਤੇ ਵੀ ਸਮੂਥਨੈਸ ਰਹੀ ਆ, ਕੋਈ ਇਸ ਤਰ੍ਹਾਂ ਦਾ ਇੱਦਾਂ ਦਾ ਨਹੀਂ ਹੋਇਆ। ਨਕਸ਼ੋ ਨਗਾਰ ਸੋਹਣਾ ਰਿਹਾ ਪੰਜਾਬ ਦਾ, ਮੁਹਾਂਦਰਾ ਬਦਲਿਆ ਇਹਨਾਂ ਨੇ, ਪਰ ਹੁਣ ਵਿਗੜਦਾ ਜਾ ਰਿਹਾ ਬੜਾ ਕੁਛ। ਬਿਲਕੁਲ ਵਿਗੜਦਾ ਜਾ ਰਿਹਾ, ਔਰ ਰੱਬ ਕਰੇ ਕਿ ਸਭ ਸਹੀ ਹੋਵੇ, ਸਭ ਸੁਧਰ ਜਾਵੇ ਤਾਂ ਸਾਰਿਆਂ ਦੀ ਜ਼ਿੰਦਗੀ, ਬੱਚੇ ਆਪਣੇ, ਸਾਰਾ ਮਾਂ ਪਿਓ ਸਾਰਿਆਂ ਦੀ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਸਾਡੀ ਧਰਤੀ ਆਪਣੀ ਹੈ। ਬਿਲਕੁਲ ਸਹੀ ਗੱਲ ਹੈ। ਸੋ ਇਸੇ ਦਾ ਹੀ ਹਿੱਸਾ ਅੱਗੇ ਲੈ ਕੇ ਤੁਰਦੇ ਹਾਂ ਆਪਾਂ। ਡੈਮੋਕ੍ਰੇਸੀ ਦੀ ਗੱਲ ਆਪਾਂ ਕਰਦੇ ਰਹੇ ਹਾਂ। ਗੁਜਰਾਤ ਵਿੱਚ ਚੋਣਾਂ ਦਾ ਮੈਦਾਨ ਪੂਰੇ ਜ਼ੋਰ ਨਾਲ ਭਖਿਆ ਹੋਇਆ ਜੀ। ਹਾਂ, ਇਲੈਕਸ਼ਨ ਆ ਰਹੀ ਹੈ। ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਜਿੱਦਾਂ ਪੰਜਾਬ ਨੂੰ ਅਸੀਂ ਖੂਬਸੂਰਤ ਬਣਾ ਦਿੱਤਾ, ਗੁਜਰਾਤ ਨੂੰ ਵੀ ਬਣਾ ਦਾਂਗੇ। ਹਾਂ ਬਿਲਕੁਲ, ਉਹਨਾਂ ਨੇ ਆਪਣਾ ਤਾਂ ਮਾਡਲ ਬਣਾ ਦਿੱਤਾ, ਮਾਡਲ ਤਾਂ ਦੇਣਗੇ ਉੱਥੇ। ਚਲੋ ਜਿੰਨਾ ਕਿ ਇਹਨਾਂ ਨੇ ਉੱਥੇ ਵੀ ਦਿੱਲੀ ਮਾਡਲ ਲੈ ਕੇ ਜਾਣਾ। 100 ਦੇ ਵਿੱਚੋਂ ਜਿੰਨਾ 15-20 ਜਿੰਨੇ % ਕੀਤਾ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ, ਜਿੰਨਾ ਕਰ ਚੁੱਕੇ ਆ ਉਹਨੇ ਸਮੇਂ 'ਚ। ਬਾਕੀ ਵਧਾ ਚੜਾ ਕੇ ਦੱਸਣਾ ਤਾਂ ਹਰ ਬੰਦੇ ਦੀ ਸਾਈਕੀ 'ਚ ਖੂਬੀ ਹੁੰਦੀ ਹੈ, ਉਹ ਤਾਂ ਖੂਬੀ ਉਹਨੂੰ ਦੱਸਣਗੇ ਕਿਉਂਕਿ ਉਹਨਾਂ ਇਲੈਕਸ਼ਨ ਲੜਨੀ ਉੱਥੇ। ਔਰ ਪਾ ਲਾ ਕੇ ਜਿਹੜੇ ਗੁਜਰਾਤ 'ਚ ਹੈਗੀ ਹੈ, ਮੋਦੀ ਸਾਹਿਬ ਦਾ ਇਹ ਬੜਾ ਵਧੀਆ ਸਟੇਟ ਰਿਹਾ, ਆਪ ਮੁੱਖ ਮੰਤਰੀ ਰਹੇ ਉੱਥੇ। ਔਰ ਇਸ ਵੇਲੇ ਜਿਹੜੀ ਸੂਝਵਾਨ ਤਾਂ ਜਿਹੜੇ ਪੋਲੀਟੀਕਲ ਲੀਡਰ ਦੱਸ ਰਹੇ ਉਹ ਕਹਿੰਦੇ ਲੜਾਈ ਇਸ ਵੇਲੇ 2 ਪਾਰਟੀਆਂ ਦੇ ਉੱਤੇ ਹੈ, BJP ਤੇ ਕਾਂਗਰਸ, ਦੋਵਾਂ ਦਾ ਆਪਸੀ ਹੈਗਾ। ਅਤੇ ਜਿਹੜੀ ਆਪ ਪਾਰਟੀ ਹੈ ਇਹਦਾ ਹੈ ਤਾਂ ਉੱਥੇ ਹੈ, ਪਰ ਅਜੇ ਉੱਥੇ ਲੱਗਦਾ ਵੀ ਆਟੇ ਵਿੱਚ ਲੂਣ ਵਾਲੀ ਗੱਲ ਹੀ ਆ। ਮੈਜੋਰਿਟੀ ਬਹੁਤ ਮੱਚ ਨਹੀਂ ਹੈਗੀ, ਕਿਉਂਕਿ ਉੱਥੇ ਜਿਹੜਾ ਸਾਰਾ ਕੁਛ ਹੈਗਾ ਚੱਕਰ 2 ਪਾਰਟੀਆਂ ਦਾ ਕੁਛ ਜ਼ਿਆਦਾ ਹੈ। ਇਸ ਕਰਕੇ ਹੈਗਾ ਕਿ ਮੋਦੀ ਸਾਹਿਬ ਨੇ ਆਪਣੇ ਬ੍ਰਦਰ ਉਹਨਾਂ ਦੇ ਪ੍ਰਹਲਾਦ ਮੋਦੀ ਜੀ, ਉਹਨਾਂ ਨੂੰ ਡਿਊਟੀ ਸੌਂਪੀ ਆ। ਉਹ ਉੱਥੇ ਕਮਾਂਡ ਸੰਭਾਲ ਕੇ ਬੈਠੇ ਆ, ਔਰ ਉਹਦੇ ਵਿੱਚ ਜਿੰਨੇ ਵੀ ਨੁਮਾਇੰਦੇ ਹੈਗੇ ਉਹਨਾਂ ਨੇ ਕਿਹਾ ਕਿ ਸਹੂਲਤਾਂ ਦੀ ਵਿਚਾਰ ਕਰ ਦਿਓ, ਝੜੀ ਲਾ ਦਿਓ ਇੱਥੇ, ਜੋ ਮੰਗਦੇ ਆ ਲੋਕ ਉਹਨਾਂ ਨੂੰ ਮੰਨੋ ਉਹਨਾਂ ਉਸ ਗੱਲ ਨੂੰ। ਕਿਉਂਕਿ ਉਹ ਲੋਕ ਚਾਹੁੰਦੇ ਡਬਲ ਇੰਜਨ ਵਾਲੀ ਜਿਹੜੀ ਪਾਰਟੀ। ਡਬਲ ਇੰਜਨ ਤੋਂ ਮਤਲਬ ਹੈਗਾ ਕਿ ਸੈਂਟਰ 'ਚ ਤਾਂ ਉਹਨਾਂ ਦੀ ਫਿਲਹਾਲ ਅਜੇ ਹੈ, 2024 ਤੋਂ ਹੀ ਇਹਨਾਂ ਨੇ ਆਪਣਾ ਬਣਾ ਲੈਣਾ, ਇਹਨਾਂ ਬਣਾ ਰਹੇ ਮਜ਼ਬੂਆ ਵੀ ਇਹਨੂੰ ਅਸੀਂ ਪਾਰਟੀ ਨੂੰ ਉੱਦਾਂ ਰੱਖਾਂਗੇ। ਲੋਕ ਇਹ ਚਾਹੁੰਦੇ ਆ। ਹੁਣ ਪੰਜਾਬ ਇਸ ਗੱਲ ਨੂੰ ਕਿਉਂ ਪਛੜਿਆ ਗਿਆ ਕਿ ਸੈਂਟਰ ਵੱਲੋਂ ਜਿਹੜੀ ਫੰਡਿੰਗ ਆਉਣੀ ਨਹੀਂ ਆ ਰਹੀ।
ਜੇ ਕੱਲ੍ਹ ਨੂੰ ਗੁਜਰਾਤ 'ਚ ਪਾਰਟੀ ਬਣ ਜਾਂਦੀ ਹੈ ਬੀਜੇਪੀ ਦੀ, ਜਿੱਤ ਹਾਸਲ ਕਰ ਜਾਂਦੇ ਆ, ਅੱਗੇ ਵੀ ਇਹਨਾਂ ਨੇ 4 ਸੂਬਿਆਂ 'ਚ ਲੈ ਗਏ ਆ, ਔਰ ਇਹਦੇ ਵਿੱਚੋਂ ਜੇ ਲੈ ਗਏ ਉਹਦੇ ਵਿੱਚ ਲੋਕ ਫਿਰ ਸੁਖੀ ਹੋਣਗੇ, ਕਿਉਂਕਿ ਇਸ ਕਰਕੇ ਸੁਖਣੇ ਸੁੱਤੇ ਸਿੱਧ ਪਤਾ ਹੈਗਾ ਪੈਸਾ ਮਿਲਣਾ ਸ਼ੁਰੂ ਹੋ ਜੂ ਉਹਨਾਂ ਨੂੰ ਸਾਰਿਆਂ ਨੂੰ। ਔਰ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਸੂਝ ਦੇ ਵਿੱਚ ਪਾਈਆਂ ਗਈਆਂ, ਪਿਆ ਜੇ ਗੱਲ ਇਸੇ ਤਰ੍ਹਾਂ ਕਰ ਲਓ। ਇਸ ਵੇਲੇ ਤੁਸੀਂ ਜਿੱਦਾਂ ਕਿਹਾ ਕਿ ਆਪ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ, ਪੱਬਾਂ ਤੱਕ ਜ਼ੋਰ ਲਾ ਰਹੀ ਹੈ ਕਿ ਆਹ ਅਸੀਂ ਪਹਿਲੋਂ ਉੱਥੇ ਪੰਜਾਬ 'ਚ ਜਿੱਤ ਹਾਸਲ ਕਰ ਲਈ ਹੈ, ਔਰ ਜਿੱਤ ਵੀ ਬੜੀ ਹੈਰਾਨੀਜਨਕ ਜਿੱਤ ਹੈ। ਔਰ ਇਹਦਾ ਉਹਨਾਂ ਨੇ ਉਦਾਹਰਣ ਤਾਂ ਦੇਣੀ ਹੈ ਉੱਤੇ ਕਿ ਅਸੀਂ ਦੇਖੋ ਕਿੰਨੀਆਂ ਲੈ ਕੇ ਗਏ ਹਾਂ। ਇਸ ਤਰ੍ਹਾਂ ਦਾ ਕਦੇ ਵੀ ਕਿਸੇ ਸੂਬੇ 'ਚ ਨਹੀਂ ਹੋਇਆ ਜੋ ਪੰਜਾਬ 'ਚ ਹੋਇਆ। ਵੈਸੇ ਪੰਜਾਬ ਮੋਹਰੀ ਰਹਿੰਦਾ ਹਰ ਗੱਲ 'ਚ, ਹੈ ਨਾ, ਹਰ ਪਾਸੇ, ਇਨਕਮ 'ਚ ਵੀ, ਹੈ ਨਾ, ਖਾਣ ਪੀਣ 'ਚ ਵੀ, ਕੱਪੜਾ ਪਾਉਣ 'ਚ ਵੀ, ਡਾਂਗ ਸੋਟੇ 'ਚ ਵੀ, ਹਰ ਪਾਸੇ ਰਹਿੰਦਾ, ਹਰ ਪਾਸੇ ਇਹ ਅੱਗੇ ਰਹਿੰਦਾ, ਹੈ ਨਾ। ਇਹ ਹੈਗਾ ਜੋਸ਼ੀਲੇ ਆ, ਸੂਝਵਾਨ ਵੀ ਹੈਗੇ ਆ, ਸਕਾਲਰ ਵੀ ਆ, ਪੜ੍ਹੇ ਲਿਖੇ ਵੀ ਲੋਕ ਹੈਗੇ ਆ। ਇਹ ਜਦੋਂ ਵੀ ਰਹਿੰਦਾ ਉੱਪਰ ਹੀ ਰਹਿੰਦਾ ਹਰ ਗੱਲ ਹੀ। ਹੁਣ ਜੇ ਬਾਹਰਲੇ ਦੇਸ਼ਾਂ 'ਚ ਬੈਠੇ ਆ, ਜੇ ਗੱਲ ਕਰ ਲਏ ਤਾਂ ਸਾਰੇ ਪੰਜਾਬੀ 'ਚ ਹੋਣਗੇ। ਜਿਸ ਜਿੱਥੇ ਬੈਠੇ ਆ, ਇਹਨਾਂ ਦੇ ਬਾਗ ਆ, ਇਹਨਾਂ ਦੇ, ਹੈ ਨਾ, ਔਰਚਡ ਆ, ਇਹਨਾਂ ਦੇ ਉੱਤੇ ਡਰਾਈ ਫਰੂਟ ਦੇ ਬਾਗ, ਉੱਥੇ ਇਹਨਾਂ ਦੇ ਜਹਾਜ਼ ਚੱਲ ਰਹੇ ਆ, ਸਾਰਾ ਕੁਛ ਇਹਨਾਂ ਦਾ ਕੰਮ ਹੈ, ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਇੰਗਲੈਂਡ 'ਚ ਵੀ, ਔਰ ਅਮਰੀਕਾ 'ਚ ਵੀ, ਨਿਊਜ਼ੀਲੈਂਡ 'ਚ ਵੀ, ਔਰ ਬਾਕੀ ਜਿਹੜੇ ਚਾਈਨਾ 'ਚ ਜਿੱਥੇ ਜਿੱਥੇ ਬੈਠੇ ਆ, ਜਿੱਥੇ ਵੀ ਸਾਡੇ ਪੰਜਾਬੀ ਬੈਠੇ ਆ, ਇਹ ਅਪਰ ਹੀ ਹੈ, ਇਸੇ ਕਰਕੇ ਹੈਗੇ ਆ। ਔਰ ਜੋਸ਼ੀਲੇ ਕੰਮਕਾਰ 'ਚ ਵੀ, ਆਰਮੀ 'ਚ ਵੀ ਪੰਜਾਬੀ ਬੈਠੇ, ਵੱਡੇ ਕਰਨਲ, ਜਨਰਲ, ਹੈ ਨਾ, ਬ੍ਰਿਗੇਡੀਅਰ। ਜੇ ਪੁਲਿਸ 'ਚ ਹੈ, ਪੁਲਿਸ 'ਚ ਵੀ ਅੱਗੇ ਹੈਗੇ, ਪੜ੍ਹਦੇ ਤਾਂ ਹੈ, ਔਰ ਲੜਨ 'ਚ ਵੀ ਜਿਹੜੇ ਬਾਹਰਲੀਆਂ ਫੋਰਸਾਂ 'ਚ ਉਹ ਤੇਜ਼ ਹੈਗੇ ਆ। ਔਰ ਸਾਡੇ ਸੂਬੇ ਨੇ ਜਿਹੜੇ, ਇਹਨਾਂ ਨੂੰ ਵੀ ਜਦੋਂ ਲੜਾਈ ਹੁੰਦੀ 65 ਦੀ 'ਚ ਵੀ, 71 'ਚ ਵੀ ਪੰਜਾਬੀ ਅੱਗੇ ਆਏ, ਇਸੇ ਤਰ੍ਹਾਂ ਹੀ ਹੈਗੀ। ਇਹ ਉਦਾਹਰਣ ਹੈਗੀ ਆ 1857 ਦੇ ਗਦਰ ਤੋਂ ਲੈ ਕੇ 1971, 65, 62 ਸਾਰੀਆਂ ਲੜਾਈਆਂ 'ਚ ਪੰਜਾਬੀ ਅੱਗੇ ਰਹੇ। ਇਸੇ ਕਰਕੇ ਮੈਂ ਇਹ ਨਹੀਂ ਕਿਹਾ ਵੀ ਘਰੇ ਲੜਦੇ, ਬਾਹਰਲਿਆਂ ਨਾਲ ਵੀ ਜੇ ਇਹਨਾਂ ਦੀ ਕੋਈ ਦੇਸ਼ 'ਤੇ ਮਾੜੀ ਨਿਗਾਹ ਨਾਲ ਵੇਂਦਾ ਤਾਂ ਉਹਦੀਆਂ ਅੱਖਾਂ ਕੱਢ ਦਿੰਦੇ ਆ, ਦੰਦ ਖੱਟੇ ਕਰ ਦਿੰਦੇ। ਜੀ ਬਿਲਕੁਲ। ਔਰ ਇਸੇ ਕਰਕੇ ਪੰਜਾਬੀ ਕਹਿੰਦੇ ਨੇ ਨਾ, ਖਾਸ ਕਰਕੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ, ਹਾਂ, ਕਿਉਂਕਿ ਜੋ ਅਸੀਂ ਕਾਰਗੁਜ਼ਾਰੀ ਦਿੰਦੇ ਆ, ਹਾਂ, ਸਾਨੂੰ ਰਿਸਪੈਕਟ ਮਿਲਣੀ ਚਾਹੀਦੀ। ਸਹੀ ਗੱਲ। ਸੋ ਇਹ ਗੱਲਾਂ ਪੰਜਾਬ ਦੇ ਲੋਕ ਫੀਲ ਕਰਦੇ ਨੇ। ਰਿਸਪੈਕਟ ਉਹੀ ਮੰਗਦਾ ਜਿਹੜਾ ਚੰਗਾ ਕੰਮ ਕਰਦਾ, ਸੱਚਾ ਕੰਮ ਅਸੀਂ ਕਰਦਾ, ਅਰਨ ਕੀਤੀ ਹੈ, ਅਰਨ ਜਿਹਨੇ ਕਰਕੇ ਦਿਖਾਇਆ, ਕਮਾਈ ਕੀਤੀ ਹੈ। ਹਾਂ, ਜਿਹਨੇ ਕਰਕੇ ਦਿਖਾਇਆ ਵੀ ਆਹ ਲਓ, ਆਹ ਸ਼ੀਸ਼ਾ ਜੀ, ਆਹ ਮੈਂ ਕੰਮ ਕੀਤਾ, ਔਰ ਉਸ ਕਮਾਈ ਕਰਕੇ ਅਸੀਂ ਕਹਿੰਦੇ ਆ ਕਿ ਸਾਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ। ਹਾਂ। ਸੋ ਅਗਲੀ ਗੱਲ ਇਹ ਹੈ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜੋ ਪੋਲਿੰਗ ਹੈ ਉਹ 75.6% ਬਹੁਤ ਹੋ ਗਈ, ਇੰਨੀ ਪੋਲਿੰਗ ਹੋਈ ਹੈ। ਹਾਂ। ਔਰ ਅੱਜ ਦੇ ਜ਼ਮਾਨੇ ਜਦੋਂ ਲੋਕ ਇੰਟਰਸਟ ਹੀ ਨਹੀਂ ਲੈਂਦੇ ਡੈਮੋਕ੍ਰੇਸੀ ਦੇ ਵਿੱਚ, ਉਹਨਾਂ ਦਾ ਇੰਟਰਸਟ ਘਟ ਗਿਆ, ਹਾਂ, ਵਿਸ਼ਵਾਸ ਘਟ ਗਿਆ ਕਿ ਵਾਕਈ ਡੈਮੋਕ੍ਰੇਸੀ ਕੁਝ ਕਰ ਸਕਦੀ, ਕਿਉਂਕਿ ਸਭ ਕਹਿੰਦੇ ਨੇ ਕਿ ਮੈਨੀਪੂਲੇਸ਼ਨਸ ਹੁੰਦੀਆਂ ਨੇ, EVM ਮਸ਼ੀਨਸ ਦੇ ਨਾਲ ਮੈਨੀਪੂਲੇਸ਼ਨਸ ਹੋ ਜਾਂਦੀਆਂ ਨੇ। ਹਾਂ, ਇਸ ਕਰਕੇ ਲੋਕਾਂ ਦਾ ਵਿਸ਼ਵਾਸ ਘਟ ਗਿਆ। ਪਰ ਫਿਰ ਵੀ 75.6%, 75.6% ਵੋਟਿੰਗ ਹੁੰਦੀ ਹੈ, ਤਾਂ ਇਹ ਬਹੁਤ ਵਧੀਆ ਅੰਕੜਾ ਹੈ। ਬਹੁਤ ਹੈਗਾ ਕਿ ਜਦੋਂ ਇਹਦੇ ਵਿੱਚ ਤਾਂ ਅਸੀਂ ਦੇਖਦੇ ਕਿ ਬਜ਼ੁਰਗ ਵਿਚਾਰੇ ਹੁੰਦੇ, ਕਈ ਕੋਈ ਜਾ ਨਹੀਂ ਹੁੰਦਾ, ਵੋਟ ਬਣੀ ਹੁੰਦੀ ਉਹਨਾਂ ਦੀ, ਕਈ ਵਿਚਾਰੀਆਂ ਬਜ਼ੁਰਗ ਔਰਤਾਂ ਘਰ ਰਹਿ ਜਾਂਦੀਆਂ, ਉਹਨਾਂ ਦੇ ਕਈ ਵਾਰੀ ਰਹਿ ਵੀ ਜਾਂਦੇ ਆ, ਪਰ ਇਹਦੇ ਵਿੱਚ ਮੈਕਸੀਮਮ ਜਿਹੜੀ ਆ ਉਹ ਪ੍ਰਤੀਸ਼ਤ ਜਿਹੜੀ ਆ ਵੋਟਿੰਗ ਹੋ ਗਈ ਆ। ਔਰ ਇਹਦੇ ਵਿੱਚ ਹੁਣ ਦੇਖਦੇ ਹਾਂ ਕਿ ਕਿਹੜੀ ਪਾਰਟੀ ਅੱਗੇ ਆਉਂਦੀ ਹੈ। ਇਹਦੀ ਭਵਿੱਖਬਾਣੀ ਵੀ ਜੇ ਤੁਸੀਂ ਕਰ ਸਕਦੇ ਤੇ ਕਰਨੀ ਚਾਹੀਦੀ ਵੀ ਹੈ। ਕਰੋ ਭਵਿੱਖਬਾਣੀ, ਕਰੋ ਤੁਸੀਂ, ਜਿਹੜਾ ਹੈ ਉਹਦੇ 'ਚ ਨਹੀਂ ਭਵਿੱਖਬਾਣੀ। ਤੇ ਇਹਦੇ ਵਿੱਚ ਇਹ ਹੈਗਾ ਕਿ ਜਦੋਂ ਜਿੰਨੇ ਵੀ ਉੱਥੇ ਇਸ ਵੇਲੇ ਮੰਤਰੀ ਰਹੇ ਆ, ਜਾਂ ਸਰਕਾਰ ਬਣੀ ਰਹੀ ਆ, ਜਾਂ ਮੌਜੂਦਾ ਸਰਕਾਰ ਜਿਹੜੀ ਹੈਗੀ ਆ, ਉਹਨਾਂ ਨੇ ਸਹੂਲਤਾਂ ਨਾਲ ਤਾਂ ਵਿਸ਼ਾਰ ਦਿੱਤੀ ਉਹਨਾਂ ਨੂੰ। ਉਹ ਤੋਂ ਬਾਅਦ ਮੋਦੀ ਸਾਹਿਬ ਖੁਦ ਉੱਥੇ ਆਏ ਆ, ਉਹਨਾਂ ਨੇ ਪੂਰੀ ਝੜੀ ਲਾਈ ਉਹਦੇ 'ਚ ਵੀ ਆਹ ਤੁਹਾਨੂੰ ਮਿਲੂਗਾ, 10 ਲੱਖ ਬੰਦੇ ਨੂੰ, ਬੱਚਿਆਂ ਨੂੰ ਨੌਕਰੀਆਂ ਵੀ ਦੇਵਾਂਗੇ, ਪੈਨਸ਼ਨ ਵੀ ਵਧਾਵਾਂਗੇ, ਕੁੜੀਆਂ ਨੂੰ ਫ੍ਰੀ ਕੰਪਲਸਰੀ ਐਜੂਕੇਸ਼ਨ ਦੇਵਾਂਗੇ। ਉਹਨਾਂ ਨੇ ਕੋਈ ਨੁੱਕਰ ਇੱਦਾਂ ਦੀ ਰਹਿਣ ਨਹੀਂ ਦਿੱਤੀ। ਜਿਹੜੇ ਰਿਮੋਟ ਏਰੀਆ 'ਚ ਰਹਿ ਰਹੇ ਆ, ਕਹਿੰਦੇ ਉਹਨਾਂ ਨੂੰ ਅਸੀਂ ਉੱਥੇ ਜਿਹੜਾ ਰੁਜ਼ਗਾਰ ਮੁਹੱਈਆ ਕਰਾਂਗੇ। ਜਿੱਥੇ ਇੱਥੇ ਖੇਤੀਬਾੜੀ ਨਹੀਂ ਹੋ ਰਹੀ, ਜਿੱਥੇ ਖੇਤੀਬਾੜੀ ਲਈ ਪਾਣੀ ਜਾਂ ਬੀਜ, ਜਾਂ ਉੱਥੇ ਕੋਈ ਸਾਇੰਸ ਨੂੰ ਜਾਣਨ ਵਾਲੇ ਐਗਰੀਕਲਚਰ ਸਾਇੰਟਿਸਟ ਨਹੀਂ ਪਹੁੰਚ ਰਹੇ, ਉਹਨਾਂ ਨੇ ਉਹ ਵੀ ਕਹਿ ਦਿੱਤਾ। ਉਹਨਾਂ ਨੇ ਇੱਕ ਇੱਕ ਗੱਲ ਉਹਨਾਂ ਦੀ ਨਬਜ਼ ਟਟੋਲ ਕੇ ਕਹਿ ਦਿੱਤੀ ਹੈ। ਔਰ ਲੋਕ ਕੀ ਚਾਹੁੰਦੇ, ਵੋਟਰ ਕੀ ਚਾਹੁੰਦਾ, ਸਹੂਲਤਾਂ। ਵੋਟਰ ਇਹ ਨਹੀਂ ਚਾਹੁੰਦਾ ਕਿ ਕਿਹਨੇ ਇੱਥੇ ਮੁੱਖ ਮੰਤਰੀ ਬਣਨਾ, ਕਿਹਨੇ ਐਗਰੀਕਲਚਰ ਮਿਨਿਸਟਰ ਬਣਨਾ, ਅਤੇ ਕਿਹਨੇ ਵਪਾਰ ਦਾ ਮੰਤਰੀ ਬਣਨਾ। ਇਹ ਗੱਲਾਂ ਜਦੋਂ ਉਹਨਾਂ ਤੱਕ ਪਹੁੰਚੀਆਂ, ਤਾਂ ਮੇਰਾ ਖਿਆਲ ਹੈ ਕਿ ਹੋ ਸਕਦਾ ਜਿੱਦਾਂ ਆਪਾਂ ਡਬਲ ਇੰਜਨ ਦੀ ਕਿਆਸ ਕੀਤੀ ਹੈ ਗੁਜਰਾਤ 'ਚ, ਕਿਉਂਕਿ ਗੁਜਰਾਤ ਮੋਦੀ ਸਾਹਿਬ ਦਾ ਆਪਣਾ ਹੀ ਏਰੀਆ ਰਿਹਾ। ਇਹਨਾਂ ਨੇ ਉੱਥੇ ਲੋਕਾਂ ਨੂੰ ਮੈਨ ਟੂ ਮੈਨ, ਡੋਰ ਟੂ ਡੋਰ ਗਏ ਆ, ਇਹਨਾਂ ਨੂੰ ਪਤਾ ਉੱਥੋਂ ਦੀ ਸਿਆਸਤ ਦਾ। ਔਰ ਹਿਮਾਚਲ ਦੀ ਸਿਆਸਤ ਤੱਕ ਵੀ ਇਹਨਾਂ ਨੇ ਦੂਰ ਦਰਾਡੇ ਜਿਹੜੇ ਮੰਤਰੀ ਉਹਨਾਂ ਨੂੰ ਇਕੱਠੇ ਕਰਕੇ ਘਰੋਂ ਘਰ ਲੈ ਗਏ ਆ। ਔਰ ਬਹੁਤ ਉੱਥੇ ਸਿਆਸਤ ਪੂਰੀ ਉੱਥੇ ਘੋਟੀ ਗਈ ਹੈ, ਬੜਾ ਕੁਛ ਹੋਇਆ, ਲੋਕਾਂ ਤੱਕ ਸਹੂਲਤਾਂ ਦਾ ਸਾਰਾ ਕੁਝ ਦੱਸਿਆ। ਪਰ ਹੁਣ ਦੇਖਦੇ ਹਾਂ ਕਿ ਮੈਨੂੰ ਲੱਗਦਾ ਕਿ ਉੱਥੇ ਵੀ ਇਸ ਤਰ੍ਹਾਂ ਦੀ ਹੋਊਗੀ ਕਿ ਅੱਗੇ ਵੀ ਇਹਨਾਂ 4 ਸੀਟਾਂ ਲੈ ਕੇ ਜਿਹੜੀਆਂ ਹੋਈਆਂ ਜ਼ਿਮਨੀ ਚੋਣਾਂ 'ਚ,
ਇਹਦੇ ਵਿੱਚ ਤੇ ਵਿਧਾਨ ਸਭਾ ਦੀਆਂ ਚੋਣਾਂ ਇਹਦੇ ਵਿੱਚ ਹੁਣ ਦੇਖੋ ਕਿਹਦਾ ਪਲੜਾ ਭਾਰੀ ਰਹਿੰਦਾ, ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਉਹੀ ਸਰਕਾਰ ਆਵੇ, ਉਹਦੀ ਸਰਕਾਰ ਬਣੇ ਜਿਹੜਾ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰੇ। ਸਾਰੇ ਇਹ ਸੋਚਦੇ ਨੇ ਜ਼ਰੂਰ, ਔਰ ਹਮੇਸ਼ਾ ਹੀ ਇਹ ਸੋਚਦੇ ਨੇ ਕਿ ਸਾਨੂੰ ਸਹੂਲਤਾਂ ਦੇਣਗੇ, ਸਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ, ਪਰ ਉਹ ਰਿਜ਼ਲਟ ਉਹ ਨਹੀਂ ਨਾ ਹੁੰਦੇ। ਪਰ ਮੋਦੀ ਸਾਹਿਬ ਨੇ ਕਹਤਾ ਰਿਓੜੀ ਕਲਚਰ ਬੰਦ ਆ, ਉਹਦੇ ਰਿਓੜੀ ਕਲਚਰ ਨਹੀਂ ਦੇਣਾ, ਇਹ ਮਿੱਠੀਆਂ ਰਿਓੜੀਆਂ ਵਾਰ-ਵਾਰ ਤਿਲਾਂ ਵਾਲੀਆਂ ਰਿਓੜੀਆਂ ਅਸੀਂ ਨਹੀਂ ਵੰਡਾਂਗੇ, ਪਰਿਵਾਰਵਾਦ ਨੂੰ ਪਿੱਛੇ ਦੂਰ ਰੱਖਾਂਗੇ। ਉਹਨਾਂ ਨੇ ਗੱਲ ਕਹਿਤੀ ਹੈ। ਹੁਣ ਇਹ ਪਤਾ ਨਹੀਂ ਰਿਓੜੀ ਕਲਚਰ ਕਿਹੜਾ ਹੈਗਾ, ਕਿ ਰਿਓੜੀਆਂ ਗੁੜ ਦੀਆਂ ਹੈਗੀਆਂ ਜਾਂ ਖੰਡ ਦੀਆਂ, ਕਿਹੜੀਆਂ ਵੰਡਣੀਆਂ ਉਹਨਾਂ ਨੇ। ਗੱਲ ਇਹ ਹੈ ਕਿ ਜਦੋਂ ਅਸੀਂ ਪਰਿਵਾਰਵਾਦ ਨੂੰ ਖਤਮ ਕਰਨਾ ਹੈ, ਕਿ ਨਜ਼ਦੀਕੀਆਂ ਨੂੰ ਬੈਨੀਫਿਟ ਨਹੀਂ ਦੇਣਾ, ਕਿਸੇ ਪਰਿਵਾਰ ਨੂੰ ਬੈਨੀਫਿਟ ਨਹੀਂ ਦੇਣਾ, ਫਿਰ ਉਹ ਜਿਹੜੀ ਲੌਬੀ ਹੈ ਜਿਹੜੀ ਤੁਹਾਨੂੰ ਸਪੋਰਟ ਕਰਦੀ ਹੈ, ਕਾਰਪੋਰੇਟਸ ਐਂਡ ਬਿਜ਼ਨਸਮੈਨ, ਤੁਸੀਂ ਉਹਨਾਂ ਨੂੰ ਜਦੋਂ ਸਪੋਰਟ ਕਰਦੇ ਹੋ ਤੇ ਉਹ ਵੀ ਤਾਂ ਇੱਕ ਰਿਓੜੀ ਕਲਚਰ ਹੀ ਹੈ। ਉਹ ਕੀ ਹੈਗਾ? ਸਹੀ ਗੱਲ, ਉਹ ਵੀ ਤਾਂ ਰਿਓੜੀ ਕਲਚਰ ਹੈ। ਉਹ ਬਿਊਰੋਕਰੇਟਸ, ਉਹ ਆਫਿਸਰਸ ਦੀ ਲੌਬੀ ਜੋ ਤੁਹਾਨੂੰ ਸਪੋਰਟ ਕਰਦੀ ਹੈ, ਜੋ ਤੁਹਾਡੇ ਖੇਮੇ ਦੇ ਲੋਕ ਨੇ, ਜੋ ਤੁਹਾਡੇ ਕੈਂਪ ਦੇ ਲੋਕ ਨੇ, ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ, ਉਹ ਵੀ ਤਾਂ ਰਿਓੜੀ ਕਲਚਰ ਹੋ ਜਾਂਦਾ ਨਾ। ਕਿਉਂਕਿ ਡੈਮੋਕ੍ਰੇਸੀ ਹੈ, ਮੀਡੀਆ ਹੈ, ਅਸੀਂ ਇੱਕ ਗੱਲ ਕਰਦੇ ਪਏ ਹਾਂ, ਤੁਸੀਂ ਇਹਦੀ ਐਕਸਪਲੇਨੇਸ਼ਨ ਦਿਓ ਨਾ। ਜਿਹੜੀ ਐਕਸਪਰਟਸ ਗੱਲ ਕਰਦੇ ਰਹੇ, ਅਸੀਂ ਉਸ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ, ਇਹਦੀ ਐਕਸਪਲੇਨੇਸ਼ਨ ਕੀ ਹੈ? ਅਸੀਂ ਕਿਤੇ ਨਾ ਕਿਤੇ ਮਹਿਸੂਸ ਕਰਦੇ ਹਾਂ ਫੇਵਰਟਿਜ਼ਮ, ਮਹਿਸੂਸ ਕਰਦੇ ਹਾਂ। ਅਸਲ 'ਚ ਸਿਆਸਤ ਜਿਹੜੀ ਹੈ ਜਾਂ ਪੋਲੀਟੀਕਲ ਜਿਹੜਾ ਬਣਾਉਂਦੇ ਨੇ ਸਾਰਾ ਕੁਛ ਨੇਤਾ, ਇਹਦੇ ਵਿੱਚ ਇਹ ਹੁੰਦਾ ਕਿ ਇਹਦਾ ਉਹ ਨਹੀਂ ਹੁੰਦਾ ਕਿ ਕੋਈ ਇਹਦਾ ਸਿਧਾਂਤ ਬਣ ਗਿਆ, ਕੋਈ ਪ੍ਰਿੰਸੀਪਲ ਬਣ ਗਿਆ, ਕੁਛ ਨਹੀਂ ਗਾ। ਜੋ ਉਹਨਾਂ ਨੇ ਕਹਿਤਾ ਕਾਨੂੰਨ ਆ, ਜੋ ਉਹਨਾਂ ਨੇ ਕਹਿਣ ਤੋਂ ਪਹਿਲਾਂ ਕਹਿਤਾ ਤੇ ਲਾਗੂ ਆ, ਹੈ ਨਾ। ਉਹਦੇ ਵਿੱਚ ਜੋ ਉਹਨਾਂ ਦੇ ਬੈਨੀਫਿਟ ਲਈ ਹੈ, ਜਿਸ 'ਚ ਕਾਰਪੋਰੇਟ ਇਕੱਠੇ ਆ ਗਏ, ਐਗਜ਼ੈਕਟਲੀ ਜੋ ਉਹਨਾਂ ਨੂੰ ਬੈਨੀਫਿਟ ਦੇਗਾ, ਯੈਸ, ਉਹ ਕਾਨੂੰਨ ਆ। ਜੋ ਉਹਨਾਂ ਦੇ ਨਿੱਜੀ ਹਿੱਤ ਲਈ, ਸੈਲਫ ਇੰਟਰਸਟ, ਉਹ ਹੈ, ਉਹ ਨਾਟ ਫਾਰ ਆਲ ਪੀਪਲ, ਇਟਸ ਓਨਲੀ ਫਾਰ ਹੈਂਡਫੁਲ ਪੀਪਲ। ਉਹਨਾਂ ਲੋਕਾਂ ਲਈ ਜਿਹੜੇ ਵਿਚਾਰੇ ਮੁੱਠੀ ਬੰਦ ਲੋਕ ਨੇ, ਉਹਨਾਂ ਲੋਕਾਂ ਲਈ ਹੈਗੇ ਆ। ਕਾਨੂੰਨ ਕਿਹਦੇ ਲਈ ਹੁੰਦਾ? ਮਾੜੇ ਲਈ, ਗਰੀਬ ਲਈ, ਪਹੁੰਚ ਤੋਂ ਬਗੈਰ ਜਿਹੜਾ ਹੈਗਾ। ਜਿਹੜਾ ਬੰਦਾ ਤਕੜਾ, ਉਹ ਤਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਗੱਲ ਕਰਦਾ, ਕਾਨੂੰਨ ਦੇ ਇਰਦ ਗਿਰਦ ਕਾਨੂੰਨ ਤੇ ਪੁਲਿਸ ਦਾ ਡੰਡਾ ਆਮ ਲੋਕਾਂ ਲਈ, ਉਹਦੇ ਲਈ। ਔਰ ਬਾਕੀ ਜੇ ਤੁਸੀਂ ਕਹੋ ਰਾਜਨੀਤੀ ਕੀ ਹੁੰਦੀ ਹੈ, ਉਹ ਤਾਂ ਜਿੱਦਾਂ ਗੁਰੂ ਸਾਹਿਬਾਨ ਸਮਝਾਉਂਦੇ ਨੇ, ਸਰਬੱਤ ਦਾ ਭਲਾ ਹੀ ਰਾਜਨੀਤੀ ਹੈ। ਜਿਹਦੇ ਵਿੱਚ ਸਭ ਦਾ ਭਲਾ ਨਹੀਂ ਹੁੰਦਾ, ਉਹ ਰਾਜਨੀਤੀ ਨਹੀਂ ਹੈ। ਟੇਕਿੰਗ ਐਵਰੀਬਾਡੀ ਟੁਗੇਦਰ, ਇਹ ਹੈ ਆਰਟ, ਇਹ ਹੈ ਕਲਾ, ਇਹ ਹੈ ਗੁਰੂ ਸਾਹਿਬਾਨ ਦੀ ਰਾਜਨੀਤੀ। ਦੇਖ ਲਓ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰੇ ਪੰਜਾਬ ਜਿਨ੍ਹਾਂ ਨੂੰ ਕਿਹਾ ਗਿਆ, ਉਹਨਾਂ ਨੇ ਕੈਸਾ ਸਿਆਸਤ ਲਈ ਔਰ ਕੈਸਾ ਰਾਜ ਕੀਤਾ। ਉਹ ਰਾਜਨੇਤਾ, ਉਹਨਾਂ ਨੂੰ ਸ਼ੇਰੇ ਪੰਜਾਬ ਨਾਲ ਨਵਾਜਿਆ ਗਿਆ। ਸਾਰੇ ਧਰਮਾਂ ਨੂੰ ਉਹਨਾਂ ਨੇ ਇੱਕ ਲੜੀ 'ਚ ਪਰੋ ਦਿੱਤਾ, ਹਰ ਜਗ੍ਹਾ 'ਤੇ ਗਏ, ਹੈ ਨਾ। ਹਰ ਧਰਮ ਦੇ ਲੋਕਾਂ ਨਾਲ ਉਹਨਾਂ ਨੇ ਪਿਆਰ ਦਿੱਤਾ, ਔਰ ਦੇਸ਼ਾਂ ਵਿਦੇਸ਼ਾਂ 'ਚ ਲੋਕ ਆ ਕੇ ਉਹਨਾਂ ਦੇ ਨੌਕਰੀ ਕਰਦੇ ਰਹੇ। ਜਨਰਲ ਵਨੂਤਰਾ ਦੇਖੋ ਫਰਾਂਸ ਤੋਂ ਕਿੱਥੋਂ ਆਏ ਆ, ਇਟਲੀ ਤੋਂ ਔਰ ਸਪੇਨ ਤੋਂ ਉਹ ਲੋਕ ਆਏ ਆ। ਕਈ ਵਾਰ ਇਹ ਗੱਲਾਂ ਕਰਦੇ ਨੇ ਨਾ, ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਪੰਜਾਬ ਬਣਾਵਾਂਗੇ, ਉੱਦਾਂ ਦੀ ਐਡਮਿਨਿਸਟ੍ਰੇਸ਼ਨ ਕਰਕੇ ਦਿਖਾਵਾਂਗੇ। ਪਹਿਲੀ ਇਹ ਗੱਲ ਦੱਸੋ, ਤੁਹਾਡੇ 'ਚ ਗੁਣ ਹੈਗੇ ਨੇ? ਐਗਜ਼ਾਮਪਲ ਦੇਣੀ ਤਾਂ ਬਹੁਤ ਜ਼ਰੂਰੀ ਹੈ, ਦੇ ਦਿੰਦੇ। ਮਤਲਬ ਇਹ ਹੈ ਕਿ ਬੰਦਾ ਵੀ ਤਾਂ ਉਹ ਚਾਹੀਦਾ ਨਾ ਜਿਹਦੇ 'ਚ ਗੁਣ ਹੋਣ, ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਹੈਗੇ ਨੇ, ਤਾਂ ਹੀ ਤਾਂ ਉਹ ਚੱਲੇਗਾ ਉੱਦਾਂ। ਨਹੀਂ ਤਾਂ ਉਹ ਸੋਝੀ ਹੋਈ ਨਹੀਂ ਹੈਗੀ ਤੇ ਚੱਲੇਗਾ ਕਿੱਦਾਂ? ਗੱਲਾਂ ਨਾਲ ਥੋੜਾ ਚੱਲ ਜਾਏਗਾ। ਦੇਖ ਲਓ ਕਿੱਥੋਂ ਲਾਹੌਰ ਤੱਕ ਉਹਨਾਂ ਨੇ, ਲਾਹੌਰ ਨੂੰ ਫਤਿਹ ਕਰਕੇ ਪਹਿਲਾਂ ਲਾਹੌਰ ਨਾਲ ਮਿਲਾਤਾ, ਅਫਗਾਨਿਸਤਾਨ, ਕਾਬਲ, ਕੰਧਾਰ, ਕਿੱਧਰ ਤੱਕ ਉਹਨਾਂ ਦੇ ਜਿਹੜੇ ਬੈਂਡ ਵੱਜੇ, ਕਿੱਧਰ ਤੱਕ ਉਹਨਾਂ ਨੇ ਜੰਕਾਰੇ ਲਾਏ। ਅਸੀਂ ਪੁਰਾਣੇ ਐਡਮਿਨਿਸਟ੍ਰੇਸ਼ਨਸ ਦੇਖੀਏ, ਸਮਰਾਟ ਅਸ਼ੋਕ ਦੀ ਗੱਲ ਕਰਦੇ ਹਾਂ। ਸਮਰਾਟ ਅਸ਼ੋਕ ਨੇ ਉਹੀ ਅਫਗਾਨਿਸਤਾਨ ਤੋਂ ਲੈ ਕੇ, ਮਤਲਬ ਇੰਡੀਆ ਦਾ ਕੋਈ 10 ਤੋਂ 20% ਹਿੱਸਾ ਰਹਿ ਗਿਆ ਸੀ ਜਿਹੜਾ ਉਹਦੇ ਅੰਡਰ ਨਹੀਂ ਸੀਗਾ, ਅਫਗਾਨਿਸਤਾਨ ਤੱਕ ਸਾਰੇ ਉਹਦੇ ਅੰਡਰ। ਗ੍ਰੇਟ ਵਾਰੀਅਰ ਕਹਿੰਦੇ ਨੇ ਉਹਨੂੰ, ਮਹਾਨ ਜੇਤੂ ਕਹਿੰਦੇ ਨੇ ਉਹਨੂੰ। ਅਸ਼ੋਕਾ ਦੀ ਗ੍ਰੇਟ, ਉਹ ਸਭ ਚੀਜ਼ਾਂ। ਹੁਣ ਉਹ ਗੁਣ ਕਿੱਥੋਂ ਆਣ? ਜੇ ਉਹ ਗੁਣ ਹੋਣਗੇ ਇਨਸਾਨ ਦੇ ਅੰਦਰ, ਤਾਂ ਹੀ ਉਦਾਂ ਦਾ ਰਾਜ ਹੋਏਗਾ। ਇਹ 5 ਸਾਲ ਸੇਵਾ ਕਰਕੇ ਅੱਕ ਜਾਂਦੇ ਆ ਨਾ, ਨਹੀਂ ਤਾਂ ਜੇ ਉਹ ਗੁਣ ਹੀ ਨਹੀਂ ਹੈਗੇ ਤੇ ਉਦਾਂ ਦਾ ਰਾਜ ਕਿੱਥੋਂ ਆਣਾ? ਬਿਲਕੁਲ ਇਹ ਤਾਂ ਗੱਲਾਂ ਨੇ, ਗੱਲਾਂ ਜਿੰਨੀਆਂ ਮਰਜ਼ੀ ਕਰ ਲਓ। ਇਤਿਹਾਸ ਨਹੀਂ ਪੜ੍ਹਦੇ, ਉਹਨਾਂ ਦੇ ਫੈਕਟਰ ਨਹੀਂ ਪੜ੍ਹਦੇ, ਉਹਨਾਂ ਦੀ ਵੈਲਫੇਅਰ ਜੋ ਕੁਝ ਨੀਤੀ ਉਹ ਨਹੀਂ ਪੜ੍ਹਦੇ। ਇਹਨਾਂ ਨੂੰ ਇਹ ਹੁੰਦਾ ਸਿਰਫ ਨਾਂ ਸੁਣੇ ਹੁੰਦੇ ਇਹਨਾਂ ਨੇ, ਔਰ ਉਹਨਾਂ ਦਾ ਬਾਗ ਪਰਿਵਾਰ ਬਾਰੇ ਜਾਣਦੇ ਹੁੰਦੇ ਆ, ਉਹਨਾਂ ਦੀ ਨੀਤੀ ਬਾਰੇ ਤੋਂ ਕੋਰੇ ਹੁੰਦੇ ਆ, ਇਸ ਕਰਕੇ ਨਹੀਂ ਉਹ ਲਾਗੂ ਹੁੰਦੀ। ਬਿਲਕੁਲ ਸਹੀ ਗੱਲ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਗੱਲਾਂ ਕਰਨੀਆਂ ਬਹੁਤ ਆਸਾਨ ਨੇ, ਪਰ ਗੱਲਾਂ ਕਰਨ ਸਿਖਾਲੀਆਂ ਤੇ ਔਖੇ ਪਾਲਣੇ ਬੋਲ। ਬਿਲਕੁਲ ਜੀ, ਬਿਲਕੁਲ। ਤੇ ਆਪਾਂ ਹੁਣ ਅੱਗੇ ਤੁਰੀਏ। ਪਰਾਲੀ ਦਾ ਮੁੱਦਾ ਹੱਲ ਹੋਣ ਲੱਗਾ। ਉਹ ਕਹਿੰਦੇ ਨੇ ਕਿ ਇਹ ਮੁੱਦਾ ਹੱਲ ਤਾਂ ਵੈਸੇ ਕਦੀ ਹੋਇਆ ਨਹੀਂ। ਦੇਖੋ ਤੁਸੀਂ 20% ਕਹਿੰਦੇ ਨੇ ਪਰਾਲੀ ਜਿਹੜੀ ਹੈ ਉਹ ਇੱਟਾਂ ਦੇ ਭੱਠੇ ਤੇ ਭੇਜ ਦਿੱਤੀ ਜਾਵੇ ਤੇ ਉੱਥੇ ਸੜੇਗੀ, ਇੱਟਾਂ ਬਣਾਵਾਂਗੇ। ਇੱਕ ਹੋਰ ਵੀ ਨਿਊਜ਼ ਆ ਰਹੀ ਹੈ ਕਿ ਕੇਰਲਾ ਜਾ ਰਹੀ ਹੈ ਸਾਡੀ ਪੰਜਾਬ ਦੀ ਜਿਹੜੀ ਪਰਾਲੀ ਹੈ, ਕਿ ਉੱਥੇ ਪਸ਼ੂਆਂ ਨੂੰ ਚਾਰੇ ਦੇ ਵਿੱਚ ਪਾ ਕੇ ਦਿੱਤੀ ਜਾਏਗੀ। ਚਲੋ ਆਹ ਤਾਂ ਗੱਲ ਠੀਕ ਹੈ ਜਿਹੜੀ ਕੇਰਲਾ ਜਾ ਰਹੀ ਹੈ। ਜੇ ਇੱਥੇ ਤੁਸੀਂ ਭੱਠੇ ਦੇ ਵਿੱਚ 20% ਦਾ ਆਰਡਰ ਕਰ ਦਿੱਤਾ ਇਹਨਾਂ ਨੇ, ਪੰਜਾਬ ਗੌਰਮੈਂਟ ਨੇ, ਇਹ ਤਾਂ ਫਿਰ ਉਹੀ ਧੂੰਆਂ ਇੱਥੇ ਦੁਬਾਰਾ ਬਾਲ ਗਿਆ। ਜਿਹੜੀ ਚਿਮਨੀਆਂ ਲੱਗੀਆਂ ਭੱਠਿਆਂ ਦੇ ਉੱਪਰ, ਜਦੋਂ ਉਹਦੇ ਵਿੱਚ ਲੱਕੜ ਬਲਦੀ ਹੈ ਤਾਂ ਧੂੰਆਂ ਬਹੁਤ ਆਉਂਦਾ। ਜਦੋਂ ਕੋਲਾ ਬਲਦਾ ਘੱਟ ਹੁੰਦਾ, ਉਹ ਧੂੰਆਂ ਤਾਂ ਫਿਰ ਥੱਲੇ ਡਿੱਗਣਾ। ਉਹ ਕਿੱਧਰ ਜਾਣਾ? 20% ਜਦੋਂ ਪਰਾਲੀ ਬਾਲੋਗੇ, ਪੈਸੇ ਤਾਂ ਚਲੋ ਭੱਠੇ ਵਾਲੇ ਦੇ ਦੇਣਗੇ, ਇਹਨਾਂ ਨੂੰ ਆਰਡਰ ਹੋ ਗਏ ਆ
ਕਿ ਉਹਨਾਂ ਨੂੰ 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਇਹ ਲਾਗੂ ਕਰਨਾ ਪੈਣਾ। ਪਰ ਇਹ ਤਾਂ ਉਹੀ ਹੋ ਗਿਆ ਵੀ ਜੇ ਉਹ ਨਾਲ ਦੀ ਗੱਲ ਫਿਰ ਦੁਬਾਰਾ ਉੱਥੇ ਦਾ ਉੱਥੇ ਹੋ ਗਿਆ ਕਿ ਆਪਣੇ ਨੱਕ ਤੋਂ ਲਾ ਕੇ ਗੱਲ ਨਾ ਮਲ ਦਿੱਤਾ। ਇਹ ਤਾਂ ਉਹੀ ਗੱਲ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਿਸੇ ਸਾਇੰਟਿਸਟ ਨਾਲ ਗੱਲ ਇਹਨਾਂ ਨੂੰ ਕਰਨੀ ਚਾਹੀਦੀ। ਧੂੰਆਂ ਤਾਂ ਉੱਤੇ ਜਾਣਾ। ਕਈ ਜਗ੍ਹਾ 'ਤੇ ਜਦੋਂ ਰੌਲਾ ਪੈਂਦਾ ਤਾਂ ਇਹਨਾਂ ਨੇ ਭੱਠੇ ਦੇ ਚਿਮਨੀਆਂ ਬੰਦ ਕਰਵਾ ਦਿੰਦੇ ਰਿਹਾ। ਉਹ ਆਰਡਰ ਹੁੰਦੇ ਰਿਹਾ ਆਪਣੇ ਪੰਜਾਬ 'ਚ ਹੋਏ ਆ। ਇੱਟਾਂ ਬਣ ਰਹੀਆਂ ਤਾਂ ਜ਼ਿਆਦਾ ਧੂੰਆਂ ਹੁੰਦਾ। ਤਾਂ ਹੁਣ ਜੇ ਇੱਟਾਂ ਬਣਨੀ, ਇੱਟ ਤਾਂ ਅੱਗੇ ਬਹੁਤ ਮਹਿੰਗੀ ਹੈ। ਇੱਟਾਂ ਇਸ ਵੇਲੇ 7,500 ਨੂੰ ਜਿਹੜੇ ਹੈਗੀ ਆ 7,000 ਦੀ ਹੈਗੀ ਆ 1000 ਇੱਟ, ਔਰ ਉਹਦੇ ਤੋਂ ਬਾਅਦ ਜਿਹੜੀ ਅੱਬਲ ਇੱਟ ਹੈਗੀ ਆ। ਅਤੇ ਹੁਣ ਜੇ ਪਰਾਲੀ ਵਾਲੀ ਤਾਂ ਲੋਕਾਂ ਨੇ ਲੈਣੀ ਸ਼ੁਰੂ ਘੱਟ ਕਰ ਦੇਣੀ ਆ, ਕਿਉਂਕਿ ਕਾਲੇ ਰੰਗ ਦੀ ਇੱਟਾਂ ਹੋਣਗੀਆਂ, ਕਈ ਕੁਛ ਹੋਊਗਾ, ਧੂੰਆਂ ਜ਼ਿਆਦਾ ਗੰਦਾ ਹੁੰਦਾ। ਔਰ ਮੇਰਾ ਖਿਆਲ ਆ ਜੇ ਇਹਦੇ 'ਤੇ ਲੋਕ ਇਹਦੀ ਆਲੋਚਨਾ ਕਰਨਗੇ। ਹੁਣ ਜੇ ਸ਼ੁਰੂ ਹੋਇਆ, ਜੇ ਸ਼ੁਰੂ ਤੋਂ ਹੋਇਆ ਨਹੀਂ ਪਰ ਇਹ ਰੌਲਾ ਪੈ ਗਿਆ, ਜਿੱਦਾਂ ਕੇਰਲਾ ਜਾ ਰਹੀ ਹੈ ਨਾ, ਠੀਕ ਹੈਗੀ ਹੈ। ਜੇ ਇੱਥੇ ਇਹਨਾਂ ਨੇ ਬਣਾਉਣਾ, ਗੱਤਾ ਬਣਾਉਣ, ਕਾਗਜ਼ ਬਣਾਉਣ, ਉਹਦੇ ਨਾਲ ਡੰਗਰਾਂ ਨੂੰ ਪਾਉਣ, ਕਈ ਕੁਛ ਹੁੰਦਾ ਹੈ ਨਾ। ਅਤੇ ਡੰਗਰ ਤਾਂ ਹੁਣ ਡੇਅਰੀਆਂ ਤਾਂ ਵੈਸੇ ਘੱਟ ਗਈਆਂ, ਪੋਲਟਰੀ ਫਾਰਮ ਘੱਟ ਗਏ ਇੱਥੇ, ਕਈ ਕੁਛ ਘੱਟ ਗਿਆ। ਅਤੇ ਕਿੱਥੇ ਪਰਾਲੀ ਕਿੱਥੇ ਜਾਣੀ ਹੈ? ਮਸ਼ਰੂਮ ਜਿਹੜੀ ਹੈਗੀ ਹੈ ਨਾ, ਜਿਹਨੂੰ ਆਪਾਂ ਆਨੇ ਖੁੰਬਾਂ ਬੀਜਣ ਦੇ ਇਹਦੇ ਬੈੱਡ ਬਣਦੇ ਆ। ਖੁੰਬਾਂ ਦੇ ਬੀਜ ਜਿਹੜੇ ਆ ਇਹਨਾਂ ਦੇ ਉੱਤੇ ਜਦੋਂ ਪਰਾਲੀ ਗਲਦੀ ਉਹਦੇ 'ਚ ਲਾ ਦਿੰਦੇ ਆ, ਅਤੇ ਉਹਦੇ 'ਚ ਬੈੱਡ ਦੇ ਉੱਤੇ ਖੁੰਬਾਂ ਉੱਗਦੀਆਂ। ਫਿਰ ਖੁੰਬਾਂ ਨੂੰ ਸੁਕਾਉਂਦੇ ਆ, ਉਹਦੀ ਸਬਜ਼ੀ ਬਣਦੀ ਹੈ। ਸੁੱਕਣ ਤੋਂ ਬਾਅਦ ਉਹਦੇ ਡੱਬਿਆਂ 'ਚ ਬੰਦ ਕਰਕੇ ਬਾਹਰਲੇ ਦੇਸ਼ਾਂ 'ਚ ਵੀ ਜਾਂਦੀ ਹੈ। ਪਰ ਇਹ ਨਹੀਂ, ਨਾ ਤਾਂ ਖੇਤੀਬਾੜੀ ਦੇ ਕਿਸੇ ਸਾਇੰਟਿਸਟ ਨਾਲ ਗੱਲ ਕੀਤੀ ਇਹਨਾਂ ਨੇ, ਨਾ ਕਿਸੇ ਹੋਰ ਨਾਲ। ਜੇ 20% ਉੱਧਰ ਹੈ ਤਾਂ 35% ਇੱਧਰ ਵੀ ਲੱਗ ਸਕਦਾ। ਸਾਡੇ ਬਹੁਤ ਇੰਟੈਲੀਜੈਂਟ ਬ੍ਰੇਨ ਬੈਠੇ ਨੇ, ਜੀ। ਔਰ ਇੱਕ ਕੁਦਰਤ ਦਾ ਨਿਯਮ ਹੈ ਕਿ ਜਿਹੜੀ ਸਮੱਸਿਆ ਹੁੰਦੀ ਹੈ ਨਾ, ਉਹ ਸਮੱਸਿਆ ਦੇ ਵਿੱਚ ਹੀ ਸਮੱਸਿਆ ਦਾ ਹੱਲ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਹੁਣ ਉਸ ਹੱਲ ਦੇ ਵੱਲ ਧਿਆਨ ਨਹੀਂ ਹੈ, ਗੱਲ ਤਾਂ ਕਿਸੇ ਹੋਰ ਵੱਲ ਧਿਆਨ ਹੈ। ਸੋ ਇਸ ਕਰਕੇ ਹੱਲ ਨਹੀਂ ਮਿਲਦੇ ਪਏ। ਹੱਲ ਮੌਜੂਦ ਨੇ, ਹੱਲ ਸਾਹਮਣੇ ਨੇ, ਪਰ ਧਿਆਨ ਨਾ ਹੋਣ ਕਰਕੇ ਹੱਲ ਨਹੀਂ ਮਿਲਦੇ। ਸੋ ਹੁਣ ਚੱਲਿਆ ਜਾਵੇ ਬਲਕਾਰ ਜੀ। ਜ਼ਰੂਰ ਹੈ, ਬਿਲਕੁਲ। ਬਹੁਤ ਵਧੀਆ ਗੱਲਾਂ ਕੀਤੀਆਂ ਆਪਾਂ, ਔਰ ਦਰਸ਼ਕ ਸਾਡੇ ਬੜੇ ਇਸ ਗੱਲ ਨਾਲ ਦਿਲਚਸਪੀ ਦਿਖਾਉਂਦੇ ਆ ਕਿ ਉਹ ਪੰਜਾਬ ਦੇ ਮੁੱਦੇ ਜਿਹੜੇ ਖਾਸ ਤੌਰ 'ਤੇ ਵੇਖਦੇ ਵੀ ਆ, ਘੋਖਦੇ ਵੀ ਆ, ਪਰਖਦੇ ਵੀ ਆ। ਔਰ ਤੁਸੀਂ, ਮੇਰਾ ਖਿਆਲ ਆ, ਕਈ ਮੁੱਦੇ ਐਸੇ ਲਿਆਂਦੇ ਆ ਜਿਹੜੇ ਨਵੇਂ ਵੀ ਆ, ਔਰ ਸਾਡੇ ਦਰਸ਼ਕ ਉਹਨਾਂ ਨੂੰ ਜਾਣ ਕੇ ਵੈਸੇ ਵੀ ਖੁਸ਼ ਹੋਏ ਹੋਣਗੇ। ਕਈ ਮੁੱਦੇ ਜਿਹੜੇ ਉਹਨਾਂ ਦੀ ਜਾਣਕਾਰੀ ਨੂੰ ਵਧਾਉਂਦੇ ਵੀ ਆ, ਹੈ ਨਾ। ਕਈ ਮੁੱਦਿਆਂ ਤੋਂ ਉਹਨਾਂ ਨੂੰ ਬਹੁਤ ਪਾਪੂਲਰ ਆ। ਜਿੱਦਾਂ ਤੁਸੀਂ ਗੰਨੇ ਤੋਂ ਗਨ ਕਲਚਰ ਤੱਕ ਗੱਲ ਕੀਤੀ, ਵਧੀਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਇੰਟਰਸਟਿੰਗ ਵੀ ਹੈ, ਲੋਕਾਂ ਨੂੰ ਚੰਗੀਆਂ ਵੀ ਲੱਗਦੀਆਂ। ਔਰ ਸਾਡੇ ਚੈਨਲ ਦੇ ਸਰਪ੍ਰਸਤ ਰੰਧਾਵਾ ਜੀ ਵੀ ਇਸ ਗੱਲ ਨੂੰ ਸੁਣਦੇ ਨੇ, ਦਰਸ਼ਕਾਂ ਦੇ ਰਿਵਿਊ ਆਉਂਦੇ ਉਹਨਾਂ ਕੋਲ, ਔਰ ਵਧੀਆ ਗੱਲ ਹੈ। ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ। ਬਿਲਕੁਲ ਚੱਲਦਾ ਰਹਿਣਾ ਚਾਹੀਦਾ ਹੈ। ਅਤੇ ਤੁਸੀਂ ਸਾਨੂੰ ਆਪਣੇ ਵਿਚਾਰ ਇਨਬਾਕਸ ਕਰਦੇ ਰਹੋ ਜੀ, ਤਾਂ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇ, ਸਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੇ ਵਿਚਾਰ ਕੀ ਨੇ। ਅਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਜੀ। ਜੀ ਜ਼ਰੂਰ। ਸਤਿ ਸ਼੍ਰੀ ਅਕਾਲ।